आओ ਆਪਾਂ परमेश्वर ਦਾ वचन ਦੇਖਾਂਗੇ। ਆਪਾਂ ਦੇਖਾਂਗੇ ਕਹਾਵਤਾਂ ਪੁਰਾਣੇ ਨਿਯਮ ਦੇ ਵਿੱਚ ਕਹਾਵਤਾਂ ਉਹਦਾ 27 ਅਧਿਆਇ पेज नंबर 821 कहावतां 27 अध्याय आप पढ़ांगे। जो भी पढ़े उच्ची आवाज़ दे पढ़ो। आप पढ़ांगे ਉਹਦਾ 1 ਤੋਂ ਲੈ ਕੇ ਉਹਦੇ 10 तक। ਭਲਕ ਦਾ ਗਰਭ ਨਾ ਕਰ ਕਿਉਂ ਜੋ ਤੂੰ ਨਹੀਂ ਜਾਣਦਾ ਭਈ ਇੱਕੋ ਦਿਨ ਵਿੱਚ ਕੀ ਹੋ ਜਾਵੇ। तेरी सुनावत कोई होर भावें करे पर तेरा अपना मुंह ना करे। हाँ ओपरा करे ना तेरे बोल। पत्थर भारा है रेत बोझल है पर मूर्ख दा कुड़ना उन्हां दोहां नालों भारा है। गुस्सा निर्दयी अते क्रोध एक हड़ है पर ईर्खा दे अगे कौन खलो सकदा है। ਦੂਜੀ ਪ੍ਰੀਤ ਨਾਲੋਂ ਖੁੱਲੀ ਕਾਰ ਚੰਗੀ ਹੈ। ਹਿੱਤਕਾਰੀ ਵੱਲੋਂ ਕਾਉ ਵਫਾਦਾਰੀ ਵਾਲੇ ਹਨ ਪਰ ਵੈਰੀ ਦੇ ਚੁੰਮੇ ਅਣਗਿਣਤ ਹੁੰਦੇ ਹਨ। ਰੱਜਿਆ ਹੋਇਆ ਜੀ ਸਹਿ ਦੇ ਛੱਤੇ ਤੋਂ ਵੀ ਗਲਿਆਣ ਕਰਦਾ ਹੈ ਪਰ ਭੁੱਖੇ ਨੂੰ ਹਰ ਕੌੜੀ ਵਾਸਤੇ ਵੀ ਮਿੱਠੀ ਲੱਗਦੀ ਹੈ। ਜਿਹੜਾ ਮਨੁੱਖ ਆਪਣੇ ਟਿਕਾਣੇ ਭਟਕਦਾ ਹੈ ਉਹ ਉਸ ਪੰਛੀ ਵਰਗਾ ਹੁੰਦਾ ਹੈ ਜੋ ਆਪਣੇ ਆਲ੍ਹਣੇ ਤੋਂ ਖੁੰਝ ਜਾਵੇ। ਫਲੇਲ ਅਤੇ ਸੁਗੰਧ ਜੀ ਨੂੰ ਆਨੰਦ ਕਰਦੀ ਹੈ ਉਵੇਂ ਹੀ ਉਹਦੇ ਮਿੱਤਰ ਦੀ ਮਨੋਂ ਦਿੱਤੀ ਹੋਈ ਸਲਾਹ ਦੀ ਮਿਠਾਸ ਹੈ। ਅਤੇ ਆਪਣੇ ਅਤੇ ਆਪਣੇ ਪਿਓ ਦੇ ਮਿੱਤਰਾਂ ਨੂੰ ਨਾ ਛੱਡ ਅਤੇ ਆਪਣੀ ਬਿਪਤਾ ਦੇ ਦਿਨ ਆਪਣੇ ਭਰਾ ਦੇ ਘਰ ਨਾ ਜਾ। ਦੂਰ ਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ। सारे बोलो हालेलुया हालेलुया। ये परमेश्वर का वचन है और परमेश्वर का वचन परमेश्वर के आत्मा द्वारा लिखाया गया है। और प्रभु यीशु मसीह ने किया आकाश धरती टल जाएगा पर मेरा वचन कदे भी नहीं टलेगा। सो अपना ध्यान सारे लोग परमेश्वर के वचन की ओर बना के रखियो क्योंकि साडे परमेश्वर अज एक बार फिर साडे नाल कुछ गलबात करने के लिए जा रहे हैं। आपां बाइबल की गल करिए तो बाइबल दे विच परमेश्वर ने सानू 2 नेम दिते ने। एक पुराना नेम मतलब पुराना करार, एक नवा नेम मतलब नवा करार। नवे नेम की गल करिए तो अज ज़्यादातर लोग बहुत लोग ने जो परमेश्वर के वचन पढ़ते हैं और किहड़े नूं ज़्यादातर लोग नवा नेम ही पढ़ते हैं और पुराना नेम नहीं पढ़ते। वो लगता इंसान नूं कि ये तां राजे आ गए, वंशावली आ गई जां भेटां आ गई, बलियां आ गई, जिहदे करके इंसान है जो वो पुराने नेम नूं ਜਾਂ ਤਾਂ ਪੜ੍ਹਦਾ ਹੀ ਨਹੀਂ ਪਿਆ ਜਾਂ ਬਹੁਤ ਘੱਟ ਪੜ੍ਹਿਆ ਜਾ ਰਿਹਾ ਹੈਗਾ। ਲੇਕਿਨ ਸਭ ਤੋਂ ਜ਼ਿਆਦਾ ਪੜ੍ਹਿਆ ਜਾ ਰਿਹਾ ਹੈਗਾ ਨਵਾਂ ਨੇਮ। ਔਰ ਨਵਾਂ ਨੇਮ ਆਪਾਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਬਾਰੇ ਆਪਾਂ ਪੜ੍ਹਦੇ ਹਾਂ ਮੱਤੀ ਵਿੱਚ, ਮਰਕੁਸ, ਲੂਕਾ ਤੇ ਯਹੂਨਾ ਦੇ ਵਿੱਚ। ਉੱਥੇ ਪ੍ਰਭੂ ਯਿਸੂ ਮਸੀਹ ਨੇ ਬਹੁਤ ਕੁਝ ਬੋਲਿਆ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਚੰਗਾ ਚਰਵਾਹਾ ਮੈਂ ਆ ਮਤਲਬ ਚੰਗਾ ਅਯਾਲੀ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਗਤ ਦਾ ਚਾਨਣ ਮੈਂ ਆ। ਸਾਰੇ ਬੋਲੋ ਹਾਲੇਲੂਇਆ। ਇੱਧਰ ਉੱਧਰ ਨਾ ਦੇਖੋ, सिर्फ अपना ध्यान परमेश्वर की वचन बना के रखो। प्रभु यीशु मसीह ने कहा जगत का चानन मैं और प्रभु यीशु मसीह ने कहा राह सच्चाई जीवन मैं आ। प्रभु यीशु मसीह ने कहा जीवन जल मैं आ। प्रभु यीशु मसीह ने कहा कि जीवन की रोटी मैं आ। प्रभु यीशु मसीह ने बहुत कुछ बोलियागा। प्रभु यीशु मसीह ने अपने बारे नवे नियम के बहुत कुछ बोलियागा। प्रभु यीशु मसीह कहता भी जिउंदा पत्थर मैं आ। अगर असीं वचन दे विच पढ़ते हैं तो बहुत जगह ते सानूं मिलदा गा ये जो प्रभु यीशु मसीह बोल के दसदे ने। एक बार प्रभु यीशु मसीह ने भी गल बोली कि सच्ची अंगूर दी वेल मैं आ। देखो प्रभु यीशु मसीह बारे पढ़ते हैं तो प्रभु यीशु मसीह बहुत कुछ दसदे ने। जीवन मैं आ, रोटी मैं आ, जीवन जल मैं आ, भेडां दा अयाली मैं आ, जगत दा चानन मैं आ। ते प्रभु यीशु मसीह की कहते हैं कि मैं सच्ची अंगूर दी वेल हाँ। और मेरे वचन पढ़ो यूहन्ना ਉਹਦਾ 15 अध्याय ਉਹਦਾ शुरुआत पढ़ो। मैं सच्ची अंगूर दी बेल हां ਅਤੇ मेरा पिता बागवान है। देखो प्रभु यीशु मसीह ਕਹਿੰਦੇ ਨੇ ਵੀ ਸੱਚੀ ਅੰਗੂਰ ਦੀ ਵੇਲ ਮੈਂ ਆ ਤੇ ਮੇਰਾ ਪਿਤਾ ਗਾ ਉਹ ਕੀ ਹੈ ਉਹ ਤਾਂ ਬਾਗਵਾਨ ਹੈ। ਫਿਰ ਅੱਗੇ ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਔਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਦੇਖੋ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਵੀ ਜਿਹੜੀ ਟਹਿਣੀ ਮੇਰੇ ਵਿੱਚ ਹੈ ਔਰ ਫਲ ਨਹੀਂ ਦਿੰਦੀ ਤਾਂ ਮੈਂ ਕੀ ਕਰਦਾ ਉਸ ਨੂੰ
ਕੱਟ ਸੁੱਟ ਦਾਂਗਾ, ਮੈਂ ਉਸਨੂੰ ਆਪਣੇ ਵਿੱਚੋਂ ਬਾਹਰ ਕੱਢ ਦਿੰਨਾਗਾ। ਔਰ ਜਿਹੜੀ ਟਾਹਣੀ ਮੇਰੇ ਵਿੱਚ ਰਹਿੰਦੀ ਹੈ ਔਰ ਫਲ ਦਿੰਦੀ ਹੈ ਤਾਂ ਮੈਂ ਕੀ ਕਰ ਦਾਂਗਾ, ਉਸ ਨੂੰ ਛਾਂਗ ਦਾਂਗਾ। ਛਾਂਗਣਾ ਮਤਲਬ ਉਸ ਦੀ ਕੱਟ ਵੱਢ ਕਰ ਦਾਂਗਾ, ਉਸ ਦੀ ਮਤਲਬ ਛਾਂਟੀ ਕਰ ਦਾਂਗਾ। ਕਿਉਂ ਕਰ ਦਾਂਗਾ? ਜਦ ਕਿ ਉਹ ਫਲ ਤਾਂ ਦੇ ਹੀ ਰਹੀ ਹੈ, ਉਹ ਜੋ ਟਹਿਣੀ ਹੈ ਉਹ ਤਾਂ ਫਲ ਦੇ ਰਹੀ ਹੈ। ਫਿਰ ਜਿਹੜੀ ਟਹਿਣੀ ਫਲ ਦੇ ਰਹੀ ਹੈ ਉਹਨੂੰ ਛਾਂਗਣਾ, ਉਹਦੀ ਕੱਟ ਵੱਢ ਕਰਨ ਦਾ ਫਾਇਦਾ ਕੀ? ਲੇਕਿਨ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਮੈਂ ਉਸ ਦੇ ਨਾਲ ਉਸ ਨੂੰ ਛਾਂਗ ਦਾਂਗਾ ਤਾਂ ਕਿ ਉਹ ਹੋਰ ਵੀ ਫਲ ਦੇਵੇ। ਔਰ ਛਾਂਗਣ ਦਾ ਮਤਲਬ ਕੀ ਹੈ? ਤਾੜਨਾ ਹੁੰਦੀ ਹੈ। ਛਾਂਗਣ ਦਾ ਮਤਲਬ ਕੀ ਹੈ? ਝਿੜਕ ਪੈਂਦੀ ਹੈ। ਛਾਂਗਣ ਦਾ ਮਤਲਬ ਕੀ ਹੈ? ਕਿ ਉਸ ਨੂੰ ਘੂਰਿਆ ਜਾਂਦਾ ਗਾ। ਸਾਰੇ ਬੋਲੋ ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਸਮੇਂ ਸਮੇਂ ਤੇ ਆਪਣੇ ਵਚਨ ਦੇ ਕੇ ਇਹ ਕੰਮ ਕਰਦੇ ਨੇ। ਔਰ ਜਿਸ ਤਰ੍ਹਾਂ ਆਪਾਂ ਦੇਖ ਰਹੇ ਸੀਗੇ ਕਿ ਜਿਹਨੂੰ ਪ੍ਰਭੂ ਯਿਸੂ ਮਸੀਹ ਪਿਆਰ ਕਰਦੇ ਨੇ ਉਸ ਨੂੰ ਕੀ ਕਰਦੇ ਨੇ? ਉਸ ਨੂੰ ਝਿੜਕਿਆ ਜਾਂਦਾ ਗਾ, ਉਸ ਦੀ ਤਾੜਨਾ ਕਰਦੇ ਨੇ ਤਾਂ ਕਿ ਉਹ ਕੀ ਹੈ? ਉਹ ਸੱਚਾਈ ਵਿੱਚ ਬਣਿਆ ਰਹੇ, ਉਹ ਇਮਾਨਦਾਰੀ ਵਿੱਚ ਬਣਿਆ ਰਹੇ। ਔਰ ਪ੍ਰਭੂ ਯਿਸੂ ਮਸੀਹ ਨੇ ਇੱਕ ਗੱਲ ਵੀ ਬੋਲੀ, ਆਪਾਂ ਪੜਾਂਗੇ ਯਹੂਨਾ 15 ਅਧਿਆਏ ਉਹਦਾ 13 ਵਚਨ। ਇਹ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤਰਾਂ ਦੇ ਬਦਲੇ ਦੇ ਦੇਵੇ। ਸਾਰੇ ਬੋਲੋ ਹਾਲੇਲੂਇਆ। ਦੇਖੋ ਪ੍ਰਭੂ ਯਿਸੂ ਮਸੀਹ ਸਾਡੇ ਮਿੱਤਰ ਨੇ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਸਾਡਾ ਕੀ ਹੈ? ਉਹਦਾ ਦੋਸਤ ਹੈ, ਉਹਦਾ ਮਿੱਤਰ ਹੈ। ਔਰ ਪ੍ਰਭੂ ਯਿਸੂ ਸਪਸ਼ਟ ਕਹਿੰਦੇ ਨੇ ਵੀ ਇਸ ਤੋਂ ਜ਼ਿਆਦਾ ਪਿਆਰ ਕਿਸੇ ਦਾ ਨਹੀਂ ਹੈ ਕਿ ਜੋ ਕੋਈ ਆਪਣੇ ਮਿੱਤਰ ਦੇ ਬਦਲੇ ਆਪਣੀ ਕੀ ਦੇ ਦੇਵੇ? ਜਾਨ ਦੇ ਦੇਵੇ। ਸਾਰੇ ਬੋਲੋ ਹਾਲੇਲੂਇਆ। ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾਗਾ ਇੱਧਰ ਉੱਧਰ ਨਾ ਦੇਖੋ, ਫਿਰ ਮੈਂ ਨਾਮ ਲੈ ਕੇ ਸਿੱਧਾ ਉਠਾ ਦੇਣਾ ਉਹਨੂੰ, ਫਿਰ ਨਾ ਕਿਉਂ। ਹਾਂ ਬੱਚੇ ਤੁਹਾਡੇ ਲਈ 24 ਘੰਟੇ ਹੁੰਦੇ ਨੇ, ਲੇਕਿਨ ਮੈਂ ਤੁਹਾਡੇ ਲਈ ਹਫ਼ਤੇ ਵਿੱਚ ਇੱਕ ਵਾਰ ਹੀ ਆਉਣਾ ਗਾ। ਔਰ ਕਿੰਨਾ ਘੰਟਾ, ਸਵਾ ਘੰਟਾ ਲੈਣਾ ਹੁੰਦਾ ਤੁਹਾਡਾ, ਅਤੇ ਮੇਰੇ ਵੱਲ ਦੇਖਦੇ ਰਹੋ ਸਾਰੇ। ਜੇ ਹੁਣ ਕਿਸੇ ਨੇ ਹਰਕਤ ਕਰੀ ਨਾ ਇੱਧਰ ਉੱਧਰ ਦੇਖਣ ਦੀ, ਤੇ ਮੈਂ ਨਾਮ ਲੈ ਕੇ ਖੜਾ ਕਰਨਾ ਉਹਨੂੰ, ਫਿਰ ਨਾ ਕਿਉਂ। ਪ੍ਰਭੂ ਯਿਸੂ ਮਸੀਹ ਕੀ ਹੈ? ਸਾਡਾ ਉਹਦਾ ਮਿੱਤਰ ਹੈ। ਔਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਇਸ ਤੋਂ ਵੱਧ ਪਿਆਰ ਕਿਸ ਦਾ ਨਹੀਂ ਕਿ ਉਹ ਆਪਣੇ ਮਿੱਤਰਾਂ ਬਦਲੇ ਆਪਣੀ ਜਾਨ ਦੇ ਦੇਵੇ। ਦੇਖੋ ਪ੍ਰਭੂ ਯਿਸੂ ਮਸੀਹ ਨੇ ਸਾਡੇ ਬਦਲੇ ਜਾਨ ਦਿੱਤੀ ਜਾਂ ਨਹੀਂ ਦਿੱਤੀ? ਜਾਨ ਦਿੱਤੀ। ਕਿਉਂ? ਕਿਉਂਕਿ ਸਾਨੂੰ ਪ੍ਰਭੂ ਯਿਸੂ ਮਸੀਹ ਕੀ ਨੇ? ਪਿਆਰ ਕਰਦੇ ਨੇ। ਸਾਡਾ ਉਹ ਕੀ ਹੈ? ਉਹ ਮਿੱਤਰ ਹੈ। ਅੱਗੇ ਪੜੋ 14। ਜੇ ਤੁਸੀਂ ਉਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤਰ ਹੋ। ਦੇਖੋ ਜੇ ਅਸੀਂ ਪ੍ਰਭੂ ਯਿਸੂ ਮਸੀਹ ਵਰਗੇ ਕੰਮ ਕਰਦੇ ਹਾਂ, ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਜੇ ਅਸੀਂ ਪ੍ਰਭੂ ਯਿਸੂ ਮਸੀਹ ਜੈਸੇ ਕੰਮ ਕਰਦੇ ਹਾਂ ਤਾਂ ਫਿਰ ਅਸੀਂ ਕੀ ਹਾਂ? ਅਸੀਂ ਪ੍ਰਭੂ ਯਿਸੂ ਮਸੀਹ ਦੇ ਮਿੱਤਰ ਬਣਦੇ ਹਾਂ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਸਾਡਾ ਮਿੱਤਰ ਹੈ, ਉਹਨੇ ਜਾਨ ਦੇਤੀ। ਔਰ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਵਰਗੇ ਕੰਮ ਕਰਦੇ ਹਾਂ ਤਾਂ ਅਸੀਂ ਕੀ ਬਣਦੇ ਹਾਂ? ਅਸੀਂ ਪ੍ਰਭੂ ਯਿਸੂ ਮਸੀਹ ਦੇ ਮਿੱਤਰ ਬਣ ਜਾਂਦੇ ਹਾਂ। ਔਰ ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਸਾਨੂੰ ਕਹਿੰਦਾ ਤੁਸੀਂ ਮੇਰੇ ਦਾਸ ਨਹੀਂ ਹੋ। ਦਾਸ ਮਤਲਬ ਤੁਸੀਂ ਮੇਰੇ ਸੇਵਕ ਨਹੀਂ ਹੋ। ਕਿਉਂਕਿ ਜੋ ਦਾਸ ਹੈ, ਜੋ ਨੌਕਰ ਹੈ, ਉਹਦਾ ਮਾਲਕ ਕੀ ਕਰਦਾ ਹੈਗਾ, ਉਹਦਾ ਮਾਲਕ ਕਿੱਥੇ ਰਹਿੰਦਾ ਹੈਗਾ, ਉਹ ਨੌਕਰ ਨਹੀਂ ਜਾਣਦਾ। ਲੇਕਿਨ ਮਿੱਤਰ ਤਾਂ ਚੰਗੀ ਤਰ੍ਹਾਂ ਜਾਣਦਾ ਹੈਗਾ। ਇਸ ਲਈ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ, ਸਾਨੂੰ ਸਾਰਿਆਂ ਨੂੰ ਆਪਣਾ ਮਿੱਤਰ ਹੀ ਕਿਹਾ ਗਾ। ਔਰ ਮਿੱਤਰ ਹੈ ਜੋ ਸਹੀ ਦੇ ਵਿੱਚ ਮਿੱਤਰ ਇੱਦਾਂ ਹੀ ਨਹੀਂ ਕਿ ਉਹ ਹਮੇਸ਼ਾ ਉਸਨੂੰ ਚੰਗੀਆਂ ਗੱਲਾਂ ਕਹੇ, ਉਹਦਾ ਚੰਗਾ ਹੀ ਕਰੇ। ਲੇਕਿਨ ਕਈ ਵਾਰ ਕੀ ਹੁੰਦਾ ਗਾ ਕਿ ਜੋ ਮਿੱਤਰ ਹੈ ਉਹ ਉਸਨੂੰ ਕਿਸੇ ਨੂੰ ਘੂਰ ਵੀ ਦਿੰਦਾ ਗਾ। ਮਿੱਤਰ ਕਿਸੇ ਨੂੰ ਉਹ ਝਿੜਕ ਵੀ ਦਿੰਦਾ ਗਾ ਆਪਣੇ ਮਿੱਤਰ ਨੂੰ। ਕਿਉਂ ਝਿੜਕਦਾ ਗਾ? ਕਿਉਂਕਿ ਉਹ ਨਹੀਂ ਚਾਹੁੰਦਾ ਕਿ ਇਸ ਤੋਂ ਕੋਈ ਗਲਤ ਹੋਵੇ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਦੇ ਚੇਲੇ ਪ੍ਰਭੂ ਯਿਸੂ ਮਸੀਹ ਦੇ ਨਾਲ ਰਹਿੰਦੇ ਸੀਗੇ। ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਉਹ ਲੋਕ ਜਾਣੇ ਜਾਂਦੇ ਸੀਗੇ, ਅਤੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਈ ਜਗ੍ਹਾ ਝਿੜਕਿਆ। ਸਾਰੇ ਬੋਲੋ ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਈ ਜਗ੍ਹਾ ਝਿੜਕਿਆ, ਇੱਕ ਜਗ੍ਹਾ ਨਹੀਂ। ਪ੍ਰਭੂ ਯਿਸੂ ਮਸੀਹ ਨੇ ਬਹੁਤ ਜਗ੍ਹਾ 'ਤੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਬਹੁਤ ਜਗ੍ਹਾ 'ਤੇ ਝਿੜਕਿਆ। ਤਾਂ ਕੀ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦਾ ਮਾੜਾ ਚਾਹੁੰਦਾ ਸੀਗਾ? ਕਦੇ ਵੀ ਤਾਂ ਨਹੀਂ ਚਾਹੁੰਦਾ ਸੀਗਾ। ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਆਪਣੇ ਨਾਲ ਰੱਖਦੇ ਸੀਗੇ, ਉਹਨਾਂ ਨੂੰ ਸਿਖਾਉਂਦੇ ਸੀਗੇ। ਉਹਦਾ ਕਾਰਨ ਕੀ ਸੀਗਾ? ਕਿਉਂਕਿ ਪ੍ਰਭੂ ਯਿਸੂ ਮਸੀਹ ਨਹੀਂ ਚਾਹੁੰਦੇ ਸੀਗੇ ਕਿ ਉਸਦੇ ਜੋ ਮਿੱਤਰ ਨੇ ਉਹ ਕੋਈ ਗੜਬੜੀ ਕਰਨ। ਪ੍ਰਭੂ ਯਿਸੂ ਮਸੀਹ ਦੇ ਚੇਲੇ ਜਦ ਵਿਸ਼ਵਾਸ ਨਹੀਂ ਕਰਦੇ ਸੀਗੇ ਤਾਂ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਝਿੜਕਦੇ ਸੀਗੇ। ਜਦ ਕੋਈ ਵਚਨ ਸਮਝ ਨਹੀਂ ਆਉਂਦਾ ਸੀਗਾ ਤਾਂ ਪ੍ਰਭੂ ਯਿਸੂ ਮਸੀਹ ਉਹ ਵਚਨ ਉਹਨਾਂ ਨੂੰ ਸਮਝਾਉਂਦੇ ਵੀ ਸੀਗੇ। ਔਰ ਕਈ ਜਗ੍ਹਾ ਦੇ ਉੱਪਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਝਿੜਕਿਆ ਗਾ। ਇੱਕ ਵਾਰ ਤਾਂ ਪ੍ਰਭੂ ਯਿਸੂ ਮਸੀਹ ਨੇ ਗੱਲ ਕਰੀ ਕਿ ਤੁਸੀਂ ਜੋ ਆਪਾਂ ਪੜਾਂਗੇ ਵਚਨ ਦੇ ਵਿੱਚ ਹੀ, ਮੱਤੀ
ਪੜਾਂਗੇ ਆਪਾਂ ਮੱਤੀ ਉਹਦਾ 16 ਅਧਿਆਏ ਉਹਦਾ ਪੜੋ 8 ਵਚਨ। ਪਰ ਯੀਸ਼ੂ ਨੇ ਜਾਣ ਕੇ ਕਿਹਾ, ਇਹ ਥੋੜੀ ਪ੍ਰਤੀਤ ਵਾਲਿਓ, ਤੁਸੀਂ ਆਪੋ ਵਿੱਚ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀਆਂ ਨਹੀਂ ਹਨ। हाँ देखो, प्रभु यीशु मसीह ने एक बार गल करी कि जो फरीसी ने ते संदूकी लोग ने उन्होंने खमीर तो की रहो, तुसी होशियार रहो। हुण चेले की करन लगे, चेले कहन लगे भी साडे लवे रोटी तो है नहीं, साडे लवे रोटी नहीं है। लेकिन प्रभु यीशु मसीह ने की किया, हे थोड़ी प्रतीत वाले हो, मतलब उन्होंने की है प्रभु यीशु मसीह ने झिड़किया। फिर पढ़ो 11। ਤੁਸੀਂ ਕਿਉਂ ਨਹੀਂ ਸਮਝਦੇ ਜੋ ਮੈਂ ਤੁਹਾਨੂੰ ਰੋਟੀਆਂ ਦੀ ਗੱਲ ਨਹੀਂ ਆਖੀ, ਪਰ ਫਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ। हाँ देखो, मतलब जो संदूकी और फरीसी लोगों का पाप है उस तो की रहो, तुसी होशियार रहो। फिर अगे ਤਾਂ ਉਹ ਸਮਝੇ ਭਈ ਉਸਨੇ ਰੋਟੀ ਦੇ ਖਮੀਰ ਤੋਂ ਨਹੀਂ ਸਗੋਂ ਫਰੀਸੀਆਂ ਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ। देखो फिर बाद च उन्होंने समझ आई। हुण देखो कई जगह के उपर इदां होया, एक बार तो प्रभु यीशु मसीह किश्ती विच जा रहे ने, यीशु मसीह किश्ती विच सौ गए, लेकिन यीशु मसीह दे चेले सीगे वो तो किसी होर पासे सीगे किश्ती विच ही। और की होया, तूफान आ गया और जो समंदर का पानी सीगा वो किश्ती विच पानी आउण लग गया। चेलियां ने काफ़ी यतन किया और यतन करने तो बाद की होया कि जब नहीं बचे तो प्रभु यीशु मसीह ने उठाया और प्रभु यीशु मसीह ने की है अपने चेलियां नूं उत्थे डांटिया, उत्थे घूरिया उन्होंने। कहने का मतलब कि जो कोई मित्र हुंदा गा, मित्र होवे तां ओह कदे इदां नहीं कि उसनूं हमेशा उसदी चंगी चंगी गल करे, उस दे लई चंगा चंगा ही सोचे। लेकिन कई बार मित्र होने के नाते दूजे मित्र नूं घूरना पैंदा गा, दूजे मित्र नूं तारना पैंदा गा, दूजे मित्र नूं झिड़कना पैंदा गा। क्यों? क्योंकि तूं गलत कर रहा गा। और प्रभु यीशु मसीह ने सानूं की कहा गा, तुसीं मेरे मित्र हो। पहलां की कहा प्रभु यीशु मसीह ने कि मैं तुहाडा मित्र हां, मैं तुहाडे लई जान दे के दिखाउणा तुहानूं। फिर तुसीं की हो? तुसीं मेरे मित्र हो। सारे बोलो हालेलुया, हालेलुया। यीशु मसीह साडा की है? सारे बोलो यीशु मसीह साडा की है? ते असीं की हां? यीशु मसीह दे मित्र। असीं सारे की हां मिल के यीशु मसीह दे की हां? मित्र। आपां विच आपस विच की हां? असीं आपस विच दुश्मन आ? जे यीशु मसीह साडा मित्र आ, असीं यीशु मसीह दे मित्र हां, ते फिर असीं आपस विच भी की हो गए? मित्र हो गए। और गल बहुत ध्यान नाल सुनियो, क्योंकि साडे परमेश्वर सानूं कुछ सिखाना चाहुंदे ने। और देखो, अगर असीं मसीह दे मित्र बनदे हां, प्रभु यीशु मसीह साडा मित्र है, असीं सारे मिल के की हां? एक दूजे दे मित्र हो जाने। और जो मित्र हो जाने तो प्रभु यीशु मसीह इस गल दे विच की करदे ने? आनंद करदे ने, क्योंकि प्रभु यीशु मसीह किसी के द्वारा भी साडे नाल गलबात करदे ने। हुण देखो, प्रभु यीशु मसीह यही चाहुंदे ने कि हर इंसान की है वो बचाया जाए। इजराइल परजा के उपर एक राजा सीगा दाऊद। दाऊद परमेश्वर का बहुत सोहना दास रहा, बहुत वधिया राजा रहा। और दाऊद ऐसा सेवक सीगा कि उसने कदे लड़ाई कोई भी हरिया नहीं। लेकिन जब वो राज करता सीगा तो एक बार की होया, उसने एक गड़बड़ी की, उसने एक गलती कर ली। और गलती की कर ली कि उसके जो लोग सीगे वो तो लड़ाई लई बाहर गए सीगे, लेकिन जो राजा सीगा वो घरे छत के उपर टहल रहा सीगा। जदों उसने एक औरत नूं देखा तो उसके मन के कोई बुरा विचार आया और उसने उस नाल एक गलत रिश्ता बनाया। और उस तो बाद ये गल परमेश्वर ने देखी। लेकिन उस तो बाद की सोचा उसने कि मैं इसनूं अपनी पत्नी बना लैना गा। तो उसने की किया, उस औरत के पति नूं युद्ध विच मरवा दिता। तो मैं वचन पढ़ावांगा नहीं, अपने कई बार सुनियागा, कई बार पढ़ियागा। लेकिन जदों ये गल की कि जो वो औरत सी उसके पति नूं उसने मरवाया, तो उस तो बाद की होया, परमेश्वर का क्रोध भड़किया। और क्रोध भड़किया और उसने अपने दास नूं भेजिया। दास कौन सीगा उहदा? नथान नूं भेजिया। और नथान आया उहदे कोल, राजे दे कोल, राजे दे सामने खड़ा हो गया। और राजे ने एक उसने कहानी बना के सुनाई, कहानी बना के दसी कि इस तरह सीगा, एक इंसान सीगा, बहुत ही गरीब सीगा, कंगाल सीगा, उहदे कोल कोई कलेली सीगी। लेकिन एक इंसान बहुत अमीर सीगा, उहदे कोल तां बहुत कुछ सीगा, बहुत कुछ सीगा, बहुत माल पशु सीगा, बहुत रुपया पैसा सीगा। लेकिन एक बार की होया कि जिहड़ा रुपए पैसे वाला इंसान सीगा उहदे घर दे विच एक कोई मिलन वास्ते आया। तो उस इंसान ने की सोचा कि मैं इसकी खातरदारी करनी है। लेकिन उसने अपने सारे माल पशु नूं छड्ड के उस गरीब के कोलों वो लेली ले ली। और लेली ले ली उसने वढ लिया उसनूं। जद कि वो इंसान की सीगा, वो लेली नूं बहुत प्यार करता सीगा।
ਉਸ ਦੇ ਨਾਲ ਰਹਿੰਦਾ ਸੀਗਾ, ਉਸ ਦੇ ਨਾਲ ਖਾਂਦਾ ਸੀਗਾ, ਸਭ ਕੁਝ ਉਹਦੇ ਨਾਲ ਕਰਦਾ ਸੀਗਾ। ਜਦ ਰਾਜੇ ਨੇ ਇਹ ਗੱਲ ਸੁਣੀ ਤਾਂ ਰਾਜੇ ਦਾ ਜੋ ਕ੍ਰੋਧ ਸੀਗਾ ਉਹ ਬਹੁਤ ਜਾਗਿਆ। ਔਰ ਰਾਜੇ ਨੇ ਕੀ ਕਿਹਾ ਆਪਾਂ ਬਾਈਬਲ ਦੇ ਵਿੱਚ ਪੜਾਂਗੇ। ਦੂਜਾ ਸੈਮੂਅਲ ਉਹਦਾ 12 ਅਧਿਆਇ ਉਹਦਾ 5 ਵਚਨ ਪੜੋ। ਤਦ ਉਸ ਮਨੁੱਖ ਉੱਤੇ ਦਾਊਦ ਦਾ ਕ੍ਰੋਧ ਜਾਗਿਆ ਅਤੇ ਉਸਨੇ ਨਾਥਾਨ ਨੂੰ ਆਖਿਆ, ਜਿਉਂਦੇ ਯਹੋਵਾ ਦੀ ਸਹੁੰ, ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵੱਢਣ ਜੋਗਾ ਹੈ। ਦੇਖੋ ਉਸਨੇ ਕੀ ਕਿਹਾ ਵੀ ਉਹ ਇਨਸਾਨ ਤਾਂ ਮਾਰੇ ਜਾਣ ਦੇ ਯੋਗ ਹੈ ਜਿਸ ਨੇ ਇਹ ਕੰਮ ਕੀਤਾਗਾ। ਔਰ ਨਥਾਨ ਨਬੀ ਨੇ ਕੀ ਕਿਹਾ ਕਿ ਰਾਜਾ ਉਹ ਇਨਸਾਨ ਤੂੰ ਹੀ ਹੈ। ਹੁਣ ਦੇਖੋ ਐਡਾ ਵੱਡਾ ਰਾਜਾ, ਮਤਲਬ ਐਡਾ ਵੱਡਾ ਰਾਜਾ, ਐਡੀ ਵੱਡੀ ਉੱਚੀ ਪਦਵੀ, ਤੇ ਜਦ ਉਸਨੂੰ ਉਸ ਪਰਮੇਸ਼ਰ ਦੇ ਦਾਸ ਨੇ ਆ ਕੇ ਝਿੜਕਿਆ, ਉਸ ਪਰਮੇਸ਼ਰ ਦੇ ਦਾਸ ਨੇ ਆ ਕੇ ਉਸਨੂੰ ਤਾੜਿਆ, ਤਾਂ ਉਸ ਰਾਜੇ ਨੇ ਇਹ ਕੰਮ ਨਹੀਂ ਕੀਤਾ ਕਿ ਉਸ ਦਾ ਬੁਰਾ ਮੰਨਿਆ, ਲੇਕਿਨ ਉਸਨੇ ਕੀ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਪਾਪ ਹੋ ਗਿਆ, ਹੁਣ ਮੈਂ ਕੀ ਕਰਾਂ। ਤਾਂ ਉਸਦੇ ਪਰਮੇਸ਼ਰ ਦੇ ਦਾਸ ਨੇ ਕਿਹਾ ਵੀ ਤੇਰੇ ਉੱਪਰ ਸਜ਼ਾ ਆਊਗੀ, ਲੇਕਿਨ ਤੂੰ ਸਜ਼ਾ ਵਿੱਚ ਬਣਿਆ ਰਹੀਂ। ਉਸ ਤੋਂ ਬਾਅਦ ਚਲੋ ਜੋ ਵੀ ਸੀ ਦਾਊਦ ਦੇ ਨਾਲ ਹੋਇਆ। ਆਪਾਂ ਗੱਲ ਕਰੀਏ, ਐਡਾ ਵੱਡਾ ਰਾਜਾ ਸੀਗਾ, ਉਹ ਤਾਂ ਕੁਝ ਵੀ ਕਰ ਸਕਦਾ ਸੀਗਾ। ਉਹ ਤਾਂ ਉਸ ਪਰਮੇਸ਼ਰ ਦੇ ਦਾਸ ਨੂੰ ਫੜ ਕੇ ਜੇਲ੍ਹ ਵਿੱਚ ਪਾ ਸਕਦਾ ਸੀਗਾ, ਲੇਕਿਨ ਨਹੀਂ, ਉਸਨੇ ਦੇਖਿਆ ਨਹੀਂ ਮੇਰੀ ਗਲਤੀ ਹੈ, ਮੇਰਾ ਪਾਪ ਹੈ। ਔਰ ਪਰਮੇਸ਼ਵਰ ਕੀ ਹੈ, ਉਹ ਤਾਂ ਮੈਨੂੰ ਤਾੜਦਾ ਹੈਗਾ। ਪਰਮੇਸ਼ਵਰ ਕੀ ਹੈ, ਉਹ ਤਾਂ ਮੈਨੂੰ ਝਿੜਕਦਾ ਹੈਗਾ, ਲੇਕਿਨ ਕਿਹਦੇ ਦੁਆਰਾ ਝਿੜਕਦਾ ਹੈਗਾ? ਆਪਣੇ ਦਾਸ ਲੋਕਾਂ ਦੇ ਦੁਆਰਾ। ਕਈ ਲੋਕ ਸੋਚਦੇ ਨੇ ਕਿ ਪਰਮੇਸ਼ਵਰ ਨੇ ਗੱਲ ਕਰਨੀ ਹੈ ਸਿੱਧੀ ਮੇਰੇ ਨਾਲ ਗੱਲ ਕਰੇ, ਪਰਮੇਸ਼ਵਰ ਨੇ ਅਗਰ ਘੂਰਨਾ ਗਾ ਸਿੱਧਾ ਮੈਨੂੰ ਘੂਰੇ, ਪਰਮੇਸ਼ਵਰ ਨੇ ਝਿੜਕਣਾ ਗਾ ਉਹਦਾ ਮੈਨੂੰ ਸਿੱਧਾ ਝਿੜਕੇ, ਲੇਕਿਨ ਪਰਮੇਸ਼ਵਰ ਇਸ ਤਰ੍ਹਾਂ ਕਦੇ ਵੀ ਨਹੀਂ ਕਰਦੇ। ਪਰਮੇਸ਼ਵਰ ਨੇ ਕਿਹਾ ਤੁਸੀਂ ਮੇਰੇ ਮਿੱਤਰ ਹੋ। ਅਗਰ ਮੈਂ ਤੁਹਾਨੂੰ ਘੂਰਦਾ ਸੀਗਾ, ਅਗਰ ਮੈਂ ਤੁਹਾਨੂੰ ਝਿੜਕਦਾ ਸੀਗਾ, ਤੇ ਤੁਸੀਂ ਮੇਰੇ ਮਿੱਤਰ ਹੋ, ਤੇ ਤੁਸੀਂ ਕੀ ਕਰੋ, ਤੁਸੀਂ ਵੀ ਤਾਂ ਇਸ ਕੰਮ ਕਰ ਸਕਦੇ ਹੋ। ਔਰ ਹਰ ਇਨਸਾਨ ਕਿਸੇ ਨੂੰ ਘੂਰ ਨਹੀਂ ਸਕਦਾ, ਉਹਦੇ ਲਈ ਪਰਮੇਸ਼ਵਰ ਠਹਿਰਾ ਦਿੰਦੇ ਨੇ। ਉਸ ਦੇ ਲਈ ਪਰਮੇਸ਼ਵਰ ਕੀ ਹੈ, ਉਸ ਨੂੰ ਕੁਝ ਵਚਨ ਦਿੰਦੇ ਨੇ, ਕੁਝ ਐਸੀ ਗੱਲ ਇਨਸਾਨ ਦੇ ਜੀਵਨ ਦੇ ਵਿੱਚ ਲੈ ਕੇ ਆਉਂਦੇ ਨੇ ਕਿ ਜਾ ਉਸ ਇਨਸਾਨ ਨੂੰ ਕਹਦੇ ਜਾ ਕੇ, ਲੇਕਿਨ ਕੀ ਹੁੰਦਾ ਗਾ, ਇਨਸਾਨ ਉਹ ਗੜਬੜੀ ਕਰ ਜਾਂਦਾ ਗਾ। ਔਰ ਇੱਕ ਵਾਰ ਕੀ ਹੋਇਆ, ਇੱਕ ਰਾਜਾ ਸੀਗਾ, ਦੂਜਾ ਇਤਿਹਾਸ ਉਹਦਾ 16 ਵਚਨ। ਇੱਥੇ ਇੱਕ ਰਾਜਾ ਹੋਇਆ, ਆਸ਼ਾ ਨਾਮ ਦਾ ਰਾਜਾ। ਆਸ਼ਾ ਨਾਮ ਦਾ ਰਾਜਾ, ਇਸ ਦੇ ਉੱਪਰ ਕਿਸੇ ਹੋਰ ਰਾਜੇ ਨੇ ਚੜ੍ਹਾਈ ਕੀਤੀ, ਔਰ ਇਸ ਨੇ ਦੇਖਿਆ ਕਿ ਉਹ ਰਾਜਾ ਮੇਰੇ ਉੱਪਰ ਚੜ੍ਹਾਈ ਕਰ ਰਿਹਾ ਹੈਗਾ। ਹਾਲੇਲੂਇਆ। ਦੇਖੋ ਮਿਸ ਨਾ ਕਰਿਓ ਵਚਨ ਨੂੰ, ਠੀਕ ਹੈ, ਤੇ ਇਹ ਨਾ ਸੋਚੋ ਵੀ ਰਾਜੇ ਦੀ ਗੱਲ ਚੱਲ ਰਹੀ ਹੈ, ਲੇਕਿਨ ਗੱਲ ਨੂੰ ਧਿਆਨ ਨਾਲ ਸੁਣਿਓ। ਇਸ ਰਾਜੇ ਨੇ ਸੋਚਿਆ, ਆਸ਼ਾ ਰਾਜਾ ਨੇ, ਕਿ ਮੇਰੇ ਉੱਪਰ ਕਿਸੇ ਦੂਜੇ ਰਾਜੇ ਨੇ ਚੜ੍ਹਾਈ ਕੀਤੀ, ਤਾਂ ਇਸ ਰਾਜੇ ਨੇ ਤੀਜੇ ਰਾਜੇ ਕੋਲ ਚਲਾ ਗਿਆ। ਔਰ ਗਿਆ ਕਿਵੇਂ, ਜੋ ਇਸ ਦੇ ਕੋਲ ਪਰਮੇਸ਼ਰ ਦਾ ਮਤਲਬ ਭਵਨ ਸੀਗਾ, ਉਹਦੇ ਵਿੱਚ ਜੋ ਸੋਨਾ ਚਾਂਦੀ ਪਿਆ ਸੀਗਾ, ਉਹਦੇ ਵਿੱਚ ਜੋ ਸਮਾਨ ਪਿਆ ਸੀਗਾ, ਉਹ ਚੱਕ ਕੇ ਦੂਜੇ ਰਾਜੇ ਨੂੰ ਭੇਜਿਆ ਵੀ ਜਾ ਉਹਨੂੰ ਜਾ ਕੇ ਕਹਿ ਦੇ ਕਿ ਉਹ ਵਾਪਸ ਚਲਾ ਜਾਏ, ਮਤਲਬ ਮੇਰੇ ਨਾਲ ਯੁੱਧ ਨਾ ਕਰੇ। ਤਾਂ ਉਹ ਰਾਜਾ ਉਸ ਨਾਲ ਕੀ ਹੋ ਗਿਆ, ਸਹਿਮਤ ਹੋ ਗਿਆ। ਔਰ ਸਹਿਮਤ ਹੋ ਗਿਆ ਜਦ ਇਹ ਗੱਲ ਪਰਮੇਸ਼ਵਰ ਨੇ ਦੇਖੀ, ਔਰ ਪਰਮੇਸ਼ਵਰ ਨੇ ਆਪਣੇ ਦਾਸ ਨੂੰ ਭੇਜਿਆ। ਆਪਾਂ ਪੜਾਂਗੇ ਦੂਜਾ ਇਤਿਹਾਸ ਉਹਦਾ 16 ਵਚਨ, ਉਹਦਾ 7 ਵਚਨ ਪੜੋ। ਉਸ ਵੇਲੇ ਹਨਾਨੀ ਗੈਬਦਾਨ ਯਹੂਦਾ ਦੇ ਪਾਸ਼ਾ ਆਸਾ ਦੇ ਕੋਲ ਆ ਕੇ ਆਖਣ ਲੱਗਾ, ਜੇ ਆਰਾਮ ਦੇ ਪਾਸ਼ਾ ਤੇ ਭਰੋਸਾ ਕੀਤਾ ਹੈ। ਦੇਖੋ ਇਸ ਨੇ ਕੀ ਕਰਿਆ, ਕਿਸੇ ਹੋਰ ਇਨਸਾਨ ਦੇ ਉੱਪਰ, ਕਿਸੇ ਹੋਰ ਰਾਜੇ ਦੇ ਉੱਪਰ ਕੀ ਕੀਤਾ, ਭਰੋਸਾ ਕੀਤਾ। ਹੁਣ ਉਸ ਨੂੰ ਖੁਦ ਨਹੀਂ ਪਤਾ ਚੱਲਿਆ ਰਾਜੇ ਨੂੰ ਕਿ ਮੈਂ ਗੜਬੜੀ ਕਰ ਰਿਹਾ ਗਾ, ਲੇਕਿਨ ਪਰਮੇਸ਼ਵਰ ਨੇ ਦੇਖਿਆ। ਔਰ ਪਰਮੇਸ਼ਵਰ ਨੇ ਕੀ ਹੈ, ਆਪਣੇ ਕਿਸੇ ਦਾਸ ਨੂੰ, ਆਪਣੇ ਕਿਸੇ ਨਬੀ ਨੂੰ ਉਸਦੇ ਕੋਲ ਭੇਜਿਆ। ਔਰ ਉਸ ਨਬੀ ਨੇ, ਉਸ ਦਾਸ ਨੇ ਕੀ ਕਿਹਾ ਕਿ ਤੈਂ ਆਰਾਮ ਦੇ ਰਾਜੇ ਉੱਪਰ ਕੀ ਕੀਤਾਗਾ, ਭਰੋਸਾ ਕੀਤਾਗਾ। ਫਿਰ ਅਤੇ ਯਹੋਵਾ ਆਪਣੇ ਪਰਮੇਸ਼ਵਰ ਉੱਤੇ ਭਰੋਸਾ ਨਹੀਂ ਰੱਖਿਆ, ਇਸ ਕਾਰਨ ਆਰਾਮ ਦੇ ਪਾਸ਼ਾ ਦੀ ਸੈਨਾ। ਹਾਂ ਦੇਖੋ ਤੈਂ ਕੀ ਕੀਤਾਗਾ, ਜਿਹੜਾ ਭਰੋਸਾ ਸੀਗਾ, ਜਿਹੜਾ ਵਿਸ਼ਵਾਸ ਸੀਗਾ, ਤੈਂ ਕਿਸੇ ਇਨਸਾਨ ਦੇ ਉੱਪਰ ਕਰਿਆਗਾ, ਤੈਂ ਪਰਮੇਸ਼ਵਰ ਦੇ ਉੱਪਰ ਭਰੋਸਾ ਨਹੀਂ ਕਰਿਆ। ਹੁਣ ਦੇਖੋ ਇਹ ਗੱਲ ਇੱਕ ਫਿਰ ਆਮ ਇਨਸਾਨ ਪਰਮੇਸ਼ਵਰ ਦਾ ਦਾਸ ਕਿਹਨੂੰ ਬੋਲ ਰਿਹਾ ਗਾ, ਕਿ ਜਾ ਕੇ ਰਾਜੇ ਨੂੰ ਬੋਲ ਰਿਹਾ ਗਾ। ਔਰ ਰਾਜਾ ਸੀਗਾ, ਹੁਣ ਰਾਜਾ ਨੇ ਕੀ ਕਰਿਆ, ਜਾ ਕੇ ਜਦੋਂ ਇਹ ਗੱਲ ਉਸਨੇ ਸੁਣੀ ਤਾਂ ਉਸਨੂੰ ਪੜਾਂਗੇ ਆਪਾਂ 10 ਵਚਨ। ਤਦ ਆਸਾ ਨੇ ਉਸ ਗੈਬਦਾਨ ਤੋਂ ਨਾਰਾਜ਼ ਹੋ ਕੇ ਉਸ ਨੂੰ ਕੈਦਖਾਨੇ ਵਿੱਚ ਪਾ ਦਿੱਤਾ। ਸਾਰੇ ਬੋਲੋ ਹਾਲੇਲੂਇਆ। ਹੁਣ ਦੇਖੋ ਗਲਤੀ ਤਾਂ ਇਸ ਇਨਸਾਨ ਨੇ ਕਰੀ ਸੀਗੀ, ਇਸ ਰਾਜੇ ਨੇ ਕੀ ਕਰਿਆ ਸੀਗਾ, ਗਲਤੀ ਕਰੀ ਸੀ ਆਸ਼ਾ ਰਾਜਾ ਨੇ।
ਗਲਤੀ ਕਰਨ ਤੋਂ ਬਾਅਦ ਜਦ ਪਰਮੇਸ਼ਵਰ ਨੇ ਆਪਣੇ ਦਾਸ ਨੂੰ ਭੇਜਿਆ ਉਸ ਦੀ ਤਾੜਨਾ ਕਰੇ, ਉਸ ਨੂੰ ਝਿੜਕੇ, ਉਸ ਨੂੰ ਘੂਰ ਦੇਵੇ, ਤਾਂ ਇਸ ਨੇ ਪਰਮੇਸ਼ਵਰ ਦਾ ਸਾਹਮਣਾ ਕੀਤਾ। ਹੁਣ ਦੇਖੋ ਪਰਮੇਸ਼ਵਰ ਦਾ ਸਾਹਮਣਾ ਕੀਤਾ ਤਾਂ ਉਸੇ ਇਨਸਾਨ ਨੂੰ ਕੀ ਕਰਿਆ, ਇਸ ਨੇ ਪਕੜ ਲਿਆ। ਫਿਰ ਪੜੋ ਜੀ 10 ਨੂੰ। ਤਦ ਆਸਾ ਨੇ ਉਸ ਗੈਬਜ਼ਾਨ ਤੋਂ ਨਾਰਾਜ਼ ਹੋ ਕੇ ਉਸ ਨੂੰ ਕੈਦਖਾਨੇ ਵਿੱਚ ਪਾ ਦਿੱਤਾ। ਹਾਂ, ਉਸ ਤੋਂ ਨਾਰਾਜ਼ ਹੋ ਗਿਆ, ਉਸ ਤੋਂ ਦੁਖੀ ਹੋ ਗਿਆ, ਔਰ ਕੀ ਕਰਿਆ, ਉਹਨੂੰ ਕੈਦਖਾਨੇ ਵਿੱਚ ਪਾ ਦਿੱਤਾ। ਹਾਂ, ਕਿਉਂ ਜੋ ਉਹ ਉਸ ਦੀ ਗੱਲ ਦੇ ਕਾਰਨ ਬਹੁਤ ਹਰਖ ਵਿੱਚ ਆ ਗਿਆ ਅਤੇ ਆਸਾ ਨੇ ਉਸ ਸਮੇਂ ਲੋਕਾਂ ਵਿੱਚੋਂ ਕਈਆਂ ਹੋਰਨਾਂ ਉੱਤੇ ਵੀ ਜ਼ੁਲਮ ਕੀਤਾ। ਉਹਦੀ ਗੱਲ ਸੁਣ ਕੇ ਬਹੁਤ ਹਰਖ ਵਿੱਚ ਆ ਗਿਆ। ਹਰਖ ਮਤਲਬ ਕੀ ਹੈ? ਗੁੱਸੇ ਵਿੱਚ ਆ ਗਿਆ, ਬਹੁਤ ਹੀ ਗੁੱਸੇ ਵਿੱਚ ਆ ਗਿਆ। ਫੜ ਲਓ ਇਹਨੂੰ, ਇਹਨੂੰ ਜੇਲ੍ਹ ਵਿੱਚ ਪਾ ਦਿਓ। ਤੇ ਹੋਰ ਲੋਕਾਂ ਉੱਪਰ ਜ਼ੁਲਮ ਕੀਤਾ ਉਹਨੇ। ਦੇਖੋ ਗਲਤੀ ਤਾਂ ਹੈਗੀ ਸੀ ਉਹਦੀ, ਲੇਕਿਨ ਆਪਣੀ ਗਲਤੀ ਨੂੰ ਉਸਨੇ ਮੰਨਿਆ ਨਹੀਂ। ਜਦ ਗਲਤੀ ਨੂੰ ਮੰਨਿਆ ਨਹੀਂ ਤਾਂ ਰੱਬ ਦੇ ਦਾਸ ਨੂੰ ਕੀ ਕਰਿਆ, ਉਹਨੇ ਚੁੱਕ ਕੇ ਜੇਲ੍ਹ ਵਿੱਚ ਪਾ ਦਿੱਤਾ। ਉਸ ਤੋਂ ਬਾਅਦ ਦੇਖਿਓ ਉਸ ਰਾਜੇ ਦਾ ਕੀ ਹਾਲ ਹੋਇਆ। ਉਹ ਬਿਮਾਰੀ ਵਿੱਚ ਚਲਾ ਗਿਆ ਔਰ ਉਹ ਨਾਸ ਹੋ ਗਿਆ। ਦੇਖੋ ਕਿ ਇਹ ਰਾਜਾ ਸੀਗਾ, ਇੱਕ ਰਾਜਾ ਸੀਗਾ ਦਾਊਦ ਰਾਜਾ, ਕਿ ਜਦ ਉਸਨੂੰ ਪਤਾ ਲੱਗਿਆ ਕਿ ਮੈਂ ਗਲਤੀ ਕਰੀ ਹੈ, ਜਦ ਉਸਨੂੰ ਪਤਾ ਲੱਗਿਆ ਕਿ ਮੈਂ ਪਾਪ ਕੀਤਾ ਹੈਗਾ, ਮੇਰੇ ਤੋਂ ਅਪਰਾਧ ਹੋਇਆਗਾ, ਤਾਂ ਉਸਨੇ ਆਪਣੇ ਰਾਜਾ ਨੇ ਪਲ ਨਹੀਂ ਦੇਖਿਆ ਕਿ ਮੈਂ ਵੱਡਾਂਗਾ, ਮੈਂ ਤਾਂ ਬਹੁਤ ਵੱਡਾਂਗਾ। ਅੱਜ ਤੱਕ ਮੈਂ ਜਿੰਨੀਆਂ ਲੜਾਈਆਂ ਲੜੀਆਂ ਨੇ ਮੈਂ ਕਦੇ ਲੜਾਈ ਹਾਰਿਆ ਹੀ ਨਹੀਂ। ਉਸਨੇ ਇਹ ਨਹੀਂ ਸੋਚਿਆ, ਲੇਕਿਨ ਉਸਨੇ ਕੀ ਹੈ, ਆਪਣੇ ਆਪ ਨੂੰ ਨੀਵਾਂ ਕੀਤਾ। ਪਰਮੇਸ਼ਵਰ ਦਾ ਦਾਸ ਆਇਆ ਮੇਰੇ ਲਵੇ, ਮੈਂ ਆਪਣੀ ਗਲਤੀ ਨੂੰ ਮੰਨਦਾਗਾ। ਪਰਮੇਸ਼ਵਰ ਦਾ ਸੇਵਕ ਆਇਆ ਮੇਰੇ ਲਵੇ, ਮੈਂ ਆਪਣੀ ਗਲਤੀ ਨੂੰ ਮੰਨਦਾਗਾ। ਲੇਕਿਨ ਦੇਖੋ ਉਸਨੇ ਗਲਤੀ ਨੂੰ ਮੰਨ ਲਿਆ। ਆਸਾ ਰਾਜਾ ਦੀ ਗੱਲ ਕਰੋ, ਜਦ ਉੱਥੇ ਵੀ ਪਰਮੇਸ਼ਵਰ ਦਾ ਦਾਸ ਹੀ ਆਇਆ ਤਾਂ ਆਸਾ ਰਾਜਾ ਨੇ ਕੀ ਕਰਿਆ, ਉਸਨੇ ਉਸਨੂੰ ਫੜ ਕੇ ਜੇਲ੍ਹ ਵਿੱਚ ਪਾ ਦਿੱਤਾ। ਔਰ ਜੇਲ੍ਹ ਵਿੱਚ ਪਾਇਆ ਤਾਂ ਉੱਥੇ ਉਹਦੇ ਉੱਪਰ ਬਹੁਤ ਗੁੱਸਾ ਕੀਤਾ। ਦੇਖੋ ਪਰਮੇਸ਼ਵਰ ਜਦ ਝਿੜਕਦੇ ਨੇ, ਉਹ ਝਿੜਕ ਕੀ ਹੁੰਦੀ ਹੈ ਕਿ ਇਹਨੂੰ ਚੰਗੀ ਲੱਗਦੀ ਹੈ। ਔਰ ਜਿਹਨਾਂ ਨੂੰ ਚੰਗੀ ਲੱਗਦੀ ਹੈ ਉਹਦੇ ਵਿੱਚ ਕੀ ਹੁੰਦਾ ਗਾ, ਇਨਸਾਨ ਦਾ ਬਚਾਅ ਹੁੰਦਾ ਗਾ। ਲੇਕਿਨ ਕਈ ਲੋਕ ਉਸਤਾਦਨਾ ਤੋਂ ਜਦ ਸੁਣਦੇ ਨੇ ਉਸ ਤੋਂ ਬਾਅਦ ਉਹ ਕੀ ਹੈ, ਗੱਲ ਨੂੰ ਮੰਨਦੇ ਨਹੀਂ, ਤਾਂ ਫਿਰ ਕੀ ਹੈ, ਉਸ ਇਨਸਾਨ ਦਾ ਨੁਕਸਾਨ ਹੋ ਜਾਂਦਾ ਗਾ। ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਇੱਕ ਰਾਜਾ ਸੀ ਜੋ ਇਜ਼ਰਾਈਲ ਦੇ ਉੱਪਰ ਰਾਜ ਕਰਦਾ ਸੀਗਾ। ਉਹਦੇ ਕੋਲ ਯਹੋਸ਼ਾਫਾਟ ਦਾ ਨਾਮ ਦਾ ਇਨਸਾਨ ਚਲਾ ਗਿਆ, ਤਾਂ ਮਿਲਣ ਦੇ ਲਈ ਗਿਆ। ਤਾਂ ਉਸ ਰਾਜੇ ਨੇ ਕੀ ਕਿਹਾ ਵੀ ਤੂੰ ਮੇਰੇ ਨਾਲ ਚੱਲ, ਆਪਾਂ ਲੜਾਈ ਕਰਨੀ ਹੈ। ਤਾਂ ਉਸ ਯਹੋਸ਼ਾਫਾਟ ਨੇ ਕੀ ਕਿਹਾ, ਕੋਈ ਗੱਲ ਨਹੀਂ ਮੈਂ ਤੇਰੇ ਨਾਲ ਚੱਲਾਂਗਾ, ਲੇਕਿਨ ਕੀ ਕਰ, ਪਹਿਲਾਂ ਪਰਮੇਸ਼ਵਰ ਨੂੰ ਪੁੱਛਦੇ ਹਾਂ ਕਿ ਅਸੀਂ ਲੜਾਈ ਲਈ ਉੱਥੇ ਜਾਈਏ ਜਾਂ ਨਾ ਜਾਈਏ। ਤਾਂ ਜੋ ਉਹ ਇਨਸਾਨ ਸੀਗਾ ਇਜ਼ਰਾਈਲ ਦਾ ਰਾਜਾ ਅਹਾਬ, ਤਾਂ ਉਸਨੇ ਕੀ ਕਿਹਾ, ਕੋਈ ਗੱਲ ਨਹੀਂ, ਮੇਰੇ ਲਈ ਲੋਕ ਹੈਗੇ ਜੋ ਪਰਮੇਸ਼ਵਰ ਦੇ ਨਾਮ ਦੇ ਉੱਪਰ ਬੋਲਦੇ ਨੇ, ਪਰਮੇਸ਼ਵਰ ਦੇ ਨਾਮ ਦੇ ਉੱਪਰ ਬੋਲਦੇ ਨੇ, ਮੈਂ ਉਹਨਾਂ ਨੂੰ ਬੁਲਾਉਣਾਗਾ। ਤਾਂ ਉਸਨੇ ਕੀ ਕਰਿਆ, ਆਪਾਂ ਵਚਨ ਦੇ ਵਿੱਚ ਦੇਖਾਂਗੇ। ਪਹਿਲਾ ਰਾਜਾ ਉਹਦਾ 22 ਅਧਿਆਇ, ਉਹਦਾ 6 ਵਚਨ ਪੜੋ। ਤਾਂ ਇਸਰਾਇਲ ਦੇ ਪਾਤਸ਼ਾਹ ਨੇ ਨਬੀਆਂ ਨੂੰ ਜੋ 400 ਮਨੁੱਖ ਸਨ ਇਕੱਠਾ ਕੀਤਾ ਅਤੇ ਉਹਨਾਂ ਨੂੰ ਆਖਿਆ ਕਿ ਮੈਂ ਰਮੋਤ ਗਲਿਆਦ ਦੇ ਵਿਰੁੱਧ ਲੜਾਈ ਲਈ ਚੜ੍ਹਾਈ ਕਰਾਂ ਜਾਂ ਜਾਣ ਦਿਆਂ। ਉਹਨਾਂ ਆਖਿਆ ਚੜ੍ਹ ਜਾਓ, ਕਿਉਂ ਜੋ ਯਹੋਵਾ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ। ਹਾਂ ਦੇਖੋ, ਜਿਹਨੂੰ ਯਹੋਸ਼ਾਫਾਟ ਸੀਗਾ ਉਹ ਤਾਂ ਇਜ਼ਰਾਈਲ ਦਾ ਜੋ ਰਾਜਾ ਸੀਗਾ ਅਹਾਬ, ਉਹਨੂੰ ਮਿਲਣ ਦੇ ਲਈ ਆਇਆ ਸੀਗਾ, ਮਤਲਬ ਉਹਦਾ ਮਿੱਤਰ ਸੀਗਾ। ਔਰ ਉਸਨੇ ਉਹਦੇ ਨਾਲ ਸਲਾਹ ਕਰੀ ਵੀ ਆਪਾਂ ਲੜਾਈ ਲਈ ਚੱਲਦੇ ਹਾਂ। ਤਾਂ ਯਹੋਸ਼ਾਫਾਟ ਨੇ ਕਿਹਾ ਠੀਕ ਹੈ, ਮੈਂ ਤੈਨੂੰ ਕੋਈ ਸਲਾਹ ਦਿੰਦਾਗਾ ਵੀ ਜਿਹੜੇ ਤੇਰੇ ਇੱਥੇ ਲੋਕ ਨੇ, ਜਿਹੜੇ ਨਬੀ ਲੋਕ ਨੇ, ਉਹਨਾਂ ਨੂੰ ਕੀ ਕਰ ਤੂੰ, ਉਹਨਾਂ ਨੂੰ ਬੁਲਾ ਲੈ, ਪੁੱਛ ਲੈ ਕਿ ਲੜਾਈ ਲਈ ਜਾਈਏ ਜਾਂ ਨਾ ਜਾਈਏ। ਹੁਣ ਦੇਖੋ 400 ਲੋਕ ਇਕੱਠੇ ਹੋ ਗਏ, ਔਰ 400 ਲੋਕ ਉੱਥੇ ਇਕੱਠੇ ਹੋ ਗਏ। ਤਾਂ ਉਹਨਾਂ ਨੇ ਕੀ ਕਿਹਾ, ਰਾਜਾ ਤੂੰ ਜਾ, ਤੂੰ ਜਿੱਤ ਕੇ ਆਏਗਾ, ਤੂੰ ਜਿੱਤ ਕੇ ਹੀ ਆਏਗਾ, ਔਰ ਪਰਮੇਸ਼ਵਰ ਕੀ ਹੈ ਤੇਰੇ ਹੱਥ ਵਿੱਚ ਉਹਨਾਂ ਲੋਕਾਂ ਨੂੰ ਦੇ ਹੀ ਦੇਵੇਗਾ। ਹੁਣ ਜੋ ਯਹੋਸ਼ਾਫਾਟ ਸੀਗਾ ਉਸਨੇ ਦੇਖਿਆ ਯਾਰ ਮੈਨੂੰ ਗੱਲ ਜਚੀ ਨਹੀਂ ਹੈ, ਗੱਲ ਮੈਨੂੰ ਗੱਲ ਇਹ ਸਹੀ ਨਹੀਂ ਲੱਗੀ। ਤਾਂ ਉਸਨੇ ਫਿਰ ਕਿਹਾ ਉਸ ਨੂੰ, ਆਪਾਂ ਪੜ੍ਹਾਂਗੇ ਬਚਨ ਦੇ ਵਿੱਚ ਆਪਣੇ 7 ਔਰ 8। ਤਾਂ ਯਹੋਸ਼ਾਫਾਟ ਨੇ ਆਖਿਆ, ਇਹਨਾਂ ਤੋਂ ਵਾਰਾ ਯਹੋਵਾ ਦਾ ਕੋਈ ਹੋਰ ਨਬੀ ਵੀ ਹੈ ਤਾਂ ਜੋ ਅਸੀਂ ਉਸ ਦੇ ਕੋਲੋਂ ਵੀ ਪੁੱਛੀਏ। ਹਾਂ ਦੇਖੋ ਕਹਿੰਦਾ ਗਾ ਵੀ ਕੋਈ ਹੋਰ ਬੰਦਾ ਹੈਗਾ ਇੱਥੇ ਕਿ ਜਿਹੜਾ ਯਹੋਵਾ ਦੇ ਨਾਮ ਦੇ ਉੱਪਰ ਬੋਲਦਾ ਹੋਵੇ, ਕੋਈ ਯਹੋਵਾ ਦਾ ਨਬੀ ਹੋਵੇ ਜਿਹੜਾ ਉਹਦੇ ਨਾਮ ਦੇ ਉੱਪਰ ਬੋਲਦਾ ਹੋਵੇ। ਤਾਂ ਫਿਰ ਤਾਂ ਇਜ਼ਰਾਈਲ ਦੇ ਪਾਤਸ਼ਾਹ ਨੇ ਹਾਂ ਯਹੋਸ਼ਾਫਾਟ ਨੂੰ ਆਖਿਆ, ਹਾਂ ਉਸ ਪਾਤਸ਼ਾਹ ਨੇ ਕੀ ਕਿਹਾ, ਜੋ ਅਹਾਬ ਰਾਜਾ ਸੀ ਉਹਨੇ ਕੀ ਕਿਹਾ, ਹਾਂ ਯਹੋਸ਼ਾਫਾਟ ਨੂੰ, ਅਜੇ ਇੱਕ ਮਨੁੱਖ ਹੈ। ਦੇਖੋ ਅਜੇ ਇੱਕ ਮਨੁੱਖ ਹੈਗਾ, ਸਾਰੇ ਬੋਲੋ ਹਾਲੇਲੂਇਆ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਅਜੇ ਮਨੁੱਖ ਇੱਕ ਹੈਗਾ, ਹਾਂ ਜਿਹਦੇ ਰਾਹੀਂ ਅਸੀਂ ਯਹੋਵਾ ਤੋਂ ਪੁੱਛੀਏ। ਦੇਖੋ ਜਾਣ ਦਾ ਸਾਰੀ ਗੱਲ ਹੈ
ਕਿ ਜਿਹਦੇ ਰਾਹੀਂ ਅਸੀਂ ਪੁੱਛ ਸਕਦੇ ਹਾਂ ਪਰਮੇਸ਼ਵਰ ਸਾਡੇ ਬਾਰੇ ਕੀ ਸੋਚਦਾਗਾ, ਪਰਮੇਸ਼ਵਰ ਦੀ ਸਾਡੇ ਪ੍ਰਤੀ ਕੀ ਯੋਜਨਾ ਕੀ। ਹਾਂ, ਉਹ ਯਿਮਲਾ ਦਾ ਪੁੱਤਰ ਮਿਕਾਇਆ ਹੈ, ਪਰ ਮੈਨੂੰ ਉਸ ਤੋਂ ਕਿਹੜਾ ਹੈ, ਹਾਂ। ਕਿਉਂ ਜੋ ਉਹ ਮੇਰੇ ਵਿਖੇ ਭਲਾਈ ਦਾ ਨਹੀਂ ਸਗੋਂ ਬੁਰਾਈ ਦਾ ਗਮ ਵਾਜਦਾ ਹੈ। ਦੇਖੋ ਕੀ ਕਹਿੰਦਾਗਾ, ਇੱਕ ਹੈਗਾ ਇੱਕ ਰੱਬ ਦਾ ਦਾਸ ਐਸਾ ਹੈ ਰੇ, ਲੇਕਿਨ ਉਹ ਜ਼ਿਆਦਾ ਵੀ ਬੋਲਦਾਗਾ, ਮੇਰੇ ਲਈ ਕਦੇ ਭਲਾ ਨਹੀਂ ਬੋਲਦਾ। ਮੇਰੇ ਲਈ ਕੀ ਕਰਦਾ ਉਹ ਹਮੇਸ਼ਾ ਉਹ ਗੜਬੜੀ ਵਾਲੀ ਗੱਲਾਂ ਬੋਲਦਾਗਾ। ਮਤਲਬ ਮੈਨੂੰ ਉਸ ਤੋਂ ਕੀ ਹੈ, ਕਿਹੜਾ ਹੁੰਦੀ ਹੈ, ਮੈਨੂੰ ਉਸ ਤੋਂ ਘਿਨ ਹੈ, ਮੈਨੂੰ ਉਸ ਤੋਂ ਕੀ ਹੈ, ਉਸ ਤੋਂ ਨਫ਼ਰਤ ਹੈ, ਕਿਉਂਕਿ ਉਹ ਮੇਰੇ ਲਈ ਕਦੇ ਭਲਾ ਬੋਲਦਾ ਹੀ ਨਹੀਂ ਹੈ, ਮੇਰੇ ਲਈ ਕਦੇ ਉਹ ਚੰਗਾ ਬੋਲਦਾ ਹੀ ਨਹੀਂ ਹੈ। ਲੇਕਿਨ ਜਦੋਂ ਵੀ ਬੋਲਦਾ ਮੇਰੇ ਲਈ ਕੀ ਹੈ, ਉਹ ਗਲਤ ਹੀ ਬੋਲਦਾਗਾ। ਫਿਰ ਯਹੋਸ਼ਾਫਾਟ ਨੇ ਆਖਿਆ, ਪਾਤਸ਼ਾਹ ਨੂੰ ਨਾ ਆਖੀ। ਤਾਂ ਇਸਰਾਇਲ ਦੇ ਪਾਤਸ਼ਾਹ ਨੇ ਇੱਕ ਖੁਸਰੇ ਨੂੰ ਸੱਦ ਕੇ ਆਖਿਆ। ਹਾਂ, ਦੇਖੋ ਉਹ ਯਹੋਸ਼ਾਫਾਟ ਨੇ ਕੀ ਕਿਹਾ, ਬਸ ਇਹ ਗੱਲ ਨਾ ਸੋਚੋ ਤੁਸੀਂ, ਲੇਕਿਨ ਮੈਂ ਉਹਨੂੰ ਮਿਲਣਾ ਚਾਹੁੰਦਾਗਾ, ਤੁਸੀਂ ਉਸ ਨੂੰ ਬੁਲਾਓ। ਚਲੋ ਯਹੋਸ਼ਾਫਾਟ ਦੇ ਕਹੇ ਦੇ ਅਨੁਸਾਰ ਜੋ ਇਜ਼ਰਾਇਲ ਪ੍ਰਜਾ ਦਾ ਰਾਜਾ ਸੀਗਾ, ਉਸਨੇ ਉਸ ਮਿਕਾਇਆ ਨਬੀ ਨੂੰ ਬੁਲਾਇਆ, ਔਰ ਜਦੋਂ ਨਾਲ ਗੱਲਬਾਤ ਕਰੀ ਤਾਂ ਫਿਰ ਉਸਨੇ ਪੁੱਛਿਆ ਵੀ ਅਸੀਂ ਜਾਈਏ ਜਾਂ ਨਾ ਜਾਈਏ, ਕਿਉਂਕਿ ਜਿਹੜਾ ਇਨਸਾਨ ਉਸ ਨੂੰ ਬੁਲਾਉਣ ਦੇ ਲਈ ਗਿਆ ਸੀਗਾ, ਤਾਂ ਉਸਨੇ ਪਹਿਲਾਂ ਹੀ ਕਿਹਾ ਸੀਗਾ ਵੀ ਦੇਖ ਜਾ ਤੂੰ ਉੱਥੇ ਜਾਵੇਂ ਤਾਂ ਉਹਦੇ ਲਈ ਸਾਰੇ ਲੋਕ ਇਹੀ ਬੋਲ ਰਹੇ ਨੇ ਕਿ ਤੂੰ ਲੜਾਈ ਲਈ ਜਾ, ਤੂੰ ਜਿੱਤ ਕੇ ਆਵੇਂਗਾ, ਲੇਕਿਨ ਤੂੰ ਵੀ ਇਹੀ ਗੱਲ ਬੋਲੀ। ਤੇ ਜਦੋਂ ਪਰਮੇਸ਼ਰ ਦਾ ਦਾਸ ਉੱਥੇ ਪਹੁੰਚਿਆ ਤਾਂ ਉਹ ਵੀ ਇਹੀ ਗੱਲ ਬੋਲਿਆ ਕਿ ਤੂੰ ਜਾ, ਲੇਕਿਨ ਉਸਨੇ ਕੀ ਕਿਹਾ, ਆਪਾਂ ਪੜਾਂਗੇ 22:16। ਤਾਂ ਪਾਤਸ਼ਾਹ ਨੇ ਉਹਨੂੰ ਆਖਿਆ, ਹਾਂ, ਹੁਣ ਜਿਹੜਾ ਰਾਜਾ ਗਾ ਆਹਾਬ ਰਾਜਾ, ਉਹ ਬੋਲ ਰਿਹਾਗਾ, ਮੈਂ ਤੈਨੂੰ ਕਿੰਨੀ ਕੁ ਵਾਰ ਸਹੁੰ ਚੁਕਾਵਾਂ, ਭਾਈ ਤੂੰ ਮੈਨੂੰ ਯਹੋਵਾ ਦੇ ਨਾਮ ਉੱਤੇ ਸੱਚਾਈ ਤੋਂ ਬਿਨਾਂ ਕੁਝ ਹੋਰ ਨਾ ਦੱਸੇ। ਇੱਕ ਤਾਂ ਦੇਖੋ ਸੱਚਾਈ ਸੁਣਨਾ ਨਹੀਂ ਚਾਹੁੰਦਾ, ਸਾਰੇ ਬੋਲੋ ਹਾਲੇਲੂਇਆ। ਅਗਰ ਸੱਚਾਈ ਸੁਣਨਾ ਚਾਹੁੰਦਾ ਫਿਰ ਮੰਨਣਾ ਨਹੀਂ ਚਾਹੁੰਦਾ। ਹੁਣ ਕੀ ਕਹਿੰਦਾ ਪਿਆ ਇਹ ਕਿ ਤੂੰ ਭਾਈ ਮੈਨੂੰ ਸਹੀ ਦੱਸ ਕਿ ਪਰਮੇਸ਼ਵਰ ਤੈਨੂੰ ਕੀ ਕਹਿੰਦਾਗਾ, ਆਪਣੇ ਕੋਲੋਂ ਗੱਲ ਬਣਾ ਕੇ ਨਾ ਦੱਸ ਮੈਨੂੰ। ਪਹਿਲਾਂ ਕੀ ਕਹਿੰਦਾਗਾ ਵੀ ਮੇਰੇ ਲਈ ਚੰਗਾ ਬੋਲਦਾ ਨਹੀਂ ਹੈ। ਇੱਕ ਤਾਂ ਸੱਚਾਈ ਨੂੰ ਸੁਣਨਾ ਵੀ ਚਾਹੁੰਦਾਗਾ, ਫਿਰ ਸੱਚਾਈ ਨੂੰ ਮੰਨਣਾ ਵੀ ਨਹੀਂ ਚਾਹੁੰਦਾ। ਫਿਰ ਜਦ ਪਰਮੇਸ਼ਵਰ ਦੇ ਦਾਸ ਨੇ ਕਿਹਾ ਵੀ ਦੇਖ ਮੈਂ ਇਸ ਤਰ੍ਹਾਂ ਦੇਖ ਰਿਹਾਗਾ ਵੀ ਜਿਵੇਂ ਭੇਡਾਂ ਚੁਕਾਉਣ ਵਾਲਾ, ਉਹਦੀਆਂ ਭੇਡਾਂ ਸਾਰੀਆਂ ਤਿੱਤਰ ਬਿੱਤਰ ਹੋ ਜਾਂਦੀਆਂ ਨੇ, ਖਿੰਡ ਜਾਂਦੀਆਂ ਨੇ, ਇਸੇ ਤਰ੍ਹਾਂ ਮੈਨੂੰ ਦਿਖਾਈ ਦੇ ਰਿਹਾਗਾ। ਰਾਜਾ ਤੂੰ ਉੱਥੇ ਲੜਾਈ ਵਿੱਚ ਨਾ ਜਾ, ਤੂੰ ਮਰ ਜਾਏਗਾ। ਤੂੰ ਕੀ ਹੈ, ਤੂੰ ਮਰ ਜਾਏਗਾ, ਕਿਉਂਕਿ ਇੱਕ ਯੋਜਨਾ ਬਣ ਚੁੱਕੀ ਹੈ। ਔਰ ਜਿਹੜੇ 400 ਨਬੀ ਹੈ ਨਾ, ਉਹਨਾਂ ਦੇ ਮੂੰਹ ਦੇ ਵਿੱਚ ਇੱਕ ਝੂਠਾ ਆਤਮਾ ਗਾ, ਉਹ ਸਾਰੇ ਲੋਕ ਏਕਾ ਕਰ ਚੁੱਕੇ ਨੇ ਤੈਨੂੰ ਖਤਮ ਕਰਨ ਦੇ ਲਈ। ਹੁਣ ਜਿਹੜਾ ਰਾਜਾ ਸੀਗਾ ਉਸ ਨੂੰ ਬਹੁਤ ਬੁਰਾ ਲੱਗਾ ਇਹ ਗੱਲ ਦਾ, ਉਸ ਨੂੰ ਬਹੁਤ ਹੀ ਬੁਰਾ ਲੱਗਿਆ। ਤਾਂ ਉਸਨੇ ਕੀ ਕਰਿਆ, ਆਪਾਂ ਪੜਾਂਗੇ ਇਹਦੇ 25 ਵਚਨ ਤੋਂ। ਪਰ ਮਿਕਾਇਆ ਨੇ ਆਖਿਆ, 24 ਵਚਨ ਪੜ੍ਹ ਲਓ ਇੱਕ ਵਾਰ, ਹਾਂ ਤਾਂ ਕੁਛ ਵਧੀਆ ਲੱਗੂ। ਤਾਂ ਕਨਾਨਾ ਦੇ ਪੁੱਤਰ ਸਿਦਕਿਆ ਦੇ ਨੇੜੇ ਆ ਕੇ ਮਿਕਾਇਆ ਨੂੰ ਗੱਲ ਉੱਤੇ ਮਾਰਿਆ ਅਤੇ ਆਖਿਆ। ਹਾਂ, ਜਿਹੜੇ 400 ਨਬੀ ਸੀਗੇ ਉਹਨਾਂ ਵਿੱਚੋਂ ਇੱਕ ਇਨਸਾਨ ਆਇਆ, ਔਰ ਜਿਹੜਾ ਬੰਦਾ ਸੱਚ ਬੋਲ ਰਿਹਾ ਸੀਗਾ ਉਹਦੇ ਆ ਕੇ ਗੱਲ ਦੇ ਉੱਤੇ ਚਾਟਾ ਮਾਰਿਆ ਉਹਨੇ ਵੱਟ ਕੇ। ਕੀ ਕਹਿ ਰਿਹਾਗਾ ਵੀ ਪਰਮੇਸ਼ਵਰ ਦਾ ਆਤਮਾ ਤੇਰੇ ਕੋਲ ਕਿੱਥੋਂ ਆ ਗਿਆ, ਅਸੀਂ ਗਲਤ ਬੋਲ ਰਹੇ ਹਾਂ। ਮਤਲਬ ਉਹਦੇ ਆ ਕੇ ਕੀ ਮਾਰਿਆ ਉਹਨੇ, ਚਾਟਾ ਮਾਰਿਆ। ਫਿਰ ਕੇ ਪੜੋ 25। ਪਰ ਮਿਕਾਇਆ ਨੇ ਆਖਿਆ, ਦੇਖ ਤੂੰ ਉਸ ਦਿਨ ਜਦ ਤੂੰ ਅੰਦਰਲੀ ਕੋਠੜੀ ਵਿੱਚ ਲੋਕਾਂ ਨੂੰ ਵੜੇਗਾ ਤਾਂ ਤੂੰ ਵੇਖੇਗਾ। ਜਦ ਇਸਰਾਇਲ ਦੇ ਪਾਤਸ਼ਾਹ ਨੇ ਆਖਿਆ, ਦੇਖੋ ਜਦੋਂ ਗੱਲ ਸਾਰੀ ਉਹਨੂੰ ਦੱਸਦੀ ਵੀ ਰਾਜਾ ਤੂੰ ਵਾਪਸ ਨਹੀਂ ਆਉਣ ਵਾਲਾ, ਤੂੰ ਮਰੇਂਗਾ ਹੀ ਮਰੇਂਗਾ। ਹੁਣ ਦੱਸੋ ਮੈਨੂੰ, ਜਦ ਆਪਣਾ ਮਿਕਾਇਆ ਨਬੀ ਇਹ ਗੱਲ ਬੋਲ ਰਿਹਾਗਾ ਤੇ ਉਹ ਕਾਹਦੇ ਲਈ ਬੋਲ ਰਿਹਾਗਾ, ਉਹਦੇ ਫਾਇਦੇ ਲਈ ਬੋਲ ਰਿਹਾਗਾ ਵੀ ਤੇਰਾ ਫਾਇਦਾ ਭਾਈ ਤੂੰ ਨਾ ਜਾ, ਕਿਉਂਕਿ ਪਰਮੇਸ਼ਵਰ ਨੇ ਮੈਨੂੰ ਤੇਰੇ ਲਈ ਭੇਜਿਆਗਾ। ਔਰ ਮੈਂ ਪਰਮੇਸ਼ਵਰ ਦਾ ਕੀ ਹਾਂ, ਮੈਂ ਪਰਮੇਸ਼ਵਰ ਦਾ ਮਿੱਤਰ ਹਾਂ। ਔਰ ਪਰਮੇਸ਼ਵਰ ਮੇਰਾ ਕੀ ਹੈ, ਉਹ ਮੇਰਾ ਮਿੱਤਰ ਹੈ। ਔਰ ਤੂੰ ਕੀ ਹੈ, ਤੂੰ ਵੀ ਤਾਂ ਪਰਮੇਸ਼ਵਰ ਦਾ ਮਿੱਤਰ ਹੈ। ਔਰ ਪਰਮੇਸ਼ਵਰ ਕੀ ਹੈ, ਉਹ ਵੀ ਤੇਰਾ ਮਿੱਤਰ ਹੈ। ਮਤਲਬ ਆਪਾਂ ਸਾਰੇ ਮਿੱਤਰ ਹੀ ਹਾਂ। ਔਰ ਮਿੱਤਰ ਹੋਣ ਦੇ ਨਾਤੇ ਹੀ ਮੈਂ ਤੈਨੂੰ ਬਚਾਉਣ ਦੇ ਲਈ ਆਇਆਗਾ। ਲੇਕਿਨ ਇਸ ਨੇ ਕੀ ਕਰਿਆ, ਆਪਾਂ ਪੜਾਂਗੇ ਉਹਦੇ 27 ਵਚਨ। ਅਤੇ ਆਖ ਭਾਈ ਪਾਤਸ਼ਾਹ ਐਵੇਂ ਫਰਮਾਉਂਦਾ ਹੈ ਕਿ ਮੇਰੇ ਸੁਖ ਸਾਧ ਨਾਲ ਆਉਣ ਤੋੜੀ ਇਸ ਨੂੰ ਕੈਦ ਵਿੱਚ ਰੱਖੋ ਅਤੇ ਉਹਨੂੰ ਤੰਗੀ ਦੀ ਰੋਟੀ ਅਤੇ ਤੰਗੀ ਦਾ ਪਾਣੀ ਦਿਓ। ਦੇਖੋ ਇਹਨੂੰ ਫੜ ਕੇ ਜੇਲ੍ਹ ਵਿੱਚ ਪਾ ਦਿਓ, ਕੈਦ ਵਿੱਚ ਪਾ ਦਿਓ। ਕਿਹਨੂੰ, ਕਿ ਜਿਹੜਾ ਇਹ ਗੱਲ ਬੋਲ ਰਿਹਾਗਾ ਕਿ ਰਾਜਾ ਤੂੰ ਮਰੇਂਗਾ। ਸਾਰੇ ਬੋਲੋ ਹਾਲੇਲੂਇਆ। ਇਹਨੂੰ ਕੈਦ ਵਿੱਚ ਪਾ ਦਿਓ ਤੇ ਇਹਨੂੰ ਕੀ ਤੰਗੀ ਦੀ ਰੋਟੀ ਦਿਓ, ਤੰਗੀ ਦਾ ਪਾਣੀ ਦਿਓ, ਜਦ ਤੱਕ ਮੈਂ ਨਹੀਂ ਆਉਂਦਾ। ਉਸਨੇ ਫਿਰ ਵੀ ਕਿਹਾ ਰਾਜਾ ਤੂੰ ਵਾਪਸ ਨਹੀਂ ਆਏਗਾ, ਤੂੰ ਵਾਪਸ ਨਹੀਂ ਆਏਗਾ, ਤੂੰ ਮਰੇਂਗਾ। ਹੁਣ ਦੇਖੋ ਇਹ ਕੀ ਹੈ, ਇਹ ਵੀ ਇੱਕ ਮਿੱਤਰਤਾ ਸੀ ਉਹਨਾਂ ਦੀ। ਲੇਕਿਨ ਜਿਹੜੇ 400 ਲੋਕ ਸੀਗੇ ਉਹ ਉਸ ਨੂੰ ਚੰਗੇ ਲੱਗਦੇ ਸੀਗੇ। ਇਹ ਮੇਰੇ ਲਈ ਚੰਗਾ ਬੋਲਦੇ ਨੇ, ਇਹ ਮੇਰੇ ਲਈ ਕੀ ਹੈ, ਇਹ ਮੇਰੇ ਲਈ ਸੋਹਣਾ ਬੋਲਦੇ ਨੇ, ਇਹ ਮੇਰੇ ਲਈ ਮਿੱਠਾ ਬੋਲਦੇ ਨੇ। ਤੇ ਇੱਕ ਐਸਾ ਇਨਸਾਨ ਹੈ ਕਿ ਜਿਹੜਾ ਮੇਰੇ ਲਈ ਕੌੜਾ ਬੋਲਦਾਗਾ, ਉਸ ਤੋਂ ਮੈਨੂੰ ਕੀ ਹੈ, ਉਸ ਤੋਂ ਮੈਨੂੰ ਘਿਣ ਆਉਂਦੀ ਹੈ।
ਉਸ ਤੋਂ ਕੀ ਹੈ, ਉਸ ਤੋਂ ਮੈਨੂੰ ਨਫ਼ਰਤ ਆਉਂਦੀ ਹੈ। ਦੇਖੋ ਪ੍ਰਭੂ ਯਿਸੂ ਮਸੀਹ ਜਦ ਵੀ ਕਿਸੇ ਨੂੰ ਬਚਾਉਣਾ ਚਾਹੁੰਦੇ ਨੇ ਉਹ ਕਿਸੇ ਨੂੰ ਨਾ ਕਿਸੇ ਨੂੰ ਭੇਜ ਦੇ ਦਿੰਦੇ ਨੇ। ਲੇਕਿਨ ਹੁੰਦਾ ਕੀ ਹੈ ਕਿ ਇਨਸਾਨ ਨੂੰ ਲੱਗਦਾ ਗਾ ਕਿ ਅਗਰ ਮੇਰੀ ਗਲਤੀ ਹੈ, ਅਗਰ ਮੇਰਾ ਪਾਪ ਹੈ ਤਾਂ ਕੀ ਹੈ, ਪਰਮੇਸ਼ਵਰ ਸਿੱਧਾ ਆ ਕੇ ਮੇਰੇ ਨਾਲ ਗੱਲ ਕਰੇ, ਮੈਨੂੰ ਆ ਕੇ ਸਿੱਧਾ ਪਰਮੇਸ਼ਵਰ ਕਵੇ। ਮੈਂ ਸਪਸ਼ਟ ਕਹਿਣਾ ਚਾਹੁੰਦਾ ਚਾਹੇ ਪਰਮੇਸ਼ਵਰ ਤੁਹਾਡੇ ਲਈ ਸਿੱਧਾ ਵੀ ਆ ਜਾਏ ਨਾ ਤਾਂ ਫਿਰ ਵੀ ਨਹੀਂ ਮੰਨਣਾ ਤੁਸੀਂ ਨੇ, ਉਹ ਇਨਸਾਨ ਫਿਰ ਵੀ ਮੰਨਣ ਵਾਲਾ ਹੀ ਨਹੀਂ ਹੈ। ਹੁਣ ਪਰਮੇਸ਼ਵਰ ਨੇ ਆਪਣੇ ਲੋਕ ਭੇਜੇ। ਦਾਊਦ ਕੋਲ ਕੌਣ ਗਿਆ ਸੀਗਾ? ਨਥਾਨ ਨਬੀ। ਦਾਊਦ ਨੇ ਕੀ ਕਰਿਆ? ਆਪਣੇ ਆਪ ਨੂੰ ਬਚਾ ਲਿਆ। ਔਰ ਇਹਨਾਂ ਲੋਕਾਂ ਦਾ ਬਹਾਲ ਦੇਖਿਓ, ਆਹਾਬ ਰਾਜਾ ਵੀ ਮਰ ਗਿਆ, ਆਸਾ ਰਾਜਾ ਉਹ ਵੀ ਮਰ ਗਿਆ। ਮਰਿਆ ਤਾਂ ਦਾਊਦ ਵੀ ਸੀਗਾ, ਲੇਕਿਨ ਦਾਊਦ ਐਸੀ ਮੌਤ ਨਹੀਂ ਮਰਿਆ ਜਿਸ ਤਰ੍ਹਾਂ ਇਹ ਲੋਕ ਮਰੇ ਸੀਗੇ। ਲੇਕਿਨ ਸਾਡੇ ਪਰਮੇਸ਼ਵਰ ਕੀ ਹੈ, ਉਹ ਮਿੱਤਰ ਹੋਣ ਦੇ ਨਾਤੇ ਕੀ ਹੈ, ਸਾਨੂੰ ਬਚਾਉਣਾ ਚਾਹੁੰਦੇ ਨੇ। ਉਹ ਮਿੱਤਰ ਹੋਣ ਦੇ ਨਾਤੇ ਕੀ ਹੈ, ਉਹ ਸਾਨੂੰ ਸਮਝਾਉਂਦੇ ਨੇ। ਲੇਕਿਨ ਹੁੰਦਾ ਕੀ ਹੈ, ਕੋਈ ਮਿੱਤਰ ਐਸੇ ਹੀ ਨਹੀਂ ਹੈ ਕਿ ਹਮੇਸ਼ਾ ਪਿਆਰ ਹੀ ਕਰੇ, ਹਮੇਸ਼ਾ ਪਿਆਰ ਹੀ ਕਰੇ ਜਾਂ ਪਿਆਰ ਦੀਆਂ ਗੱਲਾਂ ਹੀ ਕਰੇ। ਲੇਕਿਨ ਕਈ ਵਾਰ ਕੀ ਹੈ, ਮਿੱਤਰ ਉਹ ਘੂਰ ਦਿੰਦਾ ਗਾ। ਕਈ ਵਾਰ ਕੀ ਹੈ, ਮਿੱਤਰ ਉਹ ਝਿੜਕਦਾ ਵੀ ਹੈ। ਪ੍ਰਭੂ ਯਿਸੂ ਮਸੀਹ ਵੀ ਕੰਮ ਕਰਦੇ ਸੀਗੇ, ਆਪਣੇ ਚੇਲਿਆਂ ਦੇ ਨਾਲ ਕਰਦੇ ਰਹੇ। ਔਰ ਪ੍ਰਭੂ ਯਿਸੂ ਮਸੀਹ ਆਪਣੇ ਦਾਸ ਲੋਕਾਂ ਦੇ ਦੁਆਰਾ ਵੀ ਇਹੀ ਕੰਮ ਕਰਦੇ ਨੇ। ਹੁਣ ਦੇਖੋ ਜਿਹੜਾ ਮਿਕਾਇਆ ਸੀਗਾ, ਇਹ ਕੀ ਕਰਨ ਆਇਆ ਸੀਗਾ? ਪਰਮੇਸ਼ਵਰ ਦਾ ਕੰਮ ਕਰਨ ਆਇਆ ਸੀਗਾ, ਸਮਝਾਉਣ ਦੇ ਲਈ ਆਇਆ ਸੀਗਾ, ਝਿੜਕਣ ਦੇ ਲਈ ਆਇਆ ਸੀਗਾ। ਲੇਕਿਨ ਚਲਾ ਕਿੱਥੇ ਗਿਆ? ਜੇਲ੍ਹ ਵਿੱਚ ਚਲਾ ਗਿਆ। ਉੱਥੇ ਤੰਗੀ ਦੀ ਰੋਟੀ ਖਾਧੀ, ਤੰਗੀ ਦਾ ਪਾਣੀ ਪੀਤਾ। ਲੇਕਿਨ ਦੇਖੋ ਕੰਮ ਤਾਂ ਕਰ ਰਿਹਾ ਸੀਗਾ ਉਹ ਵੀ ਪਰਮੇਸ਼ਵਰ ਦਾ। ਲੇਕਿਨ ਸਹੀ ਦੇ ਵਿੱਚ ਇੱਕ ਮਿੱਤਰ ਹੋਣ ਦੇ ਨਾਤੇ ਪ੍ਰਭੂ ਯਿਸੂ ਮਸੀਹ ਦਾ ਕੰਮ ਕਰ ਰਿਹਾ ਸੀਗਾ। ਲੇਕਿਨ ਇਨਸਾਨ ਨੂੰ ਕੀ ਲੱਗਦਾ ਗਾ ਕਿ ਜਦ ਵੀ ਪਰਮੇਸ਼ਵਰ ਗੱਲ ਕਰੇ ਉਹ ਮੇਰੇ ਨਾਲ ਗੱਲ ਕਰੇ, ਅਗਰ ਕੋਈ ਝਿੜਕੇ ਤਾਂ ਮੈਨੂੰ ਸਿੱਧਾ ਪਰਮੇਸ਼ਵਰ ਝਿੜਕੇ, ਲੇਕਿਨ ਮੈਨੂੰ ਕੋਈ ਹੋਰ ਇਨਸਾਨ ਕੁਝ ਵੀ ਨਾ ਕਵੇ। ਲੇਕਿਨ ਪ੍ਰਭੂ ਯਿਸੂ ਮਸੀਹ ਇਸ ਤਰ੍ਹਾਂ ਦੇ ਨਹੀਂ ਹੈਗੇ। ਪ੍ਰਭੂ ਯਿਸੂ ਮਸੀਹ ਜਦ ਵੀ ਕੰਮ ਕਰਦੇ ਨੇ ਉਹ ਇਸੇ ਤਰ੍ਹਾਂ ਹੀ ਕੰਮ ਕਰਦੇ ਨੇ। ਕਿਉਂਕਿ ਬਾਈਬਲ ਦੇ ਵਿੱਚ ਦੇਖਦੇ ਹਾਂ ਆਪਾਂ ਦੇਖਦੇ ਹਾਂ ਬਾਈਬਲ ਦੇ ਵਿੱਚ ਇਹ ਕੁਰਿੰਥੀਆਂ ਦੀ ਕਲੀਸਿਆ ਬਾਰੇ। ਅਗਰ ਤੁਸੀਂ ਕੁਰਿੰਥੀਆਂ ਦਾ ਪਹਿਲਾ ਅਧਿਆਇ ਪੜ੍ਹੋਗੇ, ਮਤਲਬ ਪਹਿਲੀ ਕੁਰਿੰਥੀਆਂ ਪੜ੍ਹੋਗੇ, ਹਾਂ ਪਹਿਲਾ ਕੁਰਿੰਥੀਆਂ ਉਹਦਾ ਸਾਰਾ ਅਧਿਆਇ ਪੜ੍ਹੋਗੇ ਨਾ, ਉੱਥੇ ਬਹੁਤ ਜਗ੍ਹਾ ਦੇ ਉੱਪਰ, ਸਾਰੇ ਬੋਲੋ ਹਾਲੇਲੂਇਆ। ਗੱਲ ਨੂੰ ਧਿਆਨ ਨਾਲ ਸੁਣੋ, ਬਾਅਦ 'ਚ ਲਿਖਿਓ। ਪਹਿਲਾ ਕੁਰਿੰਥੀਆਂ ਜੋ ਮਤਲਬ ਪੂਰਾ ਅਧਿਆਇ ਹੈ, ਪਹਿਲਾ ਕੁਰਿੰਥੀਆਂ ਤੇ ਦੂਜਾ ਕੁਰਿੰਥੀਆਂ, ਹੈ ਨਾ। ਮਤਲਬ ਪਹਿਲਾ ਕੁਰਿੰਥੀਆਂ 1 ਤੋਂ ਲੈ ਕੇ ਕਿੰਨੇ ਤੱਕ? 16 ਤੱਕ। ਹੁਣ ਪੜ੍ਹ ਕੇ ਦੇਖਿਓ, ਉਹਦੇ ਵਿੱਚ ਪਰਮੇਸ਼ਵਰ ਦੇ ਦਾਸ ਨੇ ਬਹੁਤ ਝਿੜਕਿਆ ਉਹਨਾਂ ਲੋਕਾਂ ਨੂੰ, ਬਹੁਤ ਹੀ ਝਿੜਕਿਆ ਉਹਨਾਂ ਲੋਕਾਂ ਨੂੰ। ਔਰ ਇੱਕ ਵਚਨ ਮੇਰੇ ਨਾਲ ਪੜ੍ਹ ਲਓ ਤੁਸੀਂ, ਪਹਿਲਾ ਕੁਰਿੰਥੀਆਂ। ਹੁਣ ਦੇਖੋ ਜੋ ਪਰਮੇਸ਼ਵਰ ਦਾ ਦਾਸ ਹੈ ਸੰਤ ਪੌਲਸ, ਉਹ ਕੀ ਬੋਲਦਾ ਉਹਨਾਂ ਲੋਕਾਂ ਨੂੰ ਕਿ ਤੁਹਾਡੇ ਵਿੱਚ ਕੀ ਆ ਗਿਆ ਗਾ, ਤੁਹਾਡੇ ਵਿੱਚ ਐਸੀਆਂ ਗੱਲਾਂ ਆ ਗਈਆਂ, ਤੁਸੀਂ ਕੀ ਬਣ ਗਏ? ਤੁਸੀਂ ਤਾਂ ਇਨਸਾਨੀ ਚਾਲ ਚੱਲਦੇ ਹੋ, ਤੁਹਾਡੇ ਵਿੱਚ ਜਲਨ ਆ ਗਈ, ਤੁਹਾਡੇ ਵਿੱਚ ਈਰਖਾ ਆ ਗਈ, ਤੁਹਾਡੇ ਵਿੱਚ ਲੜਾਈ ਝਗੜੇ ਆ ਗਏ। ਮਤਲਬ ਇਹ ਸਾਰੀਆਂ ਗੱਲਾਂ ਪਰਮੇਸ਼ਵਰ ਦਾ ਦਾਸ ਉਹਨਾਂ ਨੂੰ ਬੋਲ ਰਿਹਾ ਗਾ। ਇਸ ਤਰ੍ਹਾਂ ਨਹੀਂ ਬੋਲਦਾ ਪਰਮੇਸ਼ਵਰ ਦਾ ਦਾਸ, ਇਹ ਤਾਂ ਪੂਰੀ ਤਰ੍ਹਾਂ ਉਹਨਾਂ ਨੂੰ ਝਿੜਕ ਰਿਹਾ ਗਾ, ਉਹਨਾਂ ਨੂੰ ਡਾਂਟ ਪਾ ਰਿਹਾ ਗਾ, ਉਹਨਾਂ ਨੂੰ ਘੂਰਦਾ ਉਹਨਾਂ ਨੂੰ ਪੂਰੀ ਤਰ੍ਹਾਂ। ਤੁਹਾਡੇ ਵਿੱਚ ਕੀ ਆ ਚੁੱਕਿਆ ਗਾ? ਤੁਹਾਡੇ ਵਿੱਚ ਲੜਾਈ ਝਗੜਾ ਆ ਚੁੱਕਿਆ ਗਾ। ਤੁਹਾਡੇ ਵਿੱਚ ਕੀ ਆ ਚੁੱਕਿਆ ਗਾ? ਤੁਹਾਡੇ ਵਿੱਚ ਈਰਖਾ ਆ ਚੁੱਕੀ ਹੈ, ਤੁਹਾਡੇ ਵਿੱਚ ਜਲਨ ਆ ਚੁੱਕੀ ਹੈ। ਇਹ ਸਾਰੀਆਂ ਗੱਲਾਂ ਪਰਮੇਸ਼ਵਰ ਦਾ ਦਾਸ ਉਹਨਾਂ ਨੂੰ ਬੋਲਦਾ ਗਾ। ਔਰ ਫਿਰ ਪਰਮੇਸ਼ਵਰ ਦੇ ਵਚਨ ਦੇ ਵਿੱਚ ਆਪਾਂ ਪੜ੍ਹਾਂਗੇ ਪਹਿਲਾ ਕੁਰਿੰਥੀਆਂ ਉਹਦਾ 4 ਅਧਿਆਇ ਉਹਦਾ 14 ਵਚਨ। ਮੈਂ ਇਹ ਗੱਲਾਂ ਤੁਹਾਨੂੰ ਲੱਜਿਆਵਾਨ ਕਰਨ ਲਈ ਨਹੀਂ, ਸਗੋਂ ਆਪਣੇ ਪਿਆਰਿਆਂ ਬਾਲਕਾਂ ਵਾਂਗੂ ਸਮਝਾਉਣ ਲਈ ਲਿਖਦਾ ਹਾਂ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੇਖੋ ਅਗਰ 3 ਅਧਿਆਇ ਪੜ੍ਹ ਕੇ ਦੇਖਿਓ ਤਾਂ ਉੱਥੇ ਪਰਮੇਸ਼ਵਰ ਦੇ ਦਾਸ ਨੇ ਉਹਨਾਂ ਨੂੰ ਝਿੜਕਿਆ ਗਾ। 3 ਅਧਿਆਇ ਦੇ ਵਿੱਚ ਪਰਮੇਸ਼ਵਰ ਦੇ ਦਾਸ ਨੇ ਉਹਨਾਂ ਨੂੰ ਝਿੜਕਿਆ ਗਾ। ਆ 2 ਅਧਿਆਇ ਦੇ ਵਿੱਚ ਪੜ੍ਹੋਗੇ ਤਾਂ ਉੱਥੇ ਵੀ ਪਰਮੇਸ਼ਵਰ ਦਾ ਦਾਸ ਉਹਨਾਂ ਦਾ ਗੱਲਾਂ ਬਾਤਾਂ ਕਰ ਰਿਹਾ ਗਾ। ਲੇਕਿਨ ਇੱਥੇ 4 ਦੀ 14 ਵਿੱਚ ਕੀ ਕਹਿੰਦਾ ਪਰਮੇਸ਼ਵਰ ਦਾ ਦਾਸ ਕਿ ਮੈਂ ਇਹ ਗੱਲਾਂ ਤੁਹਾਨੂੰ ਲੱਜਿਆਵਾਨ ਕਰਨ ਦੇ ਲਈ ਨਹੀਂ ਕਹਿੰਦਾ। ਦੇਖੋ ਕੋਈ ਵੀ ਪਰਮੇਸ਼ਵਰ ਦਾ ਦਾਸ ਅਗਰ ਕਿਸੇ ਨੂੰ ਕੁਝ ਕਹਿੰਦਾ ਗਾ, ਪਰਮੇਸ਼ਵਰ ਦਾ ਕੋਈ ਵੀ ਸੇਵਕ ਅਗਰ ਕਿਸੇ ਨੂੰ ਕੁਝ ਕਹਿੰਦਾ ਗਾ ਤਾਂ ਉਹ ਕਦੇ ਕਿਸੇ ਨੂੰ ਸ਼ਰਮਿੰਦਾ ਨਹੀਂ ਕਰਦਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇੱਕ ਵਾਰ ਫਿਰ ਪੜ੍ਹੋ ਜੀ। ਮੈਂ ਗੱਲਾਂ ਤੁਹਾਨੂੰ ਲੱਜਿਆਵਾਨ ਕਰਨ ਲਈ ਨਹੀਂ, ਸਗੋਂ ਆਪਣੇ ਪਿਆਰਿਆਂ ਬਾਲਕਾਂ ਵਾਂਗੂ ਸਮਝਾਉਣ ਲਈ। ਮੈਂ ਤੁਹਾਨੂੰ ਸ਼ਰਮਿੰਦਾ ਕਰਾਂ ਇਹ ਮੇਰਾ ਵਿਚਾਰ ਨਹੀਂ ਹੈ, ਮੈਂ ਤੁਹਾਨੂੰ ਦੁਖੀ ਕਰਾਂ ਇਹ ਮੇਰਾ ਵਿਚਾਰ ਨਹੀਂ ਹੈ, ਲੇਕਿਨ ਮੈਂ ਤੁਹਾਨੂੰ ਬੱਚਿਆਂ ਵਾਂਗੂ ਸਮਝਾਉਣਾ ਗਾ। ਮੈਂ ਤੁਹਾਨੂੰ ਕੀ ਹੈ, ਮੈਂ ਤੁਹਾਨੂੰ ਬੱਚਿਆਂ ਵਾਂਗੂ ਸਮਝਾਉਣਾ ਗਾ ਕਿ ਤੁਸੀਂ ਸਮਝ ਜਾਓ। ਲੇਕਿਨ ਇਹਨਾਂ ਲੋਕਾਂ ਵਿੱਚ ਕੀ ਆ ਚੁੱਕੀ ਸੀ? ਇਹਨਾਂ ਵਿੱਚ ਗੜਬੜੀ ਆ ਚੁੱਕੀ ਸੀ, ਵਚਨਾਂ ਨੂੰ ਲੈ ਕੇ ਗੜਬੜੀ ਆ ਚੁੱਕੀ ਸੀ। ਕੋਈ ਆਪਣੇ ਮਨ ਦੇ ਅਨੁਸਾਰ ਵਚਨ ਸਿੱਖਣ ਲੱਗ ਗਿਆ ਸੀਗਾ, ਕੋਈ ਆਪਣੇ ਮਨ ਦੇ ਅਨੁਸਾਰ ਵਚਨ ਸਿਖਾਉਣ ਲੱਗ ਗਿਆ ਸੀਗਾ। ਔਰ ਪਰਮੇਸ਼ਵਰ ਦਾ ਦਾਸ ਕੀ ਕਹਿੰਦਾ ਗਾ, ਆਪਾਂ ਪੜਾਂਗੇ ਵਚਨ ਦੇ ਵਿੱਚ, ਇਹ 4 ਦੀ 20 ਪੜੋ। ਪਰਮੇਸ਼ਵਰ ਦਾ ਰਾਜ ਗੱਲਾਂ ਵਿੱਚ ਤਾਂ ਨਹੀਂ। ਦੇਖੋ ਵੀ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਮਾਰ ਰਹੇ ਹੋ,
ਅਸੀਂ ਜੇ ਕਰਦੇ ਹਾਂ, ਅਸੀਂ ਉਹ ਕਰਦੇ ਹਾਂ, ਅਸੀਂ ਇਹ ਨਹੀਂ ਕਰਦੇ, ਅਸੀਂ ਉਹ ਨਹੀਂ ਕਰਦੇ, ਵੱਡੀਆਂ ਵੱਡੀਆਂ ਗੱਲਾਂ ਮਾਰਦੇ ਹੋ। ਪਰਮੇਸ਼ਵਰ ਦਾ ਰਾਜ ਹੈ ਜੋ ਉਹ ਗੱਲਾਂ ਵਿੱਚ ਨਹੀਂ ਹੈ। ਹਾਂ, ਸਗੋਂ ਸਮਰੱਥਾ ਵਿੱਚ ਹੈ। ਪਰਮੇਸ਼ਵਰ ਦੀ ਸਮਰੱਥਾ ਦੇ ਵਿੱਚ ਹੈ। ਹਾਂ, ਗੱਲਾਂ ਬਾਤਾਂ ਨਾਲ ਨਾ ਸੋਚਿਓ ਕਿ ਅਸੀਂ ਸਵਰਗ ਵਿੱਚ ਚਲੇ ਜਾਵਾਂਗੇ। ਗੱਲਾਂ ਬਾਤਾਂ ਨਾਲ ਨਾ ਕਹੋ ਕਿ ਅਸੀਂ ਅੱਜ ਤੋਂ ਬਾਅਦ ਕਿਸੇ ਨੂੰ ਨਫ਼ਰਤ ਨਹੀਂ ਕਰਾਂਗੇ। ਗੱਲਾਂ ਬਾਤਾਂ ਨਾਲ ਨਾ ਕਹੋ ਕਿ ਅਸੀਂ ਸਭ ਨੂੰ ਪਿਆਰ ਕਰਦੇ ਹਾਂ। ਗੱਲਾਂ ਬਾਤਾਂ ਨਾਲ ਨਹੀਂ। ਹਾਂ, ਪਰਮੇਸ਼ਵਰ ਦਾ ਰਾਜ ਗੱਲਾਂ ਬਾਤਾਂ ਵਿੱਚ ਨਹੀਂ ਹੈ, ਉਹ ਤਾਂ ਪਰਮੇਸ਼ਵਰ ਦੀ ਸਮਰੱਥਾ ਵਿੱਚ ਹੈ। ਫਿਰ ਅੱਗੇ ਪੜ੍ਹੋ ਜੀ। ਤੁਸੀਂ ਕੀ ਚਾਹੁੰਦੇ ਹੋ ਹਾਂ। ਵੀ ਮੈਂ ਸੋਟਾ ਫੜ ਕੇ ਤੁਹਾਡੇ ਕੋਲ ਆਵਾਂ ਅਥਵਾ ਪ੍ਰੇਮ ਅਤੇ ਨਰਮਾਈ ਦੇ ਆਤਮਾ ਦੇਖੋ, ਨਾਲ? ਪਰਮੇਸ਼ਵਰ ਦਾ ਦਾਸ ਸੰਤ ਪੌਲਸ ਪਹਿਲਾ ਕਰੰਥੀਆਂ ਦੀ ਕਲੀਸਿਆ ਨੂੰ ਕੀ ਹੈ, ਉਹ ਝਿੜਕ ਰਿਹਾਗਾ। ਔਰ ਕੀ ਕਹਿ ਰਿਹਾ ਵੀ ਮੈਂ, ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਕੋਲ ਮੈਂ ਕਿਵੇਂ ਆਵਾਂ? ਸੋਟਾ ਫੜ ਕੇ ਆਵਾਂ? ਹਾਲੇਲੂਇਆ, ਸਾਰੇ ਧਿਆਨ ਦਿਓ। ਹੁਣ ਦੇਖੋ ਇੱਕ ਵਾਰ ਫਿਰ ਪੜ੍ਹੋ ਜੀ 21। ਤੁਸੀਂ ਕੀ ਚਾਹੁੰਦੇ ਹੋ ਭਾਈ ਮੈਂ ਸੋਟਾ ਫੜ ਕੇ ਤੁਹਾਡੇ ਕੋਲ ਆਵਾਂ? ਦੇਖੋ, ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਸੋਟਾ ਫੜ ਕੇ ਤੁਹਾਡੇ ਕੋਲ ਆਵਾਂ? ਹੁਣ ਸੋਟੇ ਦੀ ਲੋੜ ਕਦੋਂ ਪੈਂਦੀ ਹੈ? ਕਿ ਜਦੋਂ ਇਨਸਾਨ ਸਹੀ ਨਹੀਂ ਕਰਦਾ। ਇਸ ਪਰਮੇਸ਼ਰ ਦੇ ਦਾਸ ਨੇ ਉਹਨਾਂ ਨੂੰ ਬਹੁਤ ਝਿੜਕਿਆ। ਕਿਉਂ? ਕਿਉਂਕਿ ਇਹਨਾਂ ਲੋਕਾਂ ਵਿੱਚ ਲਾਲਚ ਆ ਚੁੱਕਿਆ ਸੀਗਾ, ਇਹਨਾਂ ਵਿੱਚ ਮੂਰਤੀ ਪੂਜਾ ਆ ਚੁੱਕੀ ਸੀ, ਲੜਾਈ ਝਗੜੇ ਆ ਚੁੱਕੇ ਸੀਗੇ, ਹੋਰ ਵੀ ਬਹੁਤ ਸਾਰੇ ਕੰਮ ਇਹਨਾਂ ਦੇ ਵਿੱਚ ਆ ਚੁੱਕੇ ਸੀ। ਇਹ ਸਾਰੀ ਅਗਰ ਤੁਸੀਂ ਪੱਤਰੀ ਨੂੰ ਪੜ੍ਹੋਗੇ ਨਾ, ਕਰੰਥੀਆਂ ਦੀ ਕਲੀਸਿਆ ਨੂੰ ਪੜ੍ਹੋਗੇ, ਤਾਂ ਇਹਦੇ ਵਿੱਚ ਬਹੁਤ ਜਗ੍ਹਾ ਦੇ ਉੱਪਰ ਇਹ ਸਾਰੀਆਂ ਗੱਲਾਂ ਇਸ ਨੂੰ ਦਿਖਾਈ ਦੇ ਰਹੀਆਂ ਸੀ। ਔਰ ਦਿਖਾਈ ਦੇ ਰਹੀਆਂ ਸੀ, ਜਿਹਦੇ ਕਰਕੇ ਸੰਤ ਪੌਲਸ ਨੇ ਇਹਨਾਂ ਨੂੰ ਝਿੜਕਿਆ। ਉਹ ਭਾਈ, ਤੁਸੀਂ ਬਚ ਚੁੱਕੇ ਲੋਕ ਹੋ, ਤੁਸੀਂ ਬਪਤਿਸਮਾ ਲੈ ਚੁੱਕੇ ਲੋਕ ਹੋ, ਤੁਸੀਂ ਅੱਗੇ ਵਧੇ ਹੋਏ ਲੋਕ ਹੋ। ਹੁਣ ਮੈਂ ਤੁਹਾਡੇ ਲਈ ਕਿਵੇਂ ਆਵਾਂ? ਕੀ ਸੋਟਾ ਫੜ ਕੇ ਆਵਾਂ? ਆ ਕੇ ਤੁਹਾਡੇ ਮੈਂ ਛੋਟੇ ਮਾਰਾਂ? ਆ ਕੇ ਤੁਹਾਡੇ ਮੈਂ ਡਾਂਗ ਮਾਰਾਂ? ਤੁਸੀਂ ਸੰਭਲ ਜਾਓ। ਮੈਂ ਤੁਹਾਨੂੰ ਲੱਜਿਆਵਾਨ ਨਹੀਂ ਕਰਦਾ, ਮੈਂ ਤੁਹਾਨੂੰ ਦੁਖੀ ਨਹੀਂ ਕਰਦਾ। ਮੇਰਾ ਇਹ ਕੰਮ ਨਹੀਂ ਹੈ ਕਿ ਮੈਂ ਤੁਹਾਨੂੰ ਦੁਖੀ ਕਰਾਂ। ਲੇਕਿਨ ਦੇਖੋ, ਇਹਨਾਂ ਦੇ ਵਿੱਚ ਕੀ ਸੀਗਾ? ਇਹ ਗੜਬੜੀ ਆ ਚੁੱਕੀ ਸੀ ਇਹਨਾਂ ਲੋਕਾਂ ਦੇ ਵਿੱਚ ਗੜਬੜੀ। ਔਰ ਹੁਣ ਦੇਖੋ, ਕੀ ਪਰਮੇਸ਼ਰ ਦਾ ਦਾਸ ਇਹਨਾਂ ਲੋਕਾਂ ਨੂੰ ਦੁਖੀ ਕਰਦਾ ਸੀਗਾ? ਕੀ ਪਰਮੇਸ਼ਰ ਦੇ ਦਾਸ ਦਾ ਇਹ ਕੰਮ ਸੀਗਾ ਕਿ ਇਹਨਾਂ ਨੂੰ ਪਰੇਸ਼ਾਨ ਕਰੇ? ਨਹੀਂ, ਪਰਮੇਸ਼ਰ ਦਾ ਦਾਸ ਦਾ ਕੰਮ ਇਹ ਨਹੀਂ ਹੈ ਕਿ ਇਹਨਾਂ ਲੋਕਾਂ ਨੂੰ ਉਹ ਸ਼ਰਮਿੰਦਾ ਕਰੇ। ਲੇਕਿਨ ਪਰਮੇਸ਼ਰ ਦਾ ਦਾਸ ਨੇ ਜਦ ਇਹਨਾਂ ਲੋਕਾਂ ਨੂੰ ਤਾੜਿਆ, ਪਰਮੇਸ਼ਰ ਦੇ ਦਾਸ ਨੇ ਇਹਨਾਂ ਲੋਕਾਂ ਨੂੰ ਜਦ ਸਮਝਾਇਆ, ਇਹਨਾਂ ਨੂੰ ਝਿੜਕਿਆ, ਤਾਂ ਸਹੀ ਦੇ ਵਿੱਚ ਇਹਨਾਂ ਲੋਕਾਂ ਨੇ ਕੀ ਕਰਿਆ? ਇਹਨਾਂ ਲੋਕਾਂ ਨੇ, ਆਪਾਂ ਬਾਈਬਲ ਵਿੱਚ ਪੜ੍ਹਾਂਗੇ, ਦੂਜਾ ਕਰੰਥੀਆ ਉਹਦਾ 7 ਅਧਿਆਇ ਉਹਦੇ 8 ਵਚਨ ਨੂੰ ਪੜ੍ਹੋ। ਕਿਉਂ ਜੋ ਭਾਵੇਂ ਮੈਂ ਆਪਣੀ ਪੱਤਰੀ ਨਾਲ ਤੁਹਾਨੂੰ ਉਦਾਸ ਕੀਤਾ। ਸਾਰੇ ਬੋਲੋ ਹਾਲੇਲੂਇਆ। ਦੇਖੋ, ਦੂਜੀ ਕਰੰਥੀਆ ਦੇ ਵਿੱਚ 7 ਅਧਿਆਇ ਉਹਦੇ 8 ਵਚਨ ਦੇ ਵਿੱਚ ਪਰਮੇਸ਼ਰ ਦਾ ਦਾਸ ਕਹਿੰਦਾ ਹੈਗਾ ਕਿ ਭਾਵਾਂ ਮੈਂ ਪਹਿਲੀ ਪੱਤਰੀ ਜਿਹੜੀ ਲਿਖ ਕੇ ਦਿੱਤੀ ਨਾ ਤੁਹਾਨੂੰ, ਉਹਦੇ ਵਿੱਚ ਤੁਸੀਂ ਉਦਾਸ ਹੋਏ। ਹਾਲੇਲੂਇਆ। ਉਦਾਸ ਕਦੋਂ ਹੋਏ? ਕਿ ਜਦ ਤੁਹਾਨੂੰ ਝਿੜਕ ਪਈ, ਜਦ ਤੁਹਾਨੂੰ ਡਾਂਟ ਪਈ, ਜਦ ਤੁਹਾਨੂੰ ਘੂਰਿਆ ਗਿਆ, ਫਿਰ ਤੁਸੀਂ ਕੀ ਹੋ ਗਏ? ਉਦਾਸ ਹੋ ਗਏ। ਫਿਰ ਤਾਂ ਵੀ ਮੈਂ ਪਛਤਾਉਂਦਾ ਨਹੀਂ। ਮੈਂ ਪਛਤਾਉਂਦਾ ਨਹੀਂ ਕਿ ਤੁਸੀਂ ਉਦਾਸ ਹੋਏ, ਮੈਂ ਪਛਤਾਉਂਦਾ ਨਹੀਂ ਕਿ ਤੁਸੀਂ ਦੁਖੀ ਹੋਏ। ਫਿਰ ਭਾਵੇਂ ਮੈਂ ਪਹਿਲਾਂ ਪਛਤਾਉਂਦਾ ਸਾਂ। ਹਾਂ, ਮੈਂ ਦੇਖਦਾ ਸੀਗਾ ਯਾਰ, ਮੈਂ ਨਾ ਕੁਝ ਬੋਲਿਆ ਇਹਨਾਂ ਨੂੰ ਜਾਂ ਕੁਝ ਵੀ, ਮਤਲਬ ਪਹਿਲਾਂ ਮੈਨੂੰ ਜਿਸ ਤਰ੍ਹਾਂ ਹੋਇਆ, ਮੈਂ ਦੁਖੀ ਹੋਇਆ। ਕਿਉਂ ਜੋ ਮੈਂ ਵੇਖਦਾ ਹਾਂ ਜੋ ਉਸ ਪੱਤਰੀ ਨੇ ਤੁਹਾਨੂੰ ਉਦਾਸ ਕੀਤਾ ਸੀ, ਭਾਵੇਂ ਥੋੜੇ ਚਿਰ ਤੱਕ। ਸਾਰੇ ਬੋਲੋ ਹਾਲੇਲੂਇਆ। ਦੇਖੋ, ਪਰਮੇਸ਼ਰ ਦਾ ਦਾਸ ਕੀ ਕਹਿੰਦਾਗਾ, ਸੰਤ ਪੌਲਸ, ਕਿ ਮੈਂ ਦੇਖਿਆ ਕਿ ਜਿਹੜੀ ਪੱਤਰੀ ਪਹਿਲਾਂ ਮੈਂ ਤੁਹਾਨੂੰ ਲਿਖ ਕੇ ਦਿੱਤੀ ਹੈ, ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਮੈਂ ਬੋਲਿਆਗਾ, ਤੁਸੀਂ ਕੀ ਹੋ ਗਏ? ਉਦਾਸ ਹੋਏ, ਮਤਲਬ ਦੁਖੀ ਹੋਏ। ਇਹਦਾ ਮਤਲਬ ਕਿ ਜਦੋਂ ਇਨਸਾਨ ਨੂੰ ਝਿੜਕ ਪੈਂਦੀ ਹੈ, ਜਦੋਂ ਇਨਸਾਨ ਨੂੰ ਘੂਰਿਆ ਜਾਂਦਾਗਾ, ਜਦੋਂ ਇਨਸਾਨ ਦੀ ਤਾੜਨਾ ਹੁੰਦੀ ਹੈ, ਉਹ ਉਦਾਸ ਹੁੰਦਾ ਜਾਂ ਨਹੀਂ ਹੁੰਦਾ? ਸਾਰੇ ਬੋਲੋ ਹਾਲੇਲੂਇਆ। ਅਗਰ ਕੋਈ ਤੁਹਾਨੂੰ ਝਿੜਕੇ, ਅਗਰ ਤੁਹਾਨੂੰ ਕੋਈ ਡਾਂਟ ਦੇਵੇ, ਜਾਂ ਅਗਰ ਕੋਈ ਤੁਹਾਨੂੰ ਮਤਲਬ ਤਾੜਨਾ ਕਰੇ ਤੁਹਾਡੀ, ਤਾਂ ਕਿ ਅਸੀਂ ਉਦਾਸ ਹੋਵਾਂਗੇ ਜਾਂ ਨਹੀਂ ਹੁੰਦੇ? ਸਾਰੇ ਬੋਲੋ ਹਾਲੇਲੂਇਆ। ਹੁੰਦੇ ਹੋ ਜਾਂ ਨਹੀਂ ਹੁੰਦੇ? ਹੁੰਦੇ ਨੇ। ਕੋਈ ਮੈਨੂੰ ਝਿੜਕੇ ਤਾਂ ਇਸ ਤਰ੍ਹਾਂ ਹੁੰਦਾਗਾ। ਲੇਕਿਨ ਪਰਮੇਸ਼ਰ ਦਾ ਦਾਸ ਕੀ ਕਹਿੰਦਾਗਾ ਕਿ ਤੁਸੀਂ ਉਦਾਸ ਹੋਏ, ਭਾਵੇਂ ਥੋੜੇ ਚਿਰ ਦੇ ਲਈ। ਫਿਰ ਅੱਗੇ ਪੜ੍ਹੋ ਜੀ 9। ਹੁਣ ਮੈਂ ਆਨੰਦ ਕਰਦਾ ਹਾਂ। ਹੁਣ ਦੇਖੋ, ਪਰਮੇਸ਼ਰ ਦਾ ਦਾਸ ਕਹਿੰਦਾ ਹੁਣ ਮੈਂ ਆਨੰਦ ਕਰਦਾਗਾ। ਮੈਂ ਆਨੰਦ ਕਰਦਾ ਗੱਲ ਦੇ ਵਿੱਚ। ਇਸ ਲਈ ਨਹੀਂ ਜੋ ਤੁਸੀਂ ਉਦਾਸ ਹੋਏ। ਇਸ ਕਰਕੇ ਨਹੀਂ ਆਨੰਦ ਕਰਦਾ ਮੈਂ ਕਿ ਮੈਂ ਉਹਨੂੰ ਇਸ ਤਰ੍ਹਾਂ ਕਹਿਤਾ, ਮੈਂ ਉਸ ਨੂੰ ਇਸ ਤਰ੍ਹਾਂ ਘੂਰ ਕੇ ਆਇਆ, ਮੈਂ ਇਸ ਤਰ੍ਹਾਂ ਉਹਨੂੰ ਝਿੜਕ ਕੇ ਆਇਆ, ਮੈਂ ਉਹਦੀ ਤਾੜਨਾ ਕਰਕੇ ਆਇਆ। ਮੈਂ ਇਹਦੇ ਵਿੱਚ ਆਨੰਦ ਨਹੀਂ ਹੁੰਦਾ। ਇਸ ਲਈ ਜੋ ਤੁਹਾਡੀ ਉਦਾਸੀ ਦਾ ਫਲ ਤੋਬਾ ਹੋਇਆ। ਇਸ ਲਈ ਤੁਸੀਂ ਉਦਾਸ ਹੋਏ, ਲੇਕਿਨ ਤੁਸੀਂ ਕੀ ਕੀਤਾ? ਜਿਹੜਾ ਫਲ ਸੀਗਾ ਉਹ ਕੀ ਸੀਗਾ? ਤੋਬਾ। ਮਤਲਬ ਤੁਹਾਡੇ ਵਿੱਚ ਲੜਾਈ ਝਗੜਾ ਆ ਗਿਆ, ਤੁਹਾਡੇ ਵਿੱਚ ਈਰਖਾ ਆ ਗਈ। ਪਹਿਲਾ ਕਰੰਥੀਆ ਉਹ ਸਾਰਾ ਪੜ੍ਹ ਕੇ ਦੇਖਿਓ, ਉਹਦੇ ਵਿੱਚ ਕਿੰਨੀ ਜਗ੍ਹਾ ਤੇ ਪਰਮੇਸ਼ਰ ਦੇ ਦਾਸ ਨੇ ਬੋਲਿਆ ਉਹਨਾਂ ਨੂੰ। ਜਦ ਇਹ ਪੱਤਰੀ ਉਹਨਾਂ ਲੋਕਾਂ ਨੂੰ ਮਿਲੀ, ਉਹ ਲੋਕ ਦੁਖੀ ਹੋਏ, ਸਾਡੇ ਵਿੱਚ ਲੜਾਈ ਝਗੜਾ, ਸਾਡੇ ਵਿੱਚ ਈਰਖਾ,
ਸਾਡੇ ਵਿੱਚ ਵੈਰ ਵਿਰੋਧ, ਸਾਡੇ ਵਿੱਚ ਸੰਸਾਰ ਦੀਆਂ ਗੱਲਾਂ, ਇਹ ਸਾਰੀਆਂ ਗੱਲਾਂ ਸਾਡੇ ਵਿੱਚ ਆ ਚੁੱਕੀਆਂ ਨੇ। ਉਹ ਲੋਕਾਂ ਨੇ ਸੋਚਿਆ ਔਰ ਉਹਨਾਂ ਲੋਕਾਂ ਨੇ ਬਾਅਦ ਦੇ ਵਿੱਚ ਉਦਾਸ ਹੋਏ ਔਰ ਕੀ ਕੀਤੀ ਉਹਨਾਂ ਨੇ ਤੋਬਾ ਕੀਤੀ। ਇੱਕ ਵਾਰ ਫਿਰ ਪੜੋ ਜੀ। ਹੁਣ ਮੈਂ ਆਨੰਦ ਕਰਦਾ ਹਾਂ ਹਾਂ। ਇਸ ਲਈ ਨਹੀਂ ਜੋ ਤੁਸੀਂ ਉਦਾਸ ਹੋਏ, ਹਾਂ। ਸਗੋਂ ਇਸ ਲਈ ਜੋ ਤੁਹਾਡੀ ਉਦਾਸੀ ਦਾ ਫਲ ਤੋਬਾ ਹੋਇਆ। ਕਿਉਂ ਜੋ ਤੁਸੀਂ ਪਰਮੇਸ਼ਵਰ ਜੋਗ ਉਦਾਸ ਹੋਏ, ਭਾਈ ਸਾਤੋਂ ਕਿਸੇ ਗੱਲ ਵਿੱਚ ਤੁਹਾਡੀ ਹਾਨੀ ਨਾ ਹੋ ਦੇਖੋ ਜਾਏ। ਤੁਸੀਂ ਉਦਾਸ ਹੋਏ ਲੇਕਿਨ ਪਰਮੇਸ਼ਵਰ ਦੇ ਯੋਗ ਉਦਾਸ ਹੋਏ। ਤੁਸੀਂ ਕੀ ਹੋਏ? ਤੁਸੀਂ ਉਦਾਸ ਹੋਏ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਲੱਗਦਾ ਸੀ ਮੈਨੂੰ ਨਹੀਂ ਕਹਿਣੀ ਚਾਹੀਦੀਆਂ, ਲੇਕਿਨ ਮੈਂ ਜਦ ਗੱਲਾਂ ਕਹੀਆਂ, ਕਿਉਂ ਕਹੀਆਂ? ਕਿਉਂਕਿ ਮੇਰਾ ਪਰਮੇਸ਼ਵਰ ਤੁਹਾਨੂੰ ਮਿੱਤਰ ਕਹਿੰਦਾ ਗਾ। ਔਰ ਇੱਕ ਮਿੱਤਰ ਉਹ ਸਾਰੀ ਗੱਲ ਆਪਣੇ ਮਿੱਤਰ ਨੂੰ ਕਹਿੰਦਾ ਗਾ। ਇੱਕ ਮਿੱਤਰ ਚਾਹੁੰਦਾ ਗਾ ਕਿ ਮੇਰਾ ਮਿੱਤਰ ਹੈ ਉਹ ਬਚਿਆ ਰਹੇ। ਔਰ ਇਹ ਗੱਲਾਂ ਜਦ ਮੈਂ ਤੁਹਾਨੂੰ ਕਹੀਆਂ ਤਾਂ ਤੁਸੀਂ ਕੀ ਹੋ ਗਏ? ਉਦਾਸ ਹੋ ਗਏ। ਮਤਲਬ ਮੈਂ ਨਹੀਂ ਚਾਹੁੰਦਾ ਸੀ ਕਿ ਤੁਹਾਨੂੰ ਉਦਾਸ ਕਰਾਂ, ਲੇਕਿਨ ਜਦ ਮੈਨੂੰ ਪਤਾ ਲੱਗਿਆ ਕਿ ਤੁਸੀਂ ਤੋਬਾ ਕਰ ਚੁੱਕੇ ਹੋ, ਮੈਨੂੰ ਪਤਾ ਲੱਗਿਆ ਕਿ ਤੁਸੀਂ ਆਪਣੇ ਵਿੱਚੋਂ ਜਲਨ ਕੱਢ ਚੁੱਕੇ ਹੋ, ਈਰਖਾ ਕੱਢ ਚੁੱਕੇ ਹੋ, ਲੜਾਈ ਝਗੜਾ ਕੱਢ ਚੁੱਕੇ ਹੋ, ਵੈਰ ਵਿਰੋਧ ਕੱਢ ਚੁੱਕੇ ਹੋ, ਤਾਂ ਮੈਂ ਆਨੰਦ ਹੋਇਆ। ਕਿਉਂ ਆਨੰਦ ਹੋਇਆ? ਕਿਉਂਕਿ ਅਗਰ ਮੈਂ ਤੁਹਾਨੂੰ ਤਾੜ ਕੇ ਆਇਆਗਾ, ਅਗਰ ਮੈਂ ਤੁਹਾਨੂੰ ਝਿੜਕ ਕੇ ਆਇਆਗਾ, ਤਾਂ ਤਦੇ ਤੁਸੀਂ ਇਹ ਕੰਮ ਕਰ ਸਕੇ। ਹਾਲੇਲੂਇਆ। ਅਗਰ ਮੈਂ ਤੁਹਾਨੂੰ ਨਾ ਝਿੜਕਦਾ, ਅਗਰ ਮੈਂ ਤੁਹਾਨੂੰ ਨਾ ਤਾੜਦਾ, ਅਗਰ ਮੈਂ ਤੁਹਾਡੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ, ਤਾਂ ਫਿਰ ਤੁਸੀਂ ਤੋਬਾ ਕਰਦੇ, ਤੁਸੀਂ ਨਾਸ ਵਿੱਚ ਚਲੇ ਜਾਂਦੇ। ਤੁਸੀਂ ਕੀ ਕਰਦੇ? ਤੁਸੀਂ ਨਾਸ ਵਿੱਚ ਚਲੇ ਜਾਂਦੇ। ਅੱਗੇ ਪੜ੍ਹੋ ਜੀ, 10 ਦੇ ਵਿੱਚ ਕੀ ਲਿਖਿਆਗਾ? ਕਿਉਂ ਜੋ ਪਰਮੇਸ਼ਵਰ ਜੋਗ ਉਦਾਸੀ ਮੁਕਤੀ ਲਈ ਅਜਿਹੀ ਤੋਬਾ ਪੈਦਾ ਕਰਦੀ ਹੈ ਜਿਸ ਤੋਂ ਕੋਈ ਨਹੀਂ ਪਛਤਾਉਂਦਾ। ਸਾਰੇ ਬੋਲੋ ਹਾਲੇਲੂਇਆ। ਮਤਲਬ ਪਰਮੇਸ਼ਵਰ ਜਦ ਕਿਸੇ ਨੂੰ ਘੂਰਦੇ ਨੇ, ਪਰਮੇਸ਼ਵਰ ਕਿਸੇ ਨੂੰ ਡਾਂਟਦੇ ਨੇ ਜਾਂ ਕਿਸੇ ਨੂੰ ਝਿੜਕਦੇ ਨੇ, ਤਾਂ ਉਹ ਉਦਾਸ ਨਹੀਂ ਕਰਦੇ। ਸੰਸਾਰ ਦੇ ਵਿੱਚ ਦੇਖੋ, ਕਿਸੇ ਨੂੰ ਘੂਰ ਕੇ ਦੇਖੋ, ਉਹ ਉਦਾਸ ਹੋ ਜਾਂਦੇ ਨੇ। ਲੇਕਿਨ ਜਦ ਪਰਮੇਸ਼ਵਰ ਕਿਸੇ ਨੂੰ ਘੂਰ ਦਿੰਦੇ ਨੇ, ਹੁਣ ਦੇਖੋ ਰਾਜਾ ਦਾਊਦ ਸੀਗਾ, ਉਹਨੂੰ ਘੂਰਿਆ, ਉਸਨੇ ਕੀ ਕੀਤੀ? ਉਸਨੇ ਤੋਬਾ ਕੀਤੀ, ਉਸਨੇ ਮਾਫੀ ਮੰਗੀ, ਤਾਂ ਕੀ ਹੋ ਗਿਆ? ਉਹ ਬਚ ਗਿਆ। ਆਸਾ ਰਾਜਾ ਸੀਗਾ, ਉਸਨੂੰ ਵੀ ਘੂਰਿਆ ਗਿਆ, ਉਸਨੂੰ ਝਿੜਕਿਆ ਗਿਆ, ਲੇਕਿਨ ਉਸਨੇ ਤੋਬਾ ਨਹੀਂ ਕਰੀ। ਫਿਰ ਆਹਾਬ ਰਾਜਾ, ਉਹਨੂੰ ਘੂਰਿਆ, ਲੇਕਿਨ ਉਸਨੇ ਤੋਬਾ ਨਹੀਂ ਕਰੀ। ਹੁਣ ਦੇਖੋ ਕਲੀਸਿਆ ਦੇ ਲੋਕਾਂ ਨੂੰ ਜਦ ਝਿੜਕਿਆ, ਇਹਨਾਂ ਨੂੰ ਕਰੰਥੀਆਂ ਦੀ ਕਲੀਸਿਆ ਨੂੰ, ਇਹਨਾਂ ਨੇ ਕੀ ਕਰੀ? ਤੋਬਾ ਕਰੀ। ਤਾਂ ਫਿਰ ਪਰਮੇਸ਼ਵਰ ਦਾ ਵਚਨ ਕਹਿੰਦਾ ਗਾ ਕਿ ਪਰਮੇਸ਼ਵਰ ਜਦ ਘੂਰਦੇ ਨੇ ਕਿਸੇ ਨੂੰ ਡਾਂਟਦੇ ਨੇ, ਤਾਂ ਉਹ ਉਦਾਸ ਨਹੀਂ ਕਰਦੇ। ਫਿਰ ਅੱਗੇ ਕੀ ਲਿਖਿਆ ਜੀ? ਪਰ ਸੰਸਾਰ ਦੀ ਉਦਾਸੀ ਮੌਤ ਨੂੰ ਪੈਦਾ ਕਰਦੀ ਹੈ। ਹਾਂ, ਸੰਸਾਰ ਦੀ ਉਦਾਸੀ ਉਹ ਕੀ ਕਰਦੀ ਹੈ? ਉਹ ਮੌਤ ਨੂੰ ਪੈਦਾ ਕਰਦੀ ਹੈ। ਮਤਲਬ ਸੰਸਾਰ ਦਾ ਦੁੱਖ, ਜਦੋਂ ਇਨਸਾਨ ਸੰਸਾਰ ਦੇ ਵਿੱਚ ਰਹਿੰਦਾ ਗਾ, ਉਸ ਨੂੰ ਕਹਿ ਕੇ ਦੇਖ ਲਓ ਤਾਂ ਉਹ ਬੁਰਾ ਮੰਨਦਾ ਗਾ। ਜਿਹੜਾ ਆਤਮਿਕ ਇਨਸਾਨ ਹੈ, ਉਸ ਨੂੰ ਕਹਿ ਕੇ ਦੇਖੋ ਤਾਂ ਉਹ ਕੀ ਕਰੇਗਾ? ਉਹ ਗੱਲ ਨੂੰ ਮੰਨੇਗਾ। ਹੁਣ ਦੇਖੋ ਦਾਊਦ ਰਾਜਾ ਕੀ ਸੀਗਾ? ਉਹ ਤਾਂ ਆਤਮਿਕ ਸੀਗਾ। ਇਸ ਤਰ੍ਹਾਂ ਇਕੱਲੇ ਨਾਲ ਨਹੀਂ ਹੋਇਆ। ਇੱਥੇ ਇੱਕ ਵਾਰ ਤਾਂ ਜੋ ਪਰਮੇਸ਼ਵਰ ਦਾ ਦਾਸ ਸੀਗਾ ਸੰਤ ਪੌਲਸ, ਉਹ ਵੀ ਪਤਰਸ ਨਾਲ ਇਹ ਗੱਲ ਕਰ ਰਿਹਾ ਗਾ। ਔਰ ਪਤਰਸ ਦੇਖੋ ਕੈਸਾ ਇਨਸਾਨ ਹੈ। ਆਪਾਂ ਵਚਨ ਦੇ ਵਿੱਚ ਪੜਾਂਗੇ, ਗਲਾਤੀਆਂ ਉਹਦਾ 2 ਅਧਿਆਏ, ਉਹਦਾ 11 ਵਚਨ ਪੜੋ। ਪਰ ਜਾਂ ਕਿਫਾਸ ਅੰਤਕਿਆ ਨੂੰ ਆਇਆ ਤਾਂ ਮੈਂ ਉਹਦੇ ਮੂੰਹ ਉੱਤੇ ਉਹਦਾ ਸਾਹਮਣਾ ਕੀਤਾ, ਕਿਉਂ ਜੋ ਉਹ ਤਾਂ ਦੋਸ਼ੀ ਠਹਿਰਿਆ ਸੀ। ਸਾਰੇ ਬੋਲੋ ਹਾਲੇਲੂਇਆ। ਹਿੰਦੀ ਵਚਨ ਖੋਲੋ ਕੋਈ ਮੇਰੇ ਨਾਲ। ਕਿਫਾਸ ਨੂੰ ਬਾਰੇ ਜਾਣਦੇ ਹੋ? ਕਿਫਾਸ ਕੌਣ ਹੈ? ਕਿਫਾਸ, ਹਾਲੇਲੂਇਆ। ਕਿਫਾਸ ਇੱਕ ਵਾਰ ਫਿਰ ਪੜੋ ਪੰਜਾਬੀ ਦੇ ਵਿੱਚ। ਫਿਰ ਪਰ ਜਾਂ ਕਿਫਾਸ ਅੰਤਕਿਆ ਨੂੰ ਆਇਆ ਤਾਂ ਮੈਂ ਉਹਦੇ ਮੂੰਹ ਉੱਤੇ ਉਹਦਾ ਸਾਹਮਣਾ ਕੀਤਾ, ਕਿਉਂ ਜੋ ਉਹ ਤਾਂ ਦੋਸ਼ੀ ਠਹਿਰਿਆ ਸੀ। ਸਾਰੇ ਬੋਲੋ ਹਾਲੇਲੂਇਆ। ਸੰਤ ਪੌਲਸ ਕਹਿੰਦਾ ਹੈਗਾ ਵੀ ਜਦ ਮੈਂ ਅੰਤਕਿਆ ਨੂੰ ਆਇਆ, ਉੱਥੇ ਕਿਫਾਸ ਸੀਗਾ, ਔਰ ਮੈਂ ਕਿਫਾਸ ਦਾ ਕੀ ਕਰਿਆ? ਸਾਹਮਣਾ ਕਰਿਆ। ਔਰ ਸਾਹਮਣਾ ਕਰਿਆ ਕਿਉਂ? ਕਿਉਂਕਿ ਦੋਸ਼ੀ ਠਹਿਰਿਆ ਸੀਗਾ। ਹੁਣ ਕਿਫਾਸ ਕੌਣ ਹੈ? ਕਿਫਾਸ कौन है? वो तो पतरस है। हालेलुया। हिंदी पढ़ो जी। पर जब कैफा अंताकिया में आया तो मैंने उसके मुंह पर उसका सामना किया। हाँ, मैं तो सामना करया, मतलब विरोध किया मैं ओदा। संत पौलुस कहंदा हैगा देखो एक पवित्र आत्मा नाल भरिया होया इंसान कौन? संत पतरस। ਉਹਦੇ ਨਾਲ ਆਮਣਾ ਸਾਹਮਣਾ ਹੋ ਗਿਆ ਕਿਹਦਾ? ਸੰਤ ਪੌਲਸ ਦਾ। ਔਰ ਪੌਲਸ ਕੀ ਉਹਦੇ ਨਾਲ ਸਾਹਮਣਾ ਕਰ ਰਿਹਾ ਹੈਗਾ। ਔਰ ਲਿਖਿਆ ਬਾਈਬਲ ਦੇ ਵਿੱਚ ਪੜੋ ਜੀ ਅੱਗੇ। क्योंकि वह दोषी ठहरा। हाँ, वो दोषी ठहरिया। कौन दोषी ठहरिया? पतरस। ਹੁਣ ਦੇਖੋ ਜਿਹਦਾ ਇਨਸਾਨ ਪਵਿੱਤਰ ਆਤਮਾ ਨਾਲ ਭਰਿਆ ਹੋਵੇ, ਜਿਹੜਾ ਇਨਸਾਨ ਪ੍ਰਭੂ ਯਿਸੂ ਮਸੀਹ ਨਾਲ ਘੁੰਮਿਆ ਹੋਵੇ,
ਔਰ ਜਿਸ ਇਨਸਾਨ ਨੂੰ ਪ੍ਰਭੂ ਯਿਸੂ ਮਸੀਹ ਨੇ ਕਿਹਾ ਹੋਵੇ ਕਿ ਪਤਰਸ ਤੇਰੇ ਉੱਤੇ ਮੈਂ ਮੇਰੀ ਕਲੀਸਿਆ ਬਣਾਵਾਂਗਾ, ਕੀ ਉਹ ਦੋਸ਼ੀ ਠਹਿਰ ਸਕਦਾ ਗਾ? ਜਦੋਂ ਕੋਈ ਉਸ ਨੂੰ ਸਮਝਾਉਣ ਦੇ ਲਈ ਆਏ, ਉਸ ਨੂੰ ਕਹਿਣ ਦੇ ਲਈ ਆਏ ਭਾਈ ਤੇਰੀ ਗਲਤੀ ਹੈ, ਤਾਂ ਉਹ ਕੀ ਕਹੇਗਾ? ਏ ਪੌਲਸ ਤੂੰ ਕਿਹਦੇ ਨਾਲ ਗੱਲ ਕਰਦਾ ਓਏ? ਹਾਲੇਲੂਇਆ, ਪੌਲਸ ਤੂੰ ਕਿਹਦੇ ਨਾਲ ਗੱਲ ਕਰਦਾਗਾ? ਤੈਨੂੰ ਪਤਾ ਨਹੀਂ? ਤੂੰ ਕੱਲ ਆਇਆਗਾ, ਮੈਂ ਕਿੰਨਾ ਪੁਰਾਣਾ ਗਾ, ਮੈਂ ਤਾਂ ਪ੍ਰਭੂ ਯਿਸੂ ਮਸੀਹ ਦੇ ਨਾਲ ਰਿਹਾਗਾ। ਔਰ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਕੀ ਕਿਹਾਗਾ ਕਿ ਪਤਰਸ ਤੇਰੇ ਉੱਤੇ ਮੈਂ ਮੇਰੀ ਕਲੀਸਿਆ ਬਣਾਵਾਂਗਾ। ਦੇਖ ਸਾਰੀ ਕਲੀਸਿਆ ਦੀ ਸ਼ੁਰੂਆਤ ਮੇਰੇ ਉੱਪਰੋਂ ਬਣਨੀ ਹੈ ਔਰ ਤੂੰ ਮੈਨੂੰ ਦੋਸ਼ੀ ਠਹਿਰਾਉਣਾਗਾ, ਤੂੰ ਮੇਰੇ ਵਿੱਚੋਂ ਗਲਤੀ ਕੱਢ ਦਾਂਗਾ। ਲੇਕਿਨ ਨਹੀਂ, ਪਤਰਸ ਨੇ ਇਹ ਗੱਲ ਨੂੰ ਮੰਨ ਲਿਆ। ਇੱਥੇ ਕੀ ਹੋਇਆ ਸੀਗਾ ਕਿ ਪਤਰਸ ਨਾਲ ਗੈਰ ਲੋਕਾਂ ਵਿੱਚ ਜਾਂਦਾ ਸੀਗਾ, ਉਹਨਾਂ ਦੇ ਨਾਲ ਖਾਂਦਾ ਸੀਗਾ, ਪੀਂਦਾ ਸੀਗਾ, ਉੱਠਦਾ ਬੈਠਦਾ ਸੀਗਾ। ਜਿਹੜੇ ਲੋਕ ਯਹੂਦੀ ਲੋਕ ਸੀਗੇ, ਮਤਲਬ ਜਿਹੜੇ ਵਿਸ਼ਵਾਸੀ ਲੋਕ ਸੀਗੇ, ਉਹਨਾਂ ਤੋਂ ਲੋਕ ਛੁਪ ਕੇ ਕੰਮ ਕਰਦਾ ਸੀਗਾ। ਜਦ ਯਹੂਦੀ ਲੋਕਾਂ ਨਾਲ ਗੱਲਬਾਤ ਹੋਈ, ਪਤਾ ਲੱਗਿਆ ਕਿ ਪਤਰਸ ਤਾਂ ਇਹ ਕੰਮ ਕਰਦਾ ਗਾ, ਗੈਰ ਲੋਕਾਂ ਨਾਲ ਬੈਠਦਾ ਗਾ, ਖਾਂਦਾ ਗਾ, ਪੀਂਦਾ ਗਾ, ਉੱਠਦਾ ਗਾ, ਤਾਂ ਉਹਨਾਂ ਲੋਕਾਂ ਨੇ ਕੀ ਕਰਿਆ? ਇਹ ਗੱਲ ਦੇ ਉੱਪਰ ਉਹਨਾਂ ਨੇ ਇਤਰਾਜ਼ ਕੀਤਾ। ਲੇਕਿਨ ਪਤਰਸ ਉਹਨਾਂ ਲੋਕਾਂ ਨੂੰ ਦੇਖ ਕੇ, ਯਹੂਦੀ ਲੋਕਾਂ ਨੂੰ ਦੇਖ ਕੇ ਨਾ ਉਹਨਾਂ ਨਾਲ ਰਲ ਗਿਆ। ਹੁਣ ਦੂਜੇ ਲੋਕਾਂ ਨਾਲ ਕੀ ਕਰਨ ਲੱਗ ਗਿਆ? ਉਹ ਨਫ਼ਰਤ ਕਰਨ ਲੱਗ ਗਿਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੂਜੇ ਲੋਕਾਂ ਨੂੰ ਕੀ ਕਰਨ ਲੱਗ ਗਿਆ? ਉਹ ਨਫ਼ਰਤ ਕਰਨ ਲੱਗ ਗਿਆ। ਕਿਹੜੇ ਲੋਕਾਂ ਨੂੰ? ਕਿ ਜਿਹੜੇ ਲੋਕ ਗੈਰ ਕੌਮ ਦੇ ਲੋਕ ਸੀਗੇ, ਜਿਹੜੇ ਗੈਰ ਕੌਮ ਦੇ ਲੋਕ ਸੀ, ਉਹਨਾਂ ਤੋਂ ਹੁਣ ਉਹ ਦੂਰ ਰਹਿਣ ਲੱਗ ਗਿਆ। ਔਰ ਇਹ ਗੱਲ ਨੂੰ ਦੇਖਿਆ ਕਿਹਨੇ? ਸੰਤ ਪੌਲਸ ਨੇ। ਜਦ ਸੰਤ ਪੌਲਸ ਨੇ ਗੱਲ ਦੇਖਿਆ, ਆਪਾਂ ਪੜਾਂਗੇ ਬਚਨ ਦੇ ਵਿੱਚ, ਉਹਦਾ 14 ਦੇ ਆਏ। ਪਰ ਜਾ ਮੈਂ ਹਾਂ ਜੀ, ਗਲਾਤੀਆਂ 2:14। ਪਰ ਜਾ ਮੈਂ ਵੇਖਿਆ ਹਾਂ। ਜੋ ਉਹ ਅੰਜੀਲ ਦੀ ਸੱਚਾਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਦੇਖੋ, ਹਨ, ਉਹ ਸਿੱਧੀ ਚਾਲ ਨਹੀਂ ਚੱਲਦੇ ਹਨ। ਤਾਂ ਸਭਨਾਂ ਦੇ ਅੱਗੇ ਕੈਫਾਸ ਨੂੰ ਆਖਿਆ ਹਾਂ। ਭਾਈ ਜਦੋਂ ਤੂੰ ਯਹੂਦੀ ਹੋ ਕੇ ਹਾਂ। ਰਾਜਾ ਕੌਮਾਂ ਦੀ ਰੀਤ ਉੱਤੇ ਚੱਲਦਾ ਹੈ। ਦੇਖ ਕਿ ਫਾਸ ਨੇ ਪਤਰਸ ਨੂੰ ਆਖਿਆ, ਜਦ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਰੀਤ ਉੱਤੇ ਚੱਲਦਾ ਹੈ ਅਤੇ ਯਹੂਦੀਆਂ ਦੀ ਰੀਤ ਉੱਤੇ ਨਹੀਂ, ਤੇ ਯਹੂਦੀਆਂ ਦੀ ਰੀਤ ਉੱਤੇ ਨਹੀਂ, ਤਾਂ ਤੂੰ ਕਿਵੇਂ ਪਰਾਈਆਂ ਕੌਮਾਂ ਨੂੰ ਯਹੂਦੀਆਂ ਦੀ ਰੀਤ ਉੱਤੇ? ਫਿਰ ਤੂੰ ਕਿਸ ਤਰ੍ਹਾਂ ਉਹਨਾਂ ਲੋਕਾਂ ਨੂੰ ਯਹੂਦੀਆਂ ਦੀ ਰੀਤ ਸਿਖਾ ਸਕਦਾਗਾ? ਦੇਖੋ ਉੱਥੇ ਸੰਤ ਪੌਲਸ ਨੇ ਪਤਰਸ ਦਾ ਸਾਹਮਣਾ ਕੀਤਾ। ਹੁਣ ਜੇ ਪਤਰਸ ਪੌਲਸ ਨੂੰ ਆਕੜਦਾ, ਪੌਲਸ ਤੂੰ ਤਾਂ ਬਾਅਦ ਚ ਆਇਆ ਮੇਰੇ ਤੋਂ, ਤੈਨੂੰ ਪਤਾ ਨਹੀਂ ਹੈ ਮੈਂ ਕਿੰਨਾ ਪੁਰਾਣਾ ਮਸੀਹ ਦੇ ਵਿੱਚ ਹਾਂ। ਲੇਕਿਨ ਪੌਲਸ ਨੇ ਜਦ ਇਹ ਗੱਲ ਕਹੀ ਤਾਂ ਪਤਰਸ ਨੇ ਕੋਈ ਵੀ ਵਾਦ ਵਿਵਾਦ ਨਹੀਂ ਕੀਤਾ। ਪਤਰਸ ਨੇ ਕੀ ਕਰਿਆ? ਉਸ ਗੱਲ ਨੂੰ ਮੰਨ ਲਿਆ। ਹੁਣ ਜੇ ਪੌਲਸ ਐਸਾ ਹੁੰਦਾ, ਨਹੀਂ ਯਾਰ ਮੇਰਾ ਮਿੱਤਰ ਹੈ ਪਤਰਸ, ਤੂੰ ਜਿਸ ਤਰ੍ਹਾਂ ਕਰ ਰਿਹਾ ਸਹੀ ਕਰ ਰਿਹਾ, ਕਰੀ ਚੱਲ ਤੂੰ। ਲੇਕਿਨ ਸਹੀ ਵਿੱਚ ਇਹ ਕੋਈ ਮਿੱਤਰਤਾ ਥੋੜੀ ਹੈ। ਹਾਲੇਲੂਇਆ, ਇਹ ਕੋਈ ਮਿੱਤਰਤਾ ਨਹੀਂ ਹੈ ਕਿ ਸਾਹਮਣੇ ਵਾਲਾ ਅਗਰ ਕੋਈ ਇਨਸਾਨ ਗਲਤੀ ਕਰਦਾ ਹੋਵੇ, ਹਾਲੇਲੂਇਆ, ਅਗਰ ਤੁਸੀਂ ਉਹਦੇ ਖਾਸ ਮਿੱਤਰ ਹੋ, ਤੁਸੀਂ ਬਹੁਤ ਚੰਗੇ ਮਿੱਤਰ ਹੋਦੇ, ਅਗਰ ਤੁਹਾਡਾ ਮਿੱਤਰ ਇੱਕ ਗਲਤੀ ਕਰ ਰਿਹਾ ਗਾ, ਤੁਸੀਂ ਉਹਦੇ ਚੁੱਪ ਕਰ ਜਾਓ, ਤਾਂ ਤੁਸੀਂ ਮਿੱਤਰ ਥੋੜੀ ਹੋ। ਤੁਸੀਂ ਕੀ ਉਹਦੇ? ਤੁਸੀਂ ਤਾਂ ਦੁਸ਼ਮਣ ਹੋਦੇ। ਤੁਸੀਂ ਤਾਂ ਉਹਨੂੰ ਮਰਵਾਉਣਾ ਚਾਹੁੰਦੇ ਹੋ, ਤੁਸੀਂ ਤਾਂ ਉਸਨੂੰ ਖਤਮ ਕਰਨਾ ਚਾਹੁੰਦੇ ਹੋ। ਇਹ ਕੋਈ ਮਿੱਤਰਤਾ ਨਹੀਂ ਹੈ। ਮਿੱਤਰਤਾ ਕਿਹੜੀ ਹੈ? ਕਿ ਤੁਸੀਂ ਉਸ ਨੂੰ ਦੱਸ ਸਕੋ ਕਿ ਤੇਰੇ ਵਿੱਚ ਇਹ ਗਲਤੀ ਹੈ, ਤੇਰੇ ਵਿੱਚ ਇਹ ਕਮੀ ਹੈ, ਇਸ ਕਮੀ ਨੂੰ ਦੂਰ ਕਰ ਦੇ। ਤੇਰੇ ਵਿੱਚ ਇਹ ਘਟੀ ਹੈ, ਇਸ ਘਟੀ ਨੂੰ ਦੂਰ ਕਰ ਦੇ, ਮੇਰਾ ਪਰਮੇਸ਼ਰ ਤੇਰੇ ਉੱਪਰ ਰਹਿਮ ਕਰੇਗਾ। ਪਤਰਸ ਨੇ ਜਦ ਕਿ ਗਲਤੀ ਵੱਡੀ ਨਹੀਂ ਸੀ ਉਹਦੀ, ਲੇਕਿਨ ਉਹ ਇਸ ਤਰ੍ਹਾਂ ਕਰਦਾ ਸੀਗਾ, ਇਸ ਤਰ੍ਹਾਂ ਕਰਦਾ ਸੀਗਾ। ਔਰ ਉਹਦੀ ਇਸੇ ਗੱਲ ਦੇ ਵਿੱਚ ਇੱਕ ਇਨਸਾਨ ਸੀਗਾ ਬਰਨਬਾਸ, ਉਹ ਵੀ ਸ਼ਿਕਾਰ ਹੋ ਗਿਆ, ਉਹ ਵੀ ਸ਼ਿਕਾਰ ਹੋ ਗਿਆ। ਕਹਿਣ ਦਾ ਮਤਲਬ ਕੀ ਹੈ ਕਿ ਪਤਰਸ ਨੇ ਵਿਰੋਧ ਨਹੀਂ ਕੀਤਾ, ਲੇਕਿਨ ਪੌਲਸ ਉਹ ਤਾਂ ਇੱਕ ਮਿੱਤਰ ਹੋਣ ਦੇ ਨਾਤੇ ਉਸਨੂੰ ਸਮਝਾ ਰਿਹਾ ਗਾ, ਦੇਖ ਭਰਾਵਾ ਜੋ ਕੰਮ ਤੂੰ ਕਰਦਾ ਨਾ ਸਹੀ ਨਹੀਂ ਹੈ। ਤੂੰ ਕੀ ਕਰ ਰਿਹਾ ਗਾ? ਗੈਰ ਕੌਮਾਂ ਨਾਲ ਖਾਂਦਾ ਗਾ, ਉੱਠਦਾ ਗਾ, ਬੈਠਦਾ ਗਾ, ਲੇਕਿਨ ਜਦ ਯਹੂਦੀਆਂ ਨੂੰ ਦੇਖਦਾ ਗਾ ਤਾਂ ਗੈਰ ਕੌਮਾਂ ਦੇ ਲੋਕਾਂ ਤੋਂ ਭੱਜ ਜਾਂਦਾ ਗਾ ਪਰੇ। ਇਹ ਗੱਲ ਥੋੜੀ ਹੈ। ਜੋ ਕੁਝ ਕਰਨਾ ਤੂੰ ਸਾਰਿਆਂ ਦੇ ਸਾਹਮਣੇ ਕਰ, ਤਾਂ ਹੀ ਜਾ ਕੇ ਲੋਕਾਂ ਨੂੰ ਤੂੰ ਦੱਸ ਸਕਦਾ ਗਾ, ਤਾਂ ਹੀ ਜਾ ਕੇ ਲੋਕਾਂ ਨੂੰ ਤੂੰ ਸਿਖਾ ਸਕਦਾ ਗਾ। ਹੁਣ ਦੇਖੋ ਜਦ ਇਹ ਗੱਲ ਸੰਤ ਪੌਲਸ ਨੇ ਪਤਰਸ ਨੂੰ ਕਹੀ ਤਾਂ ਪਤਰਸ ਦੇ ਉੱਪਰ ਚਾਹੇ ਕਲੀਸਿਆ ਬਣੀ ਹੈ, ਚਾਹੇ ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਕਿਹਾਗਾ ਕਿ ਮੈਂ ਤੇਰੇ ਉੱਪਰ ਮੇਰੀ ਕਲੀਸਿਆ ਬਣਾਵਾਂਗਾ, ਤਾਂ ਪਤਰਸ ਨੇ ਕੋਈ ਵਾਦ ਵਿਵਾਦ ਨਹੀਂ ਕਰਿਆ। ਉਸਨੇ ਸਮਝਿਆ ਕਿ ਮੇਰਾ ਮਿੱਤਰ ਹੈ, ਇਹ ਕੀ ਹੈ? ਇਹ ਮੇਰਾ ਸੱਚਾ ਦੋਸਤ ਹੈ ਕਿ ਜੋ ਮੇਰੀ ਜਾਨ ਨੂੰ ਬਚਾਉਣਾ ਚਾਹੁੰਦਾ ਗਾ, ਔਰ ਮੇਰੇ ਤੋਂ ਗਲਤੀ ਨਾ ਹੋਵੇ, ਔਰ ਮੇਰੇ ਤੋਂ ਕਿਸੇ ਨੂੰ ਕੋਈ ਦੁੱਖ ਨਾ ਪਹੁੰਚੇ। ਦੇਖੋ ਪਤਰਸ ਨੇ ਉਸ ਗੱਲ ਨੂੰ ਮੰਨ ਵੀ ਲਿਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਔਰ ਆਪਾਂ ਪੜਾਂਗੇ ਗਲਾਤੀਆਂ ਉਹਦਾ 4 ਅਧਿਆਏ। ਔਰ ਇੱਥੇ ਵੀ ਪਰਮੇਸ਼ਰ ਦਾ ਦਾਸ ਸੰਤ ਪੌਲਸ ਗਲਾਤੀਆਂ ਦੇ ਕਲੀਸਿਆ ਨੂੰ ਕੁਝ ਬੋਲ ਰਿਹਾ ਹੈਗਾ। ਆਪਾਂ ਪੜਾਂਗੇ ਉਹ 4 ਦੀ 12 ਪੜੋ। ਇਹ ਭਰਾਵੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਾਈ ਤੁਸੀਂ ਮੇਰੇ ਜਿਹੇ ਬਣੋ, ਇਸ ਲਈ ਜੋ ਮੈਂ ਵੀ ਤੁਹਾਡੇ ਜਿਹਾ ਬਣਿਆ ਹਾਂ। ਤੁਸੀਂ ਮੇਰੇ ਨਾਲ ਬੁਰੇ ਨਹੀਂ ਵਰਤੇ। ਦੇਖੋ ਪਰਮੇਸ਼ਰ ਦਾ ਦਾਸ
ਗਲਾਤੀਆਂ ਦੇ ਕਲੀਸਿਆ ਨੂੰ ਕਹਿ ਰਿਹਾਗਾ ਵੀ ਤੁਸੀਂ ਮੇਰੇ ਜੈਸੇ ਬਣੋ, ਕਿਉਂ ਮੈਂ ਤੁਹਾਡੇ ਜੈਸਾ ਬਣਿਆ। ਤੁਹਾਡੇ ਜੈਸਾ ਬਣਿਆ ਮਤਲਬ ਤੁਹਾਡੇ ਜੈਸੇ ਕੰਮ ਨਹੀਂ ਕਰੇ। ਤੁਹਾਨੂੰ ਅਗਰ ਪਰੇਸ਼ਾਨੀ ਸੀ ਤਾਂ ਮੈਂ ਤੁਹਾਡੀ ਪਰੇਸ਼ਾਨੀ ਨੂੰ ਆਪਣੀ ਪਰੇਸ਼ਾਨੀ ਸਮਝਿਆ। ਤੁਹਾਨੂੰ ਪ੍ਰਾਰਥਨਾ ਦੀ ਜ਼ਰੂਰਤ ਸੀ ਤਾਂ ਮੈਂ ਤੁਹਾਡੇ ਲਈ ਪ੍ਰਾਰਥਨਾ ਲਈ ਆਇਆ। ਤੁਹਾਨੂੰ ਜਿਸ ਕਸ਼ਟ ਦੀ ਜ਼ਰੂਰਤ ਸੀ ਮੈਂ ਤੁਹਾਡੇ ਲਈ ਐਸਾ ਹੀ ਬਣ ਗਿਆ। ਤੁਸੀਂ ਕੀ ਤੁਸੀਂ ਮੇਰੇ ਜੈਸੇ ਬਣ ਜਾਓ। ਕਿਉਂ? ਕਿਉਂਕਿ ਤੁਸੀਂ ਮੇਰੇ ਨਾਲ ਕਦੇ ਬੁਰਾ ਨਹੀਂ ਵਰਤੇ। ਤੁਸੀਂ ਮੇਰੇ ਨਾਲ ਕੀ ਹੋ? ਹਮੇਸ਼ਾ ਚੰਗਾ ਹੀ ਵਰਤਿਆਗਾ। ਹਿੰਦੀ ਵਚਨ ਖੋਲੋ ਜੀ ਇੱਕ ਵਾਰ। हे भाइयों, मैं तुमसे बेनती करता हूँ, हम्म। तुम मेरे समान हो जाओ, क्योंकि मैं भी तुम्हारे समान हो गया हूँ। तुमने मेरा कुछ बिगाड़ा नहीं। ਤੁਸੀਂ ਮੇਰਾ ਕੁਝ ਬੁਰਾ ਨਹੀਂ ਕਰਿਆ। ਤੁਸੀਂ ਮੇਰਾ ਕੁਝ ਬੁਰਾ ਨਹੀਂ ਕਰਿਆ। ਫਿਰ ਪੜੋ ਜੀ ਦਾ 14 ਵਚਨ। और तुमने मेरी शारीरिक दशा को, जो तुम्हारी परीक्षा का कारण थी, कुछ ना जाना, ना उससे घृणा की, और परमेश्वर के दूत वर्ण स्वयं मसीह के समान मुझे ग्रहण किया। ਸਾਰੇ ਬੋਲੋ ਹਾਲੇਲੂਇਆ। ਇਹ ਉਦੋਂ ਦੀ ਗੱਲ ਦੱਸ ਰਿਹਾ ਸੰਤ ਪੌਲਸ। ਸ਼ੁਰੂਆਤ ਦੇ ਵਿੱਚ ਜਦੋਂ ਉਹਨਾਂ ਲੋਕਾਂ ਦੇ ਕੋਲ ਜਾਂਦਾ ਸੀਗਾ, ਉਹਨਾਂ ਨੂੰ ਮਿਲਦਾ ਗਿਲਦਾ ਸੀਗਾ, ਤਾਂ ਕੀ ਕਹਿੰਦਾਗਾ ਕਿ ਤੁਸੀਂ ਮੇਰਾ ਨਾ ਮੈਨੂੰ ਜਿਵੇਂ ਕਬੂਲ ਕਰਦੇ ਸੀਗੇ, ਮੈਨੂੰ ਆਪਣੇ ਘਰ ਦੇ ਵਿੱਚ ਉਤਾਰਦੇ ਸੀਗੇ, ਤਾਂ ਕਿਵੇਂ ਉਤਾਰਦੇ ਸੀਗੇ ਕਿ ਜਿਵੇਂ ਮੈਂ ਕੋਈ ਸਵਰਗਦੂਤ ਹੋਵਾਂ। ਪੰਜਾਬੀ ਪੜ੍ਹੋ ਇੱਕ ਵਾਰ ਜੀ। ਅਤੇ ਉਹ ਜੋ ਮੇਰੇ ਸਰੀਰ ਵਿੱਚ ਹਾਂ ਤੁਹਾਡੇ ਲਈ ਇੱਕ ਪਰਤਾਵਾ ਸੀ, ਉਹਨੂੰ ਤੁਸੀਂ ਤੁੱਛ ਨਾ ਜਾਣਿਆ, ਨਾ ਉਹ ਤੋਂ ਸੂਗ ਕੀਤੀ, ਹਾਂ ਪਰ ਮੈਨੂੰ ਪਰਮੇਸ਼ਵਰ ਦੇ ਦੂਤ ਦੀ ਨਿਆਈ, ਹਾਂ ਮੈਨੂੰ ਪਰਮੇਸ਼ਵਰ ਦੇ ਦੂਤ ਦੀ ਨਿਆਈ, ਹਾਂ ਸਗੋਂ ਮਸੀਹ ਯੀਸ਼ੂ ਦੀ ਨਿਆਈ ਕਬੂਲ ਕੀਤਾ। ਮੈਨੂੰ ਤਾਂ ਤੁਸੀਂ ਪ੍ਰਭੂ ਯਿਸੂ ਮਸੀਹ ਮੰਨ ਕੇ ਕਬੂਲ ਕਰਦੇ ਸੀਗੇ। ਕਦੋਂ? ਸ਼ੁਰੂਆਤ ਦੇ ਵਿੱਚ। ਹੁੰਦਾ ਇਸ ਤਰ੍ਹਾਂ ਹੀ ਹੈ ਕਿ ਜਦ ਇਨਸਾਨ ਬਹੁਤ ਦੁਖੀ ਹੋਵੇ ਨਾ, ਜਦ ਇਨਸਾਨ ਬਹੁਤ ਪਰੇਸ਼ਾਨ ਹੋਵੇ, ਉਹਦਾ ਕੋਈ ਹੱਲ ਨਾ ਹੋਵੇ, ਕਿ ਜਦ ਪਰਮੇਸ਼ਵਰ ਦਾ ਕੋਈ ਦਾਸ, ਪਰਮੇਸ਼ਵਰ ਦਾ ਸੱਚਾ ਦਾਸ ਸੱਚਾਈ ਨਾਲ ਉਸ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਸਿਖਾਵੇ, ਉਹਨਾਂ ਨੂੰ ਵਧਾਵੇ, ਉਹਨਾਂ ਦੇ ਜੀਵਨ ਦੇ ਵਿੱਚ ਉਸ ਦੇ ਦੁਆਰਾ ਚਮਤਕਾਰ ਹੋ ਜਾਏ, ਤਾਂ ਇਨਸਾਨ ਦੀ ਕਦਰ ਬਹੁਤ ਕਰਦੇ ਨੇ। ਉਸ ਸੇਵਕ ਦੀ ਕਦਰ ਬਹੁਤ ਕਰਦੇ ਨੇ। ਕਿਉਂ? ਨਵੇਂ ਕਰਦੇ ਨੇ। ਲੇਕਿਨ ਜਦੋਂ ਪੁਰਾਣਾ ਹੋ ਜਾਏ ਫਿਰ ਉਹਦੇ ਵੱਲ ਦੇਖਦੇ ਵੀ ਨਹੀਂ। ਉਹ ਇਨਸਾਨ ਪਰਮੇਸ਼ਰ ਦਾਸ ਚਾਹੇ ਘਰੇ ਵੀ ਆ ਜਾਏ, ਫਿਰ ਆਪਣੇ ਕੰਮ ਨੂੰ ਲੱਗੇ ਰਹਿੰਦੇ ਨੇ। ਕਿਉਂ? ਪਰਮੇਸ਼ਰ ਦਾਸ ਇਹੀ ਕਹਿੰਦਾਗਾ, ਕੀ ਕਹਿੰਦਾਗਾ ਕਿ ਤੁਸੀਂ ਮੈਨੂੰ ਪਹਿਲਾਂ ਕਬੂਲ ਕਰਦੇ ਸੀਗੇ ਕਿ ਜਿਵੇਂ ਤੁਹਾਡੇ ਘਰ ਦੇ ਵਿੱਚ ਕੋਈ ਪਰਮੇਸ਼ਰ ਦਾ ਦੂਤ ਆਇਆ ਹੋਵੇ। ਫਿਰ ਦੂਤ ਨੂੰ ਛੱਡੋ, ਤੁਸੀਂ ਤਾਂ ਮੈਨੂੰ ਇਸ ਤਰ੍ਹਾਂ ਕਬੂਲ ਕਰਦੇ ਜਿਵੇਂ ਖੁਦ ਮਸੀਹ ਤੁਹਾਡੇ ਘਰ ਦੇ ਵਿੱਚ ਆ ਗਿਆ ਹੋਵੇ। ਫਿਰ ਅੱਗੇ ਪੜੋ ਜੀ 15। ਸੋ ਹੁਣ ਤੁਹਾਡਾ ਧੰਨਵਾਦ ਕਿੱਥੇ ਗਿਆ? ਹਾਂ ਹਿੰਦੀ ਪੜੋ ਜੀ। तो मैं तुम्हारा आनंद मनाना कहाँ गया? ਹੁਣ ਤੁਹਾਡਾ ਉਹ ਆਨੰਦ ਕਿੱਥੇ ਚਲਾ ਗਿਆ ਭਾਈ? ਹਾਲੇਲੂਇਆ। ਹੁਣ ਤੁਹਾਡਾ ਉਹ ਆਨੰਦ ਕਿੱਥੇ ਚਲਾ ਗਿਆ? ਪਹਿਲਾਂ ਜਦ ਪਰਮੇਸ਼ਰ ਦਾ ਦਾਸ ਆਉਂਦਾ ਸੀ ਨਵੇਂ ਲੋਕਾਂ ਦੇ ਵਿੱਚ, ਮੈਂ ਨਵੇਂ ਲੋਕਾਂ ਦੀ ਗੱਲ ਕਰਦਾ, ਤੁਸੀਂ ਤਾਂ ਚਲੋ ਬਹੁਤ ਚੰਗੇ ਹੋ, ਹਾਂ ਨਵੇਂ ਲੋਕਾਂ ਦੀ ਗੱਲ ਕਰਦੇ ਹਾਂ, ਮਤਲਬ ਬੜੇ ਖੁਸ਼ ਹੁੰਦੇ ਸੀਗੇ, ਸਾਡੇ ਦੇ ਘਰੇ ਪ੍ਰਭੂ ਹੀ ਆ ਗਿਆ, ਸਾਡੇ ਦੇ ਘਰ ਪ੍ਰਭੂ ਦਾ ਦਾਸ ਆ ਗਿਆ, ਸਾਡੇ ਦੇ ਘਰੇ ਪ੍ਰਭੂ ਯਿਸੂ ਮਸੀਹ ਆ ਗਿਆ, ਉਹਦਾ ਦੂਤ ਆ ਗਏ। ਹੁੰਦਾ ਸੀ ਇੱਕ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਹੀ। ਉਸ ਘਰ ਦੇ ਵਿੱਚ ਬਜ਼ੁਰਗ ਮਾਤਾ ਸੀ, ਉਹਨਾਂ ਦੇ ਘਰ ਵਿੱਚ ਸਮੱਸਿਆ ਬਹੁਤ ਜ਼ਿਆਦਾ ਸੀ, ਅਤੇ ਜਦੋਂ ਉਸ ਜਗ੍ਹਾ 'ਤੇ ਪਰਮੇਸ਼ਵਰ ਨੇ ਇਸਤੇਮਾਲ ਕੀਤਾ ਪਾਸਟਰ ਜੱਸਾ ਜੀ ਦਾ ਅਰਥ ਮੇਰਾ, ਤਾਂ ਉਸ ਮਾਤਾ ਹੀ ਕਰਦੀ ਸੀ, ਕਦੇ ਹੱਥ ਫੜ ਲਵੇ, ਹੱਥਾਂ ਨੂੰ ਚੁੰਮਣਾ ਸ਼ੁਰੂ ਕਰ ਦੇਵੇ, ਕਦੇ ਮੂੰਹ ਨੂੰ ਚੁੰਮੇ, ਤੁਸੀਂ ਮੇਰੇ ਬੱਚੇ ਬੱਚੇ ਨਹੀਂ ਤੁਸੀਂ ਮੇਰੇ, ਮੈਂ ਤੁਹਾਨੂੰ ਕੁਛ ਜਾਣਦੀ ਨਹੀਂ, ਤੁਸੀਂ ਪ੍ਰਭੂ ਯਿਸੂ ਹੋ, ਤੁਸੀਂ ਤਾਂ ਪਰਮੇਸ਼ਵਰ ਦੇ ਦਊਤ ਹੋ, ਇੱਦਾਂ ਬੋਲਦੇ ਸੀਗੇ ਸ਼ੁਰੂਆਤ ਦੇ ਵਿੱਚ। ਲੇਕਿਨ ਜਦੋਂ ਕੰਮ ਘਰ ਦੇ ਵਿੱਚ ਪੂਰਾ ਹੋ ਗਿਆ, ਸਭ ਕੁਝ ਓਕੇ ਹੋ ਗਿਆ, ਹੁਣ ਕੁਛ ਨਹੀਂ ਦਿਖਦਾ ਉੱਥੇ। ਚਾਹੇ ਜਾ ਕੇ ਆਓ ਉੱਥੇ, ਲੇਕਿਨ ਮਾਤਾ ਦਾ ਮੂੰਹ ਇੱਧਰ ਹੁੰਦਾ ਗਾ ਦੂਜੇ ਪਾਸੇ ਨੂੰ, ਅਤੇ ਚਾਹੇ ਪਰਮੇਸ਼ਰ ਦੇ ਦਾਸ ਉੱਥੇ ਬੈਠੇ ਹੋਣਾ। ਇੱਕ ਵਾਰ ਫਿਰ ਪੜੋ ਜੀ 15। तो वह तुम्हारा आनंद मनाना कहाँ गया? ਤੁਹਾਡਾ ਉਹ ਆਨੰਦ ਕਿੱਥੇ ਚਲਾ ਗਿਆ? ਸਾਰੇ ਬੋਲੋ ਹਾਲੇਲੂਇਆ। ਫਿਰ ਅੱਗੇ मैं तुम्हारा गवाह हूँ कि यदि हो सकता तो तुम अपनी आंखें भी निकाल कर मुझे दे देते। ਸਾਰੇ ਬੋਲੋ ਹਾਲੇਲੂਇਆ। ਮੈਂ ਤਾਂ ਇਹ ਗੱਲ ਦੀ ਗਵਾਹੀ ਭਰਦਾਗਾ ਕਿ ਸ਼ੁਰੂਆਤ ਦੇ ਵਿੱਚ ਮੈਂ ਜਦੋਂ ਤੁਹਾਨੂੰ ਕਹਿੰਦਾ ਨਾ ਭਾਈ ਮੈਨੂੰ ਅੱਖਾਂ ਕੱਢ ਕੇ ਦੇ ਦਿਓ ਆਪਣੀਆਂ, ਤੇ ਤੁਸੀਂ ਆਪਣੀਆਂ ਅੱਖਾਂ ਕੱਢ ਕੇ ਦੇਣ ਨੂੰ ਤਿਆਰ ਸੀਗੇ। ਹਾਲੇਲੂਇਆ ਹਾਲੇਲੂਇਆ। ਮੈਂ ਇਹ ਗੱਲ ਦਾ ਕੀ ਆ ਖੁਦ ਗਵਾਹਾਂਗਾ। ਸੰਤ ਪੌਲਸ ਕਹਿੰਦਾਗਾ ਕਿਹਨਾਂ ਨੂੰ? ਗਲਾਤੀਆ ਦੀ ਕਲੀਸਿਆ ਨੂੰ, ਕਿ ਮੈਂ ਇਹ ਗੱਲ ਦਾ ਗਵਾਹਾਂਗਾ ਵੀ ਜੇ ਮੈਂ ਉਸ ਸਮੇਂ ਤੁਹਾਨੂੰ ਕਹਿ ਦਿੰਦਾ, ਤੁਹਾਡੇ ਉਸ ਪਿਆਰ ਨੂੰ ਦੇਖ ਕੇ, ਤੁਹਾਡੀ ਸ਼ਰਧਾ ਨੂੰ ਦੇਖ ਕੇ ਮੈਂ ਕਹਿ ਦਿੰਦਾ ਕਿ ਆਪਣੀਆਂ ਅੱਖਾਂ ਕੱਢ ਕੇ ਮੈਨੂੰ ਦੇ ਦਿਓ, ਤਾਂ ਤੁਸੀਂ ਮੈਨੂੰ ਇੱਕ ਪਲ ਦੇ ਲਈ ਵੀ ਮਨਾ ਨਹੀਂ ਕਰਨਾ ਸੀਗਾ। ਤੁਸੀਂ ਆਪਣੀਆਂ ਅੱਖਾਂ ਕੱਢ ਕੇ ਲੈ ਜੀ ਪਾਸਟਰ ਜੀ, ਅੱਖਾਂ ਦੀ ਕਿੱਡੀ ਗੱਲ ਹੈ, ਸਰੀਰ ਤੁਹਾਡਾ ਜੋ ਮਰਜ਼ੀ ਲੈ ਜਾਓ। ਲੇਕਿਨ ਹੁਣ ਜੇ ਇੱਥੋਂ ਨਾਲੇ ਤੇ ਬੁਲਾਉਣਾ ਪੈ ਜਾਏ ਵੀ ਭਾਈ ਲੈ ਜਾਓ ਇੱਥੋਂ ਆ ਕੇ, ਤੁਸੀਂ ਤੁਰ ਕੇ ਆ ਜਾਓ ਜੀ। ਜੇ ਕੋਈ ਪਰਮੇਸ਼ਰ ਦਾ ਦਾਸ ਕੋਈ ਗੱਲ ਕਹਿ ਦਿੰਦਾਗਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਓ, ਜੇ ਪਰਮੇਸ਼ਰ ਦਾ ਦਾਸ ਕੋਈ ਮਤ ਕਹੇ ਵੀ ਭਾਈ ਸਾਹਿਬ ਅਸੀਂ ਇਹ ਕੰਮ ਕਰਨਾ, ਪੁੱਛ ਲਵੇ ਕੋਈ ਵਿਸ਼ਵਾਸੀ, ਜੇ ਪਾਸਟਰ ਨੂੰ ਪੁੱਛਣਾ ਭਾਈ ਚਲੋ ਮੰਨੋ ਜੀ ਪੱਖਾ ਲਿਆਉਣਾ ਜੀ, ਪੱਖਾ ਕਿਹੜੀ ਕੰਪਨੀ ਦਾ ਲੈ ਕੇ ਆਈਏ, ਜੇ ਉਹ ਕਹੇ ਭਾਈ ਓਰੀਐਂਟ ਲਿਆਓ, ਊਸ਼ਾ ਦਾ ਕਿਵੇਂ ਰਹੂਗਾ ਜੀ? ਹੈਂ ਖੈਤਾਨ ਦਾ ਕਿਵੇਂ ਰਹੂਗਾ ਜੀ? ਨਾਲੇ ਸਸਤਾ ਨਾਲੇ ਹਵਾ ਵੱਧ ਹੁੰਦੀ ਉਹਦੀ। ਜੇ ਭਰਾਵਾ ਤੈਨੂੰ ਪਤਾ ਪੁੱਛਦਾ ਕਿਵੇਂ ਤੂੰ?
ਫਿਰ ਇਸ ਤਰ੍ਹਾਂ ਹੁੰਦਾ ਕਿ ਜ਼ਿਆਦਾਤਰ, ਲੇਕਿਨ ਸ਼ੁਰੂਆਤ ਦੇ ਵਿੱਚ ਨਹੀਂ ਜੀ ਪਾਸਟਰ ਜੀ ਨੇ ਗੱਲ ਕਹਿਤੀ ਜਿਹੜੀ ਕਹਿਤੀ ਪੱਕੀ ਹੈ। ਪਰਮੇਸ਼ਰ ਦਾਸ ਹੀ ਕਹਿੰਦਾ ਤੁਹਾਡਾ ਉਹ ਆਨੰਦ ਕਿੱਥੇ ਗਿਆ। ਇੱਕ ਵਾਰ ਫਿਰ ਪੜੋ ਜੀ 15 ਨੂੰ। तो मैं तुम्हारा आनंद मनाना कहाँ गया? ਤੁਹਾਡਾ ਉਹ ਆਨੰਦ ਕਿੱਥੇ ਗਿਆ, ਤੁਹਾਡਾ ਉਹ ਪਿਆਰ ਕਿੱਥੇ ਗਿਆ, ਤੁਹਾਡੀਆਂ ਉਹ ਗੱਲਾਂ ਕਿੱਥੇ ਗਈਆਂ। ਫਿਰ मैं तुम्हारा गवाह हूँ। ਮਤਲਬ ਮੈਂ ਗੱਲ ਦੀ ਗਵਾਹੀ ਭਰਦਾ, ਮੈਂ ਅੱਜ ਵੀ ਭਰਦਾ, ਮੈਂ ਗੱਲ ਦੀ ਗਵਾਹੀ ਬਾਹਰ ਲੋਕਾਂ ਵਿੱਚ ਕਹਿ ਦਿੰਦਾ ਮੈਂ। ਤੇ ਪਾਸਟਰ ਜੀ ਨਾਲ ਨੇ ਕਹਿੰਦੇ ਬਾਅਦ ਚ ਪੁੱਛੇ ਇਹਨਾਂ ਨੂੰ, ਮੈਂ ਅੱਜ ਵੀ ਕਹਿ ਦਿੰਦਾ ਲੋਕਾਂ ਨੂੰ ਬਾਹਰ ਜਾ ਕੇ, ਲੇਕਿਨ ਮੇਰੀ ਤਾਂ ਗਵਾਹੀ ਹੈਗੀ ਤੁਹਾਡੇ ਲਈ ਇਹ ਗੱਲ। ਫਿਰ ਅੱਗੇ कि यदि हो सकता हाँ? तुम अपनी आंखें भी निकाल कर मुझे दे देते। ਮਤਲਬ ਤੁਹਾਡੇ ਅੰਦਰ ਇੰਨਾ ਸੀ ਸਾਡੇ ਲਈ, ਤੁਹਾਡੇ ਅੰਦਰ ਸਾਡੇ ਲਈ ਇੰਨਾ ਸੀਗਾ ਕਿ ਤੁਸੀਂ ਆਪਣੀਆਂ ਅੱਖਾਂ ਕੱਢ ਕੇ ਸਾਨੂੰ ਦੇ ਦਿੰਦੇ। ਫਿਰ ਅੱਗੇ ਪੜੋ ਧਿਆਨ ਨਾਲ 16 ਨੂੰ। तो क्या तुमसे सच बोलने के कारण मैं तुम्हारा बैरी बन गया हूँ? ਬਸ ਗੱਲ ਇੱਥੇ ਹੀ ਹੈ। ਹਾਲੇਲੂਇਆ ਹਾਲੇਲੂया। ਇੱਕ ਵਾਰ ਫਿਰ ਪੜੋ ਜੀ ਉੱਚੀ ਆਵਾਜ਼ ਦੇ ਵਿੱਚ। तो क्या तुमसे सच बोलने के कारण मैं तुम्हारा बैरी बन गया हूँ? ਮਤਲਬ ਮੈਂ ਤੁਹਾਨੂੰ ਸੱਚ ਕਹਿਤਾ ਤੇ ਮੈਂ ਤੁਹਾਡਾ ਦੁਸ਼ਮਣ ਬਣ ਗਿਆ। ਯਿਸੂ ਮਸੀਹ ਦਾ ਤੂੰ ਮਿੱਤਰ ਇਹਨਾਂ ਦਾ ਹੋਈ। ਯਿਸੂ ਮਸੀਹ ਕਿਹਾਗਾ ਕਿ ਤੂੰ ਮੇਰਾ ਮਿੱਤਰ ਹੈ, ਮੈਂ ਤੇਰਾ ਮਿੱਤਰ ਹੈ, ਔਰ ਜਿੱਧਰ ਤੂੰ ਜਾਣਾਗਾ ਉਹ ਵੀ ਮੇਰਾ ਮਿੱਤਰ ਹੈ। ਔਰ ਤੁਸੀਂ ਸਾਰੇ ਕੀ ਹੋ, ਤੁਸੀਂ ਤਾਂ ਇੱਕ ਦੂਜੇ ਦੇ ਮਿੱਤਰ ਹੋ। ਜੇ ਤੈਨੂੰ ਕਿਤੇ ਕੋਈ ਗੱਲ ਲੱਗੀ, ਮੈਂ ਤੈਨੂੰ ਕਹਿਣਾ ਕਿ ਜਾ ਕੇ ਉਹਨਾਂ ਨੂੰ ਦੱਸ ਦੇ ਇਹ ਗੱਲ ਇਸ ਤਰ੍ਹਾਂ ਦੀ, ਇਹ ਗੱਲ ਇਸ ਤਰ੍ਹਾਂ ਹੈ, ਜਾ ਕੇ ਕਹਿ ਦੇ। ਲੇਕਿਨ ਹੋਇਆ ਕਿ ਜੇ ਤੂੰ ਸੱਚ ਕਹਤਾ ਤੇ ਫਿਰ ਸਾਹਮਣੇ ਵਾਲਾ ਕੀ ਸਮਝੂਗਾ, ਇਹ ਤਾਂ ਮੇਰਾ ਦੁਸ਼ਮਣ ਹੈ, ਇਹ ਮੇਰਾ ਮਿੱਤਰ ਥੋੜੀ ਹੈ, ਇਹ ਮੇਰਾ ਕੀ ਹੈ, ਇਹ ਮੇਰਾ ਦੁਸ਼ਮਣ ਹੈ। ਇੱਕ ਵਾਰ ਫਿਰ ਪੜੋ ਪੰਜਾਬੀ ਦੇ ਵਿੱਚ 16 ਨੂੰ ਉੱਚੀ ਆਵਾਜ਼। ਕੀ ਮੈਂ ਤੁਹਾਨੂੰ ਸੱਚੀ ਗੱਲ ਆਖਣ ਨਾਲ ਤੁਹਾਡਾ ਵੈਰੀ ਬਣ ਗਿਆ? ਮੈਂ ਤੁਹਾਡਾ ਵੈਰੀ ਬਣ ਗਿਆ। ਅੱਜ ਦੇਖੋ ਤੁਹਾਡਾ ਕੋਈ ਮਿੱਤਰ ਹੈ, ਉਹਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰੋ, ਉਹ ਬੜਾ ਖੁਸ਼ ਹੋਊਗਾ, ਇਹ ਬੜਾ ਚੰਗਾ ਬੋਲਦਾ ਗਾ। ਤੇ ਜੇ ਕਿਸ ਨੂੰ ਕੌੜੀ ਗੱਲ ਕਹਿ ਦੋ, ਇਹਦੀ ਤਾਂ ਬੋਲੀ ਵਿੱਚ ਸਿਰ ਹੀ ਨਹੀਂ ਹੈਗੀ, ਇਹ ਤਾਂ ਇਦਾਂ ਹੀ ਕਰਦਾ ਗਾ, ਇਹਨੂੰ ਤਾਂ ਬੋਲਣ ਦਾ ਨਹੀਂ ਪਤਾ ਹੁੰਦਾ। ਇਦਾਂ ਜ਼ਿਆਦਾਤਰ ਲੋਕ ਕਹਿੰਦੇ ਨੇ, ਕਿਉਂ? ਉਹਨੂੰ ਕਿਹੜਾ ਪਤਾ ਬੋਲਣ ਦਾ, ਉਹਨੂੰ ਕਿਹੜਾ ਪਤਾ ਗੱਲ ਕਰਨ ਦਾ। ਸਹੀ ਦੇ ਵਿੱਚ ਮਿੱਤਰ ਕਿਹੜਾ ਤੁਹਾਡਾ ਮਿੱਤਰ ਉਹੀ ਹੈ ਕਿ ਜਿਹੜਾ ਤੁਹਾਨੂੰ ਸੱਚੀ ਗੱਲ ਕਹਿ ਸਕਦਾ ਗਾ, ਜਿਹੜਾ ਤੁਹਾਡੇ ਅੱਗੇ ਪਿੱਛੇ ਨਹੀਂ ਬੋਲ ਸਕਦਾ ਨਾ, ਮੂੰਹ ਦੇ ਉੱਪਰ ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਗਾ, ਤੁਹਾਡੀਆਂ ਗਲਤੀਆਂ ਦੇਖਦਾ ਗਾ, ਲੇਕਿਨ ਫਿਰ ਵੀ ਤੁਹਾਡਾ ਮੂੰਹ ਆਪਣਾ ਮੂੰਹ ਬੰਦ ਰੱਖਦਾ ਗਾ। ਉਹ ਤੁਹਾਡਾ ਮਿੱਤਰ ਨਹੀਂ, ਉਹ ਤੁਹਾਡਾ ਦੁਸ਼ਮਣ ਹੈ। ਉਹ ਤੁਹਾਨੂੰ ਮਾਰਨਾ ਚਾਹੁੰਦਾ ਗਾ, ਉਹ ਤੁਹਾਨੂੰ ਨਰਕ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਗਾ। ਅਗਰ ਮਿੱਤਰ ਹੈ ਤਾਂ ਮਿੱਤਰ ਕੀ ਕਰੇਗਾ, ਉਹ ਤੁਹਾਨੂੰ ਬਚਾਉਣ ਦਾ ਪ੍ਰਯਾਸ ਕਰੇਗਾ। ਅਗਰ ਮਿੱਤਰ ਹੈ ਉਹ ਕੀ ਕਰੇਗਾ, ਉਹ ਤੁਹਾਨੂੰ ਸੱਚੀ ਗੱਲ ਤੁਹਾਡੇ ਮੂੰਹ ਦੇ ਉੱਪਰ ਕਹਿ ਦੇਵੇਗਾ, ਉਹਦਾ ਅੰਜਾਮ ਚਾਹੇ ਜੋ ਵੀ ਹੋਵੇ। ਸੰਤ ਪੌਲਸ ਨੇ ਕੀ ਕੀਤਾ, ਕੋਰਿੰਥੀਆਂ ਦੀ ਕਲੀਸਿਆ ਨੂੰ ਸਾਰੀਆਂ ਗੱਲਾਂ ਕਹੀਆਂ ਜਾ ਕੇ ਉਹਨਾਂ ਨੂੰ, ਲੇਕਿਨ ਉਹਨਾਂ ਲੋਕਾਂ ਨੂੰ ਦੁੱਖ ਤਾਂ ਲੱਗਿਆ, ਲੇਕਿਨ ਬਾਅਦ ਵਿੱਚ ਕੀ ਕਰੀ, ਤੋਬਾ ਕਰੀ ਉਹਨਾਂ ਲੋਕਾਂ ਨੇ। ਫਿਰ ਸੰਤ ਪੌਲਸ ਕਹਿੰਦਾ ਮੈਂ ਆਨੰਦ ਕਰਦਾ ਗੱਲ ਦੇ ਵਿੱਚ। ਅਗਰ ਉਹ ਸੰਤ ਪੌਲਸ ਜਾ ਕੇ ਉਹਨਾਂ ਨੂੰ ਕਹਿੰਦਾ ਕੋਈ ਗੱਲ ਨਹੀਂ, ਚੱਲੀ ਜਾਂਦਾ, ਥੋੜਾ ਬਹੁਤਾ ਕਰੀ ਚੱਲੋ, ਝੂਠ ਬੋਲੀ ਚੱਲੋ, ਲਾਲਚ ਕਰੀ ਜਾਓ, ਪ੍ਰਾਰਥਨਾ ਕਰੀ ਜਾਓ, ਬੰਦਗੀ ਵਿੱਚ ਜਾਈ ਜਾਓ, ਤਾਂ ਕੀ ਫਾਇਦਾ ਸੀ ਉੱਥੇ। ਲੇਕਿਨ ਸੰਤ ਪੌਲਸ ਨੇ ਝਿੜਕਿਆ ਉਹਨਾਂ ਲੋਕਾਂ ਨੂੰ, ਘੂਰਿਆ ਉਹਨਾਂ ਲੋਕਾਂ ਨੂੰ, ਔਰ ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਲੋਕਾਂ ਨੇ ਤੋਬਾ ਕਰੀ। ਔਰ ਇੱਥੇ ਪਰਮੇਸ਼ਰ ਦਾ ਦਾਸ ਸੰਤ ਪੌਲਸ ਇਹੀ ਕਹਿ ਰਿਹਾਗਾ ਕਿ ਜਦ ਮੈਂ ਸ਼ੁਰੂ ਵਿੱਚ ਤੁਹਾਡੇ ਕੋਲ ਆਇਆ ਸੀਗਾ, ਤੁਹਾਡਾ ਆਨੰਦ ਬੜਾ ਸੀਗਾ, ਅੱਜ ਤੁਹਾਡਾ ਆਨੰਦ ਕਿੱਥੇ ਚਲਾ ਗਿਆ। ਤਾਂ ਤੁਸੀਂ ਆਪਣੇ ਜ਼ਰੂਰੀ ਕੰਮ ਛੱਡ ਕੇ ਸਾਡੇ ਕੋਲ ਬੈਠਦੇ ਸੀਗੇ, ਸਾਡੇ ਕੋਲ ਵਚਨ ਸੁਣਦੇ ਸੀਗੇ, ਪ੍ਰਾਰਥਨਾਵਾਂ ਕਰਾਉਂਦੇ ਸੀਗੇ, ਲੇਕਿਨ ਅੱਜ ਸਾਨੂੰ ਦੇਖਦੇ ਹੋ ਆਪਣੇ ਕੰਮ ਨੂੰ ਨਿਕਲ ਜਾਂਦੇ ਹੋ। ਕਿਉਂ? ਹੁਣ ਤੁਸੀਂ ਗੱਲ ਸੁਣਨਾ ਨਹੀਂ ਚਾਹੁੰਦੇ ਸਾਨੂੰ। ਸ਼ੁਰੂਆਤ ਦੇ ਵਿੱਚ ਤੁਸੀਂ ਆਪਣੀਆਂ ਅੱਖਾਂ ਕੱਢ ਕੇ ਦੇਣ ਨੂੰ ਸਾਨੂੰ ਤਿਆਰ ਸੀਗੇ, ਲੇਕਿਨ ਅੱਜ ਕੀ ਅਸੀਂ ਤੁਹਾਡੇ ਵੈਰੀ ਬਣ ਗਏ। ਇੱਕ ਵਾਰ ਫਿਰ ਵਚਨ ਪੜੋ ਮੇਰੇ ਨਾਲ 4:16। ਫਿਰ ਕੀ ਮੈਂ ਤੁਹਾਨੂੰ ਸੱਚੀ ਗੱਲ ਆਖਣ, ਮੈਂ ਤੁਹਾਨੂੰ ਸੱਚੀ ਗੱਲ ਕਹਿਣ ਦੇ ਨਾਲ ਕੀ ਮੈਂ ਤੁਹਾਡਾ ਵੈਰੀ ਬਣ ਗਿਆ ਹੁਣ ਮੈਂ। ਪੜੋ ਜੀ 17 16। ਫਿਰ ਕੀ ਮੈਂ ਤੁਹਾਨੂੰ ਸੱਚੀ ਗੱਲ ਆਖਣ ਨਾਲ ਤੁਹਾਡਾ ਵੈਰੀ ਬਣ ਗਿਆ। ਕੀ ਮੈਂ ਤੁਹਾਡਾ ਵੈਰੀ ਬਣ ਗਿਆ ਕਿ ਮੈਂ ਤੁਹਾਨੂੰ ਸੱਚ ਕਹਿਤਾ। ਅਗਰ ਤੁਸੀਂ ਸੱਚ ਨਹੀਂ ਸੁਣਨਾ ਚਾਹੁੰਦੇ ਹੋ, ਪਾਸਟਰ ਜੀ ਜੀਵਨ ਦੇ ਵਿੱਚ ਬਿਮਾਰੀ ਕਿਉਂ ਹੈ, ਸੱਚ ਦੱਸੋ ਸਾਨੂੰ। ਅਗਰ ਪਾਸਟਰ ਦੱਸ ਦਵੇ, ਪਰਮੇਸ਼ਰ ਦਾ ਦਾਸ ਦੱਸੇ ਕਿ ਤੇਰੇ ਜੀਵਨ ਦੇ ਵਿੱਚ ਇਹ ਕਮੀ ਹੈ, ਫਿਰ ਉਸੇ ਵਕਤ ਨਾਲ ਮੂੰਹ ਟਲੰਗੇ ਕਰ ਲੈਂਦਾ ਇਨਸਾਨ, ਉਹਨੂੰ ਬੋਲਣ ਦਾ ਨਹੀਂ ਪਤਾ। ਇੱਕ ਪਾਸੇ ਦਾ ਸੱਚ ਸੁਣਨਾ ਚਾਹੁੰਦੇ ਹੋ, ਅਗਰ ਸੱਚ ਤੁਹਾਡੇ ਸਾਹਮਣੇ ਆ ਜਾਏ ਫਿਰ ਇਸ ਨੂੰ ਕਬੂਲ ਨਹੀਂ ਕਰਨਾ ਚਾਹੁੰਦੇ। ਪਾਸਟਰ ਜੀ ਘਰ ਦੇ ਵਿੱਚ ਸਮੱਸਿਆ ਕਿਉਂ ਹੈ, ਅਗਰ ਪਰਮੇਸ਼ਰ ਦਾ ਦਾਸ ਮੂੰਹ ਖੋਲਦਾ ਗਾ ਫਿਰ ਉਹਦਾ ਮੂੰਹ ਹੀ ਬੰਦ ਕਰ ਦਿੰਦੇ ਨੇ। ਉਸ ਤੋਂ ਬਾਅਦ ਉਸ ਨਾਲ ਰਿਸ਼ਤਾ ਹੀ ਖਤਮ। ਜ਼ਰੂਰਤ ਹੋਈ ਤਾਂ ਬੁਲਾ ਲਾਂਗੇ, ਨਹੀਂ ਤਾਂ ਫਿਰ
ਉਹ ਸੇਵਕ ਆਪਣੇ ਘਰੇ ਤਾਂ ਅਸੀਂ ਆਪਣੇ ਘਰੇ। ਇਸ ਤਰ੍ਹਾਂ ਹੁੰਦਾ ਗਾ ਕਲੀਸਿਆ ਦੇ ਵਿੱਚ। ਇਹ ਹੁੰਦਾ ਸੀਗਾ, ਪਰਮੇਸ਼ਰ ਦਾ ਦਾਸ ਤਦੇ ਲਿਖ ਕੇ ਦੇ ਰਿਹਾ ਕਲੀਸਿਆ ਨੂੰ, ਗਲਾਤੀਆ 14:15 4 ਦੀ 16 ਵਿੱਚ, ਵੀ ਤੁਸੀਂ ਇਸ ਤਰ੍ਹਾਂ ਕੀਤਾ ਮੇਰੇ ਨਾਲ। ਕਿ ਇਦਾਂ ਤੁਸੀਂ ਨਹੀਂ ਕਰਦੇ ਸੀਗੇ? ਜਦ ਪਰਮੇਸ਼ਰ ਦਾ ਦਾਸ ਘਰ ਆਉਂਦਾ ਸੀਗਾ ਕਿੰਨਾ ਚਾਅ ਚੜ ਜਾਂਦਾ ਸੀਗਾ, ਆਪਣੇ ਸਾਰੇ ਕੰਮ ਛੱਡ ਦਿੰਦੇ ਸੀਗੇ, ਬੈਠ ਜਾਂਦੇ ਸੀ ਕੋਲ। ਅੱਜ ਕਿੱਥੇ ਹੋ? ਅੱਜ ਕੀ ਹੋ ਰਿਹਾ ਹੈਗਾ? ਅੱਜ ਡਰ ਲੱਗਦਾ ਹੈ ਪਾਸਟਰ ਤੋਂ, ਕਿਤੇ ਸੱਚੀ ਗੱਲ ਨਾ ਨਿਕਲ ਜਾਏ ਮੂੰਹ ਦੇ ਵਿੱਚੋਂ। ਅਗਰ ਪਰਮੇਸ਼ਰ ਦੇ ਦਾਸ ਸੰਤ ਪੌਲਸ ਨੇ ਪਤਰਸ ਨੂੰ ਕਹਿਤਾ ਕਿ ਤੂੰ ਸਿੱਧੀ ਚਾਲ ਚੱਲ, ਤਾਂ ਕੀ ਉਹਦਾ ਵੈਰੀ ਬਣ ਗਿਆ ਉਹ? ਸੰਤ ਪੌਲਸ ਨੇ ਇਹ ਗੱਲ ਕਹੀ, ਪਤਰਸ ਨੇ ਉਸ ਨੂੰ ਜ਼ਿਆਦਾ ਪਿਆਰ ਕਰਿਆ ਹੋਊਗਾ। ਪੌਲਸ ਤੇਰੇ ਲਈ ਬਹੁਤ ਚੰਗਾ ਭਰਾਵਾ, ਤੂੰ ਸਮੇਂ ਸਿਰ ਆ ਗਿਆ, ਮੈਨੂੰ ਦੱਸਿਆ, ਅੱਜ ਤੋਂ ਬਾਅਦ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਅੱਜ ਤੋਂ ਬਾਅਦ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ। ਲੇਕਿਨ ਕਲੀਸਿਆ ਦੇ ਲੋਕ ਇਹ ਕੰਮ ਕਰਦੇ ਨੇ। ਪਰਮੇਸ਼ਰ ਦਾਸ ਕਹਿੰਦਾ ਗਾ, ਮੈਂ ਤੁਹਾਨੂੰ ਸੱਚੀ ਗੱਲ ਕਹਿਤੀ ਕਿ ਤੁਹਾਡਾ ਵੈਰੀ ਬਣ ਗਿਆ ਮੈਂ। ਪ੍ਰਭੂ ਯਿਸੂ ਨੇ ਸਾਨੂੰ ਵੈਰ ਕਰਨਾ ਤਾਂ ਕਿਹਾ ਨਹੀਂ, ਲੇਕਿਨ ਕਲੀਸਿਆ ਦੇ ਲੋਕ ਸਮਝਦੇ ਨੇ ਇਹ ਮੇਰਾ ਵੈਰੀ ਆ, ਇਹਨੂੰ ਬੋਲਣ ਦਾ ਨਹੀਂ ਪਤਾ। ਆਹਾਬ ਰਾਜਾ ਹੀ ਤਾਂ ਕਹਿੰਦਾ ਸੀਗਾ, ਸੁਣਨਾ ਤਾਂ ਸੱਚ ਹੀ ਚਾਹੁੰਦਾ ਸੀਗਾ, ਲੇਕਿਨ ਬਾਅਦ ਦੇ ਵਿੱਚ ਕੀ ਕਰਿਆ? ਇਹਨੂੰ ਜੇਲ੍ਹ ਵਿੱਚ ਪਾ ਦਿਓ, ਤੰਗੀ ਦੀ ਰੋਟੀ ਦਿਓ ਇਹਨੂੰ, ਤੰਗੀ ਦਾ ਪਾਣੀ ਦਿਓ ਇਹਨੂੰ। ਸੱਚ ਸੁਣਨਾ ਚਾਹੁੰਦਾ ਇਨਸਾਨ, ਲੇਕਿਨ ਹਜਮ ਕਰਨਾ ਨਹੀਂ ਚਾਹੁੰਦਾ। ਦੱਸੋ ਪਾਸਟਰ ਜੀ, ਘਰ ਵਿੱਚ ਆਸਸ ਕਿਉਂ ਨਹੀਂ ਆਉਂਦੀ? ਕਾਰੋਬਾਰ ਦੇ ਵਿੱਚ ਵਾਧਾ ਕਿਉਂ ਨਹੀਂ ਹੋ ਰਿਹਾ? ਅਸੀਂ ਪਵਿੱਤਰ ਆਤਮਾ ਨਾਲ ਕਿਉਂ ਨਹੀਂ ਭਰਦੇ ਜਾ ਰਹੇ? ਅਸੀਂ ਵਰਦਾਨਾਂ ਨਾਲ ਕਿਉਂ ਨਹੀਂ ਭਰ ਰਹੇ? ਚੰਗਾਈ ਕਿਉਂ ਨਹੀਂ ਆ ਰਹੀ? ਜਦੋਂ ਸੱਚੀ ਗੱਲ ਦੱਸ ਦਿਓ, ਫਿਰ ਇਨਸਾਨ ਬਾਅਦ ਵਿੱਚ ਸਵਾਲ ਹੀ ਨਹੀਂ ਕਰਦਾ। ਫਿਰ ਇਨਸਾਨ ਬਾਅਦ ਦੇ ਵਿੱਚ ਉਸ ਸੇਵਕ ਲਈ ਸਮਾਂ ਹੀ ਨਹੀਂ ਕੱਢਦਾ। ਲੇਕਿਨ ਪਰਮੇਸ਼ਰ ਦਾ ਦਾਸ ਕਹਿੰਦਾ ਗਾ ਕਿ ਮੈਂ ਤੁਹਾਨੂੰ ਸੱਚੀ ਗੱਲ ਕਹਿਣ ਦੇ ਨਾਲ ਮੈਂ ਤੁਹਾਡਾ ਵੈਰੀ ਬਣ ਗਿਆ। ਅਗਰ ਅੱਜ ਤੁਹਾਨੂੰ ਕੋਈ ਪਰਮੇਸ਼ਰ ਦਾ ਦਾਸ ਇਹ ਗੱਲ ਬੋਲਦਾ ਗਾ, ਅਗਰ ਅੱਜ ਕੋਈ ਪਰਮੇਸ਼ਰ ਦਾ ਦਾਸ ਤੁਹਾਨੂੰ ਇਹ ਗੱਲ ਕਹਿੰਦਾ ਗਾ, ਤਾਂ ਸੱਚ ਦੱਸਿਓ ਕਿ ਤੁਹਾਡਾ ਵੈਰੀ ਹੈ ਉਹ। ਤੁਹਾਡੇ ਕੋਲ ਕੀ ਫਾਇਦਾ ਉਹਨੂੰ? ਲੇਕਿਨ ਪਰਮੇਸ਼ਰ ਦਾ ਦਾਸ ਤੁਹਾਡੇ ਲਈ ਇੱਦਾਂ ਕਰਦਾ ਗਾ, ਉਹ ਘੂਰਦਾ ਗਾ, ਉਹ ਝਿੜਕਦਾ ਗਾ ਕਿ ਘਰੋਂ ਸੋਚ ਕੇ ਆਉਂਦਾ ਕੋਈ ਗੱਲ ਕਿ ਅੱਜ ਮੈਂ ਫਲਾਣੇ ਬੰਦੇ ਨੂੰ ਇਹ ਬੋਲਣਾ ਗਾ, ਉਹ ਨਹੀਂ ਸੋਚ ਕੇ ਆਉਂਦਾ। ਜੈਸੀ ਤੁਹਾਡੀ ਸਮੱਸਿਆ, ਜੈਸੇ ਤੁਹਾਡੇ ਸਵਾਲ, ਐਸਾ ਹੀ ਪਰਮੇਸ਼ਰ ਵਚਨ ਦੇ ਦਿੰਦਾ ਗਾ। ਔਰ ਫਾਇਦਾ ਕੀ ਇਹਦੇ ਵਿੱਚ? ਕਿਉਂਕਿ ਤੁਸੀਂ ਫਾਲੋ ਸਾਡੇ, ਔਰ ਪਿਛਲੇ 8 ਸਾਲ ਤੋਂ ਤੁਹਾਡੇ ਉੱਪਰ ਮਿਹਨਤ ਹੋ ਰਹੀ ਹੈ, ਮਿਹਨਤ ਹੋ ਰਹੀ 8 ਸਾਲ ਦੇ। ਲੇਕਿਨ ਅੱਜ ਕਿਸ ਜਗ੍ਹਾ ਦੇ ਉੱਪਰ ਹੋ? ਕੀ ਹੋ ਰਿਹਾ ਗਾ ਜੀਵਨ ਦੇ ਵਿੱਚ? ਅਗਰ ਅੱਜ ਕੋਈ ਤੁਹਾਨੂੰ ਝਿੜਕਦਾ ਗਾ, ਅੱਜ ਕੋਈ ਪਰਮੇਸ਼ਰ ਦਾ ਦਾਸ ਤੁਹਾਨੂੰ ਡਾਂਟਦਾ ਗਾ, ਤੁਹਾਨੂੰ ਘੂਰ ਦਿੰਦਾ ਗਾ, ਤਾਂ ਕੀ ਤੁਹਾਡਾ ਦੁਸ਼ਮਣ ਹੈ ਉਹ? ਪ੍ਰਭੂ ਯਿਸੂ ਮਸੀਹ ਨੇ ਕਿਹਾ ਤੁਸੀਂ ਮੇਰੇ ਮਿੱਤਰ ਹੋ। ਔਰ ਜੇ ਅਸੀਂ ਯਿਸੂ ਮਸੀਹ ਦੇ ਮਿੱਤਰ ਹਾਂ ਤਾਂ ਅਸੀਂ ਆਪਸ ਵਿੱਚ ਵੀ ਮਿੱਤਰ ਹਾਂ। ਸਾਡੇ ਵਿੱਚ ਵੈਰੀ ਤਾਂ ਕੋਈ ਕਿਸੇ ਦਾ ਹੈ ਹੀ ਨਹੀਂ, ਦੁਸ਼ਮਣ ਤਾਂ ਸਾਡਾ ਕੋਈ ਹੈ ਹੀ ਨਹੀਂ ਕਿਸੇ ਦੇ ਨਾਲ। ਫਿਰ ਦੁਸ਼ਮਣੀ ਕਿਹੋ ਜੀ? ਲੇਕਿਨ ਉਹ ਸਮਾਂ ਦੇਖੋ ਨਾ ਕਿ ਜਦ ਸ਼ੁਰੂਆਤ ਦੇ ਵਿੱਚ ਸਭ ਕੁਝ ਕਰਨ ਦੇ ਲਈ ਤਿਆਰ ਸੀਗੇ, ਅੱਜ ਇੰਨਾ ਮਨ ਕਠੋਰ ਕਿਉਂ ਹੋ ਗਿਆ? ਅੱਜ ਐਸੀਆਂ ਗੱਲਾਂ ਕਿਉਂ ਆ ਗਈਆਂ ਜੀਵਨ ਦੇ ਵਿੱਚ? ਗੜਬੜੀ ਕਿਉਂ ਹੋ ਗਈ ਜੀਵਨ ਦੇ ਵਿੱਚ? ਕਿਉਂ ਅੱਜ ਇੱਕ ਹੀ ਸੰਗਤ ਵਿੱਚ ਬੈਠ ਕੇ ਮਿਲ ਕੇ ਆਰਾਧਨਾ ਨਹੀਂ ਕਰ ਸਕਦੇ? ਕਿਉਂ ਅੱਜ ਉਹ ਕਮੀ ਦਿਖਾਈ ਦੇਣ ਲੱਗੀ ਦੂਜੇ ਇਨਸਾਨ ਦੀ? ਕਿਉਂ ਅੱਜ ਇੱਕ ਦੂਜੇ ਦੀ ਗੱਲ ਨੂੰ ਸਹਿਣ ਨਹੀਂ ਕਰ ਸਕਦੇ? ਦੁਸ਼ਮਣ ਸਮਝ ਰਹੇ ਹੋ। ਜੇ ਮਿੱਤਰ ਸਮਝਦੇ ਨਾ ਤੁਸੀਂ ਕਿਸੇ ਨੂੰ ਵੀ ਮੇਰਾ ਮਿੱਤਰ ਹੈ, ਮੈਨੂੰ ਬਚਾਉਣਾ ਚਾਹੁੰਦਾ ਗਾ, ਤਾਂ ਕਮੀ ਨਹੀਂ ਦੇਖਦੇ ਦੀ, ਉਹਦੀ ਕਮੀ ਨੂੰ ਕਿਸੇ ਦਾ ਛੁਪਾ ਲੈਂਦੇ, ਉਹਦੀ ਕਮੀ ਨੂੰ ਕਿਸੇ ਦਾ ਲੁਕੋ ਲੈਂਦੇ। ਲੇਕਿਨ ਦੁਸ਼ਮਣ ਬਣ ਚੁੱਕੇ ਹੋ। ਚੰਗਾ ਸੀਗਾ ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰੀਆਂ ਜਾਣ, ਤੁਹਾਡੀ ਸ਼ੋਭਾ ਕਰੀ ਜਾਏ, ਚਾਹੇ ਤੁਸੀਂ ਗਲਤ ਹੋ। ਐਸੇ ਬਣ ਚੁੱਕੇ ਹੋ ਕਿ ਸਾਨੂੰ ਕੋਈ ਝਿੜਕੇ ਨਾ, ਸਾਨੂੰ ਕੋਈ ਡਾਂਟੇ ਨਾ, ਸਾਨੂੰ ਕੋਈ ਕੁਝ ਕਹੇ ਨਾ, ਅਸੀਂ ਜੋ ਵੀ ਕਰਨਾ ਕਰੀ ਜਾਈਏ। ਜਿਹੜਾ ਤੁਹਾਡੀ ਤਾਰੀਫ ਕਰਦਾ ਰਹੇ ਉਹ ਤੁਹਾਡਾ ਮਿੱਤਰ ਹੈ, ਤੇ ਜਿਹੜਾ ਤੁਹਾਨੂੰ ਕੁਝ ਕਹਿ ਦੇਵੇ ਉਹ ਤੁਹਾਡਾ ਦੁਸ਼ਮਣ ਹੈ। ਕੀ ਐਸਾ ਬਣ ਚੁੱਕਿਆ ਗਾ? ਔਰ ਪਰਮੇਸ਼ਰ ਦਾਸ ਤਾਂ ਇਹੀ ਕਹਿੰਦਾ ਗਾ। ਇੱਕ ਵਾਰ ਫਿਰ ਪੜੋ ਮੇਰੇ ਨਾਲ, ਹਿੰਦੀ ਪੜੋ ਜੀ, 4 ਦੀ 16 गलातियां। तो क्या तुमसे सच बोलने के कारण
मैं तुम्हारा बैरी बन गया हूँ। मतलब ਕੀ ਤੁਸੀਂ ਮਤਲਬ ਇਹ ਸਮਝਦੇ ਹੋ ਕਿ ਮੈਂ ਤੁਹਾਨੂੰ ਸੱਚ ਕਹਦਾ ਮੈਂ ਤੁਹਾਡਾ ਵੈਰੀ ਹਾਂ? ਮੈਂ ਤੁਹਾਡਾ ਵੈਰੀ ਨਹੀਂ ਹਾਂ, ਮੈਂ ਤੁਹਾਡਾ ਮਿੱਤਰ ਹਾਂ। ਕਿਉਂ? ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਮਿੱਤਰ ਕਿਹਾ ਗਾ, ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਮਿੱਤਰ ਕਿਹਾ ਗਾ। ਅਸੀਂ ਸਾਰੇ ਪ੍ਰਭੂ ਯਿਸੂ ਮਸੀਹ ਦੇ ਮਿੱਤਰ ਹਾਂ। ਅਗਰ ਜੇ ਅਸੀਂ ਯਿਸੂ ਮਸੀਹ ਦੇ ਮਿੱਤਰ ਹਾਂ ਤਾਂ ਅਸੀਂ ਆਪੋ ਵਿੱਚ ਵੀ ਮਿੱਤਰ ਹਾਂ। ਜੇ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਘੂਰਦੇ ਸੀਗੇ ਤਾਂ ਪ੍ਰਭੂ ਯਿਸੂ ਮਸੀਹ ਅੱਜ ਵੀ ਘੂਰਦੇ ਨੇ। ਦੌਦ ਨੂੰ ਘੂਰਿਆ ਨਥਾਨ ਨਬੀ ਦੇ ਰਾਹੀਂ, ਕੀ ਉਹਦਾ ਵੈਰੀ ਸੀਗਾ? ਦੌਦ ਨੇ ਤੋਬਾ ਕਰ ਲਈ, ਮਾਫੀ ਮੰਗ ਲਈ। ਅਗਰ ਅੱਜ ਕੁਛ ਐਸਾ ਦਿਖਾਈ ਦੇ ਰਿਹਾ ਨਾ ਜੀਵਨ ਦੇ ਵਿੱਚ ਤਾਂ ਕੋਈ ਗੱਲ ਨਹੀਂ, ਪਰਮੇਸ਼ਰ ਰਹਿਮ ਕਰ ਦੇਗਾ। ਇਹ ਨਾ ਦੇਖੋ, ਉਹ ਨਾ ਸੋਚੋ ਕਿ ਪਾਸਟਰ ਹੈ ਉਹ ਹੈ, ਉਹ ਮਿੱਠਾ ਬੋਲਦਾ ਗਾ ਜਾਂ ਉਹ ਕੌੜਾ ਬੋਲਦਾ ਗਾ। ਨਹੀਂ, ਮੈਂ ਇਹ ਨਹੀਂ ਕਹਿੰਦਾ ਮਿੱਠਾ ਬੋਲਦਾ ਤੁਹਾਡਾ ਦੁਸ਼ਮਣ ਹੈ, ਇਹ ਵੀ ਤੁਹਾਡਾ ਮਿੱਤਰ ਹੀ ਹੈ। ਅਗਰ ਤੁਹਾਡੀ ਗਲਤੀ ਨਜ਼ਰਅੰਦਾਜ਼ ਹੋ ਰਹੀ ਹੈ, ਅਗਰ ਤੁਹਾਡੀ ਗਲਤੀ ਦੇ ਉੱਪਰ ਤੁਹਾਨੂੰ ਨਹੀਂ ਕੁਝ ਕਿਹਾ ਜਾ ਰਿਹਾ ਤਾਂ ਫਿਰ ਉਹ ਇਨਸਾਨ ਕੀ ਹੈ? ਉਹ ਤੁਹਾਡਾ ਮਿੱਤਰ ਨਹੀਂ ਹੈ, ਉਹ ਤੁਹਾਡਾ ਦੁਸ਼ਮਣ ਹੈ। ਉਹ ਕੀ ਹੈ? ਤੁਹਾਡਾ ਦੁਸ਼ਮਣ ਹੈ। ਚਾਹੇ ਉਹ ਚੰਗਾ ਤੁਹਾਡੇ ਸਾਹਮਣੇ, ਚਾਹੇ ਤੁਹਾਡੇ ਲਈ ਉਹ ਚੰਗਾ ਬੋਲਦਾ ਗਾ, ਲੇਕਿਨ ਸਹੀ ਦੇ ਵਿੱਚ ਮਿੱਤਰ ਅਸਲੀ ਉਹੀ ਹੈ ਕਿ ਜਿਹੜਾ ਸਾਨੂੰ ਸਮੇਂ ਸਿਰ ਕੀ ਹੈ ਉਹ ਸਾਡੀ ਗਲਤੀ ਨੂੰ ਦੱਸ ਦਵੇ। ਸਾਰੇ ਬੋਲੋ ਹਾਲੇਲੂਇਆ। ਇੱਕ ਵਾਰ ਕੀ ਹੋਇਆ ਕਿ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਗੱਲ ਕਰ ਰਹੇ ਨੇ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਨੇ। ਆਪਾਂ ਨੇ ਕਈ ਵਾਰ ਵਚਨ ਨੂੰ ਪੜ੍ਹਿਆਗਾ, ਸੁਣਿਆਗਾ, ਲੇਕਿਨ ਚਲੋ ਆਪਾਂ ਉਹ ਵਚਨ ਨੂੰ ਜ਼ਿਆਦਾ ਲੰਬਾ ਨਹੀਂ ਲੈਂਦੇ। ਤਾਂ ਉੱਥੇ ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਕਿ ਪਤਰਸ, ਮੈਂ ਤੇਰੇ ਉੱਤੇ ਮੇਰੀ ਕਲੀਸਿਆ ਬਣਾਵਾਂਗਾ। ਔਰ ਉਸ ਤੋਂ ਬਾਅਦ ਕੀ ਹੋਇਆ ਆਪਾਂ ਵਚਨ ਦੇ ਵਿੱਚ ਦੇਖਾਂਗੇ। ਮੱਤੀ ਉਹਦਾ 16 ਅਧਿਆਇ ਉਹਦਾ 21। ਉਸ ਸਮੇਂ ਤੋਂ ਯੀਸ਼ੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ, ਭਾਈ ਮੈਨੂੰ ਜ਼ਰੂਰ ਹੈ ਕਿ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ ਤੇ ਪ੍ਰਧਾਨ ਯਾਜਕਾਂ ਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ 30 ਦਿਨ ਜੀ ਉਠਾਂ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੇਖੋ ਪ੍ਰਭੂ ਯਿਸੂ ਮਸੀਹ ਨੇ ਇੱਕ ਗੱਲ ਕਹੀ ਆਪਣੇ ਚੇਲਿਆਂ ਨੂੰ। ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਮੈਂ ਯਰੂਸ਼ਲਮ ਵਿੱਚ ਜਾਵਾਂਗਾ, ਲੋਕ ਮੈਨੂੰ ਫੜ ਲੈਣਗੇ, ਲੋਕ ਮੈਨੂੰ ਮਾਰ ਦੇਣਗੇ, ਮੈਨੂੰ ਦੁੱਖ ਮਿਲੇਗਾ, ਲੇਕਿਨ ਮੈਂ ਤੀਜੇ ਦਿਨ ਕੀ ਹੋਵਾਂਗਾ? ਜਿੰਦਾ ਹੋ ਜਾਵਾਂਗਾ। ਜਦ ਇਹ ਗੱਲ ਦੱਸੀ ਤਾਂ ਪ੍ਰਭੂ ਯਿਸੂ ਮਸੀਹ ਦੇ 12 ਚੇਲੇ ਸੀਗੇ, ਅਰ ਜੋ ਸਭ ਤੋਂ ਖਾਸ ਚੇਲੇ ਸੀਗੇ, ਲੋਕ ਕਹਿੰਦੇ ਇੱਦਾਂ ਕਿ ਜੋ ਯਹੂਨਾ, ਯਾਕੂਬ ਤੇ ਪਤਰਸ। ਹੁਣ ਇੱਥੇ ਪਤਰਸ ਬੋਲ ਰਿਹਾ ਗਾ, ਜਦ ਕਿ ਇਹਨਾਂ ਨੂੰ ਕੀ ਕਰਨਾ, ਆਨੰਦ ਕਰਨਾ ਚਾਹੀਦਾ ਸੀਗਾ। ਪ੍ਰਭੂ ਯਿਸੂ ਮਸੀਹ ਤੁਸੀਂ ਮਰਨਾ ਉੱਥੇ, ਔਰ ਮਰਨ ਤੋਂ ਬਾਅਦ ਤੁਸੀਂ ਜਿੰਦਾ ਹੋਣਾ ਗਾ, ਔਰ ਜਿੰਦਾ ਹੋਣ ਤੋਂ ਬਾਅਦ ਤੁਸੀਂ ਕਦੇ ਮਰਨਾ ਹੀ ਨਹੀਂ ਹੈ। ਪ੍ਰਭੂ ਯਿਸੂ ਮਸੀਹ ਤੁਸੀਂ ਕੱਲ੍ਹ ਨੂੰ ਨਹੀਂ, ਤੁਸੀਂ ਅੱਜ ਹੀ ਮਰ ਜਾਓ, ਇੱਦਾਂ ਕਹਿਣਾ ਚਾਹੀਦਾ ਸੀਗਾ। ਲੇਕਿਨ ਪਤਰਸ ਕੀ ਸੀਗਾ? ਉਹ ਤਾਂ ਪ੍ਰਭੂ ਯਿਸੂ ਮਸੀਹ ਦਾ ਮਿੱਤਰ ਸੀਗਾ, ਪ੍ਰਭੂ ਯਿਸੂ ਮਸੀਹ ਦਾ ਮਿੱਤਰ ਸੀਗਾ। ਔਰ ਜਦੋਂ ਇਹ ਗੱਲ ਪ੍ਰਭੂ ਯਿਸੂ ਮਸੀਹ ਨੇ ਕਹੀ ਕਿ ਮੈਂ ਮਰ ਜਾਵਾਂਗਾ ਔਰ ਤੀਜੇ ਦਿਨ ਜਿੰਦਾ ਹੋ ਜਾਵਾਂਗਾ, ਫਿਰ ਅੱਗੇ ਪੜ੍ਹੋ ਜੀ ਬਾਈ। ਤਦ ਪਤਰਸ ਉਹਨੂੰ ਇੱਕ ਪਾਸੇ ਕਰਕੇ ਝਿੜਕਣ ਲੱਗਾ ਅਤੇ ਉਹਨੂੰ ਕਿਹਾ, ਪ੍ਰਭੂ ਜੀ ਪਰਮੇਸ਼ਵਰ ਇਹ ਨਾ ਕਰੇ, ਤੇਰੇ ਲਈ ਇਹ ਕਦੇ ਨਾ ਹੋਵੇਗਾ। ਸਾਰੇ ਬੋਲੋ ਹਾਲੇਲੂਇਆ। ਦੇਖੋ ਇਹ ਇਨਸਾਨ ਸੀਗਾ, ਪ੍ਰਭੂ ਯਿਸੂ ਮਸੀਹ ਦੇ ਨਾਲ ਰਹਿੰਦਾ ਸੀਗਾ, ਪ੍ਰਭੂ ਯਿਸੂ ਮਸੀਹ ਦੇ ਨਾਲ ਸੰਗਤੀ ਕਰਦਾ ਸੀਗਾ, ਔਰ ਸਾਰੀਆਂ ਗੱਲਾਂ ਪ੍ਰਭੂ ਯਿਸੂ ਮਸੀਹ ਦੇ ਮਨ ਦਾ ਵੀ ਸੀਗਾ। ਹੁਣ ਇਹ ਇਨਸਾਨ ਆਇਆ ਪ੍ਰਭੂ ਯਿਸੂ ਮਸੀਹ ਦੇ ਕੋਲ, ਕੀ ਕਿਹਾ ਕਿ ਪ੍ਰਭੂ ਜੀ ਤੇਰੇ ਨਾਲ ਇਹ ਗੱਲ ਕਦੇ ਵੀ ਨਾ ਹੋਵੇ। ਹਾਲੇਲੂਇਆ, ਹਾਲੇਲੂਇਆ। ਇਹ ਗੱਲ ਤੇਰੇ ਨਾਲ ਕਦੇ ਵੀ ਨਾ ਹੋਵੇ। ਹੁਣ ਦੇਖੋ ਇਹ ਵੀ ਤਾਂ ਇੱਕ ਮਿੱਤਰ ਹੈ, ਮਿੱਤਰ ਹੋਣ ਦੇ ਨਾਤੇ ਆਪਣੇ ਮਿੱਤਰ ਨੂੰ ਬਚਾਉਣਾ ਚਾਹੁੰਦਾ ਗਾ, ਇੱਦਾਂ ਹੀ ਹੈ। ਲੇਕਿਨ ਕੀ ਹੋਇਆ ਫਿਰ ਅੱਗੇ? ਪਰ ਉਹਨੇ ਮੁੜ ਕੇ ਪਤਰਸ ਨੂੰ ਆਖਿਆ, ਇਹ ਸਤਾਨ ਮੈਂ ਤੋਂ ਪਿੱਛੇ ਹਟ, ਤੂੰ ਮੇਰੇ ਲਈ ਠੋਕਰ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਕੀ ਕਿਹਾ? ਸ਼ੈਤਾਨ। ਔਰ ਪਤਰਸ ਆਇਆ ਕਿਵੇਂ? ਪਤਾ ਕਾਹਦੇ ਲਈ ਆਇਆ? ਕੀ ਕਿਹਾ ਸੀਗਾ? ਪ੍ਰਭੂ ਯਿਸੂ ਤੇਰੇ ਨਾਲ ਇਸ ਤਰ੍ਹਾਂ ਨਾ ਹੋਵੇ। ਹੁਣ ਦੇਖੋ, ਮੰਨ ਕੇ ਚੱਲੋ, ਇੱਧਰ ਦੇਖੋ, ਇੱਥੇ ਨਾ ਇਹ ਆ ਕੇ ਪ੍ਰਭੂ ਯਿਸੂ ਮਸੀਹ ਤੇ ਪਤਰਸ ਕਿੱਥੇ ਹੈ? ਪਤਰਸ ਪਿੱਛੇ ਕੀ ਕਹਿੰਦਾ ਗਾ? ਪ੍ਰਭੂ ਯਿਸੂ ਤੇਰੇ ਨਾਲ ਇਸ ਤਰ੍ਹਾਂ ਨਾ ਹੋਵੇ, ਤੂੰ ਨਾ ਮਰੇ। ਇਹ ਕਿਸੇ ਦੀ ਮਿੱਤਰਤਾ ਸੀ। ਪਰ ਤੀ ਪੜੋ ਦੁਆਰਾ। ਪਰ ਉਹਨੇ ਮੁੜ ਕੇ ਪਤਰਸ, ਹਾਂ ਉਹਨੇ ਮੁੜ ਕੇ, ਕਿਹਨੇ ਮੁੜ ਕੇ? ਯਿਸੂ ਮਸੀਹ ਨੇ। ਇਹਦਾ ਮਤਲਬ ਯਿਸੂ ਮਸੀਹ ਇਦਾਂ ਘੁੰਮ ਗਏ। ਪਤਰਸ ਕਿੱਥੇ ਸੀਗਾ? ਪਤਰਸ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਸੀਗਾ। ਮਤਲਬ ਜਦ ਵੀ ਕੋਈ ਨੁਕਸਾਨ ਕਰਨਾ ਚਾਹੇ ਕਿਸੇ ਦਾ, ਉਹ ਹਮੇਸ਼ਾ ਪਿੱਛੇ ਆਏਗਾ। ਨਥਾਨ ਨਬੀ ਸੀਗਾ, ਉਹ ਸੱਚੀ ਗੱਲ ਕਹਿਣ ਦੇ ਲਈ ਆਇਆ ਸੀਗਾ। ਕਿੱਥੇ ਆਇਆ ਸੀਗਾ? ਦੌਦ ਦੇ ਸਾਹਮਣੇ ਆ ਗਿਆ ਸੀਗਾ। ਦੌਦ ਕੌਣ ਸੀਗਾ? ਰਾਜਾ। ਜਾਣਦਾ ਸੀਗਾ ਕਿ ਰਾਜਾ ਮੈਨੂੰ ਮਾਰ ਸਕਦਾ ਹੈਗਾ, ਲੇਕਿਨ ਨਹੀਂ, ਸੱਚਾ ਮਿੱਤਰ
ਸਾਹਮਣੇ ਆ ਰਿਹਾ ਉਹਦੇ। ਹਾਲੇਲੂਇਆ ਹਾਲੇਲੂਇਆ। ਇੱਕ ਵਾਰ ਫਿਰ ਪੜੋ 23 ਨੂੰ। ਪਰ ਉਹਨੇ ਮੁੜ ਕੇ ਪਤਰਸ ਨੂੰ ਆਖਿਆ, ਮੁੜ ਕੇ ਪ੍ਰਭੂ ਯਿਸੂ ਮਸੀਹ ਖੁਦ ਘੁੰਮ ਗਏ ਪਿੱਛੇ ਨੂੰ। ਪਤਰਸ ਪਿੱਛੇ ਬੋਲ ਰਿਹਾਗਾ, ਪਿੱਛੇ ਦੀ ਗੱਲ ਕਰ ਰਿਹਾਗਾ, ਦਿਖਾ ਕੀ ਰਿਹਾ? ਮਿੱਤਰਤਾ ਦਿਖਾ ਰਿਹਾਗਾ। ਮੈਂ ਤੈਨੂੰ ਬੜਾ ਪਿਆਰ ਕਰਦਾ ਪ੍ਰਭੂ ਯਿਸੂ। ਦੇਖ 11 ਚੇਲੇ ਨਹੀਂ ਬੋਲਦੇ ਤੇਰੇ ਲਈ, ਮੈਂ ਬੋਲਦਾਗਾ। ਮੈਂ ਤੈਨੂੰ ਬਹੁਤ ਪਿਆਰ ਕਰਦਾਗਾ, ਤੂੰ ਨਾ ਮਰੀ, ਮੈਂ ਤੈਨੂੰ ਪਿਆਰ ਕਰਦਾਗਾ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਹਾਂ, हे शैतान मैं तो पीछे हट। प्रभु यीशु मसीह घूम गए और की किया? शैतान मैं तो पीछे हट। क्यों हट? हाँ, तू मेरे लिए ठोकर है। तू मेरे लिए ठोकर है, मतलब तेरिया गल्लां तो मैनूं ठोकर आ रही है। फिर क्यों जो तू परमेश्वर दी नहीं पर मनुक्खां दी गल्लां दा ध्यान रखदा। तू परमेश्वर दी गल्लां उपर मन नहीं लगाउंदा। तू की है? तू तो संसार दे उपर मनुक्खां दी गल्लां उपर मन लगाउणागा। अज ज़्यादातर यही हुंदागा। अज चंगिया चंगिया गल दसो ना, संसार दी गल्लां। कोई गल नहीं, संसार विच रहना सिख लो, कोई गल नहीं। कई बार तो इंसान फोन कर लेंगे ने, पास्टर जी असी अज ब्याह तो नहीं आ सकते। क्यों? अज ना सॉरी, अज बंदगी तो नहीं आ सकते। असी अज असी बंदगी तो नहीं आ सकते। क्यों? अज जी ब्याह गा, ब्याह गा। कोई गल नहीं, अगली बार आ जाओ। ऐसा पास्टर की है चंगा लगता गा। पास्टर जी असी बंदगी तो नहीं आना। क्यों? उत्थे भोग है जी, भोग है, जाना चाहिए भाई। जे तुसी नहीं जाओगे तो तुहाडे कौन आऊगा? मतलब वो चाहुंदा तुहाडे घर विच कोई मर जाए। पास्टर पहले ये चाहुंदा कि तुहाडे घर विच कोई मरे, जे तुहाडे मरेगा तां ही कोई आऊगा। ऐसे सेवक लोगों को चाहिए ने। फिर पास्टर जी असीं नहीं आउणा। क्यों? असीं जाणागा कि मतलब पार्टी है, किसी का जन्मदिन है, अगर ना गए कोई गल नहीं, जाना चाहिए। ऐसे लोग चाहिए ने। प्रभु भोजन ले सकते जी, कोई गल नहीं यार, फिर ले लियो, अगली बार ले लियो। फिर बाद तुसीं कहनी बंद की गए से साडे पास्टर साहब बहुत चंगे ने, फोन के उपर सैटिंग हो गई साडी। ये कौन है? ये मित्र है, ये तो दुश्मन है उहदा। और ऐसे मित्र लोगों को पसंद चाहिए, पसंद ने किहड़े कि जिहड़े टोका टोकी ना करन, जिहड़े रोकन ना किसी गल तो। हुण पतरस भी यही गल करना आया सीगा प्रभु यीशु मसीह दे कोल। की कहा प्रभु यीशु मसीह ने? एक बार फिर पढ़ो 23 नूं। पर ਉਹਨੇ ਮੁੜ ਕੇ ਪਤਰਸ ਨੂੰ ਆਖਿਆ, ਇਸ ਤਾਂ ਮੈਂ ਤੋਂ ਪਿੱਛੇ ਹਟ। ਤੂੰ ਮੇਰੇ ਲਈ ਠੋਕਰ ਹੈ। ਤੂੰ ਜਦੋਂ ਪਰਮੇਸ਼ਵਰ ਦੇ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ। ਤੂੰ ਕੀ ਹੈ? ਮੇਰੇ ਲਈ ਠੋਕਰ ਹੈ ਤੇ ਤੂੰ ਠੋਕਰ ਆਉਂਦੀ ਆ। ਤੂੰ ਪਰਮੇਸ਼ਵਰ ਦੀ ਗੱਲ ਦੇ ਉੱਪਰ ਨਹੀਂ, ਤੂੰ ਕਿਹਦੀ ਗੱਲ ਉੱਪਰ ਲਾਉਣਾ ਮਨ? ਮਨੁੱਖਾਂ ਦੀਆਂ, ਸੰਸਾਰ ਦੀਆਂ ਗੱਲਾਂ ਦੇ ਉੱਪਰ। ਕਈ ਵਾਰ ਤੱਕ ਐਤਵਾਰ ਨੂੰ ਕਿਸੇ ਦੀ ਡੈਥ ਹੋ ਜਾਏ, ਕਿਤੇ ਵੀ ਹੋ ਜਾਏ, ਤੇ ਇਨਸਾਨ ਦਾ ਪ੍ਰੋਗਰਾਮ ਬਣ ਜਾਂਦਾ, ਚਲੋ ਡੈਥ ਵਾਲੀ ਜਗ੍ਹਾ ਚੱਲਦੇ ਆ। ਫੋਨ ਕਰ ਦੇਣਗੇ ਪਾਸਟਰ ਸਾਹਿਬ ਉੱਥੇ ਜਾਓ, ਕੋਈ ਗੱਲ ਨਹੀਂ, ਜਾਣਾ ਚਾਹੀਦਾ ਗਾ। ਤੇ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ? ਮੁਰਦਿਆਂ ਨੂੰ ਮੁਰਦੇ ਦੱਬਣ ਦਿਓ। ਹੁਣ ਜਿਹੜਾ ਇਹ ਵਚਨ ਸਿਖਾ ਦੇਵੇ ਉਹਨੂੰ, ਲੈ ਇਹ ਬੜਾ ਔਖਾ ਬੋਲਦਾ, ਇਹ ਤਾਂ ਇਹਨੂੰ ਤਾਂ ਬੋਲਣ ਦਾ ਹੀ ਨਹੀਂ ਪਤਾ। ਇਹਨੂੰ ਨਹੀਂ ਪਤਾ ਇਹਦੇ ਮਰੇ ਘਰ ਦੇ ਵਿੱਚ ਕੋਈ ਪਤਾ ਲੱਗੇ, ਫਿਰ ਇਹਦੀ ਮਰੇ ਰਿਸ਼ਤੇਦਾਰੀ ਵਿੱਚ ਕੋਈ ਫਿਰ ਪਤਾ ਲੱਗੇ ਇਹਨੂੰ। ਇਸ ਤਰ੍ਹਾਂ ਹੋ ਜਾਂਦੇ ਨੇ ਫਿਰ। ਕਿਉਂ? ਉਹ ਦੁਸ਼ਮਣ ਤੁਹਾਡਾ, ਉਹ ਤੁਹਾਡਾ ਮਿੱਤਰ ਹੈ। ਕਿਉਂਕਿ ਖੁਦ ਪ੍ਰਭੂ ਯਿਸੂ ਮਸੀਹ ਨੇ ਗੱਲ ਕਹੀ ਹੈ ਕਿ ਮੁਰਦਿਆਂ ਨੂੰ ਮੁਰਦੇ ਦੱਬਣ ਦਿਓ। ਅਗਰ ਐਤਵਾਰ ਨੂੰ ਕਿਸੇ ਦੀ ਡੈਥ ਹੋ ਵੀ ਜਾਂਦੀ ਹੈ ਤਾਂ ਫਿਰ ਕਿੱਡੀ ਗੱਲ ਹੈ? ਜੇ ਉਹਨਾਂ ਨੂੰ ਤੁਹਾਡੇ ਨਾਲ ਪਿਆਰ ਹੋਇਆ, ਉਹ ਤੁਹਾਡਾ ਇੰਤਜ਼ਾਰ ਕਰ ਲੈਣਗੇ। ਹਾਲੇਲੂਇਆ ਹਾਲੇਲੂਇਆ। ਜੇ ਉਹਨਾਂ ਲੋਕਾਂ ਨੂੰ ਤੁਹਾਡੇ ਨਾਲ ਪਿਆਰ ਹੋਇਆ, ਤੁਹਾਡੀ ਕਦਰ ਹੀ, ਉਹ ਇੰਤਜ਼ਾਰ ਕਰਨਗੇ, ਨਹੀਂ ਤਾਂ ਕਰਨਗੇ ਆਪਣਾ ਕੰਮ ਜਾ ਕੇ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਲੇਕਿਨ ਸਹੀ ਦੇ ਵਿੱਚ ਕੀ ਕਿਹਾ ਪ੍ਰਭੂ ਯਿਸੂ ਮਸੀਹ ਨੇ? ਇਹ ਸ਼ੈਤਾਨ ਮੇਰੇ ਤੋਂ ਪਿੱਛੇ ਹਟ। ਤੂੰ ਕੀ ਕਰਦਾ? ਮਨੁੱਖਾਂ ਦੀਆਂ ਗੱਲਾਂ ਉੱਪਰ ਮਨ ਲਗਾਉਣਾਗਾ। ਲੇਕਿਨ ਜੇ ਚੰਗੀਆਂ ਚੰਗੀਆਂ ਗੱਲ ਦੱਸੋ, ਇਹ ਮੇਰਾ ਮਿੱਤਰ ਹੈ। ਤੇ ਜੇ ਕੋਈ ਕੈੜੀ ਗੱਲ ਦੱਸ ਦਿਓ, ਇਹ ਮੇਰਾ ਦੁਸ਼ਮਣ ਹੈ। ਤੇ ਪੌਲਸ ਕੀ ਕਹਿੰਦਾ? ਮੈਂ ਤੁਹਾਡਾ ਦੁਸ਼ਮਣ ਬਣ ਗਿਆ, ਮੈਂ ਤੁਹਾਡਾ ਦੁਸ਼ਮਣ ਨਹੀਂ ਹਾਂ। ਫਿਰ ਆਪਾਂ ਪੜ੍ਹਦੇ ਹਾਂ ਮੱਤੀ ਉਹਦਾ 26 ਅਧਿਆਇ। ਇੱਥੇ ਕੀ ਹੋਇਆ ਕਿ ਪ੍ਰਭੂ ਯਿਸੂ ਮਸੀਹ ਜਿਸ ਰਾਤ ਫੜਵਾਏ ਜਾਣੇ ਸੀਗੇ, ਉਸ ਰਾਤ ਕੀ ਹੋਇਆ ਕਿ ਪ੍ਰਭੂ ਯਿਸੂ ਮਸੀਹ ਆਪਣੇ ਗਤਸਮਨੀ ਬਾਗ ਦੇ ਵਿੱਚ ਪ੍ਰਾਰਥਨਾ ਲਈ ਆਏ ਹੋਏ ਸੀਗੇ। ਔਰ ਉੱਥੇ ਲੋਕ ਜਦੋਂ ਫੜਨ ਆਏ ਉਹਨੂੰ, ਤਾਂ ਉਹਨਾਂ ਵਿੱਚ ਇੱਕ ਪ੍ਰਭੂ ਯਿਸੂ ਮਸੀਹ ਦਾ ਚੇਲਾ ਸੀਗਾ, ਯਹੂਦਾ ਇਸਕਰਿਓਤੀ। ਯਹੂਦਾ ਇਸਕਰਿਓਤੀ ਕਿਹੜਾ ਸੀਗਾ? ਕਿ ਜੋ ਪ੍ਰਭੂ ਯਿਸੂ ਮਸੀਹ ਦੇ ਨਾਲ ਰਹਿੰਦਾ ਸੀਗਾ। ਔਰ ਉਸਨੇ ਵੀ ਬਹੁਤ ਸਾਰੇ ਚਮਤਕਾਰ ਦੇਖੇ ਸੀਗੇ, ਬਹੁਤ ਸਾਰੇ ਚਮਤਕਾਰ ਉਸਨੇ ਕਰੇ ਵੀ ਸੀਗੇ। ਔਰ ਆਪਾਂ ਪੜ੍ਹਾਂਗੇ ਉਹਦੇ ਨਾਲ ਬਾਈਬਲ ਦੇ ਵਿੱਚੋਂ ਮੱਤੀ 26 ਦੇ ਆਏ, ਉਹਦਾ 48 ਵਚਨ ਪੜ੍ਹੋ। ਅਤੇ ਉਹਦੇ ਫੜਵਾਉਣ ਵਾਲੇ ਨੇ ਉਹਨਾਂ ਨੂੰ ਇਹ ਕਹਿ ਕੇ ਪਤਾ ਦਿੱਤਾ
ਭਈ ਜਿਹਨੂੰ ਮੈਂ ਚੁੰਮਾ ਉਹ ਹੈ ਉਸ ਨੂੰ ਫੜ ਲੈਣਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆਗਾ ਕਿ ਯਹੂਦਾ ਇਸਕਰਿਓਤੀ ਨੇ ਉਹਨਾਂ ਨੂੰ ਕਿਹਾ ਸੀਗਾ ਜਿਹਨੂੰ ਮੈਂ ਜਾ ਕੇ ਚੁੰਮਾ ਤੇ ਉਹਨੂੰ ਜਾ ਕੇ ਤੁਸੀਂ ਫੜ ਲੈਣਾ। ਉਹੀ ਕੌਣ ਹੈ? ਉਹੀ ਪ੍ਰਭੂ ਯਿਸੂ ਹੈ। ਫਿਰ ਅੱਗੇ ਅਤੇ ਝੱਟ ਯਿਸੂ ਕੋਲ ਆਣ ਕੇ ਉਹਨੂੰ ਆਖਿਆ, ਸਵਾਮੀ ਜੀ ਆਦੇਸ਼, ਅਤੇ ਉਸ ਨੂੰ ਚੁੰਮਿਆ। हाँ, हिंदी पढ़ो मेरे नाल एक बार। उसके पकड़ने वाले ने उन्हें संकेत दिया था, जिसको मैं चूम लूं वही है, उसे पकड़ लेना। और तुरंत यीशु के पास आकर कहा, हे रब्बी नमस्कार, और उसको बहुत चूमा। हालेलुया। देखो यहूदा इस्करियोती ने की करा प्रभु यीशु मसीह नहीं। दोबारा फिर पढ़ो, हिंदी पढ़ो, नंजा पढ़ो। और तुरंत यीशु के पास आकर कहा, हे रब्बी नमस्कार, हाँ। और उसको बहुत चूमा। बहुत चुम्या। हालेलुया। देखो प्रभु यीशु मसीह ने किया बहुत चुम्या, बहुत प्यार दिखा रहा है प्रभु यीशु मसीह ਨੂੰ बहुत दिखा रहा है। देख मैं तेन कितना प्यार कर दांगा, देख मैं तेरा कितना चंगा चेलांगा, देख मैं तेरा कितना चंगा मित्र हाँ। बहुत प्रभु यीशु मसीह ਨੂੰ चुम रहा है। की दिखा रहा हो? प्यार दिखा रहा है। और फिर की लिखा आगे? यीशु ने नहीं उससे कहा, नहीं पंजाबी पढ़ो, पंजाबी भी। ਤਾਂ ਯਿਸੂ ਨੇ ਉਹਨੂੰ ਆਖਿਆ, हाँ ਬੇਲੀਆ ਕਿਵੇਂ ਆਇਆ? हाँ। ਦਾਦਾ देखो प्रभु यीशु मसीह क्या बेलिया तू किमें आया? मतलब तू मेरा मित्र है, मैं तो मरवाने के लिए आया, तू मैंने तो फरवाने के लिए आया, तू तो मेरा बुरा चाहनागा, तू तो मैंने धोखा देनागा, तू मेरा मित्र है। देखो ऐसे ही मित्र ने चुमते ने, चंगिया चंगी गल्लां बोलते ने, थोड़ा चंगा चंगा करते ने। वो 400 नबी की सीगे, उन्होंने की कहा सीगा, राजा जा जित के आएगा। राजा यही सुनता सीगा, हाँ ये चंगिया गल्लां बोलते ने, इदां करना चाहिए मैनू। तो इंसान की करदा गा? वो भी तो यही गल्लां चाहुंदा गा भी मेरे लिए चंगा बोलिया जाए, मैनू चंगा सुनाया जाए, मेरी चंगी सिफत होवे, लोग मैनू चंगा चंगा कहन। इहो जिहा मित्र हैगा यहूदा इस्करियोती, अजिहा ही मित्र सीगा। एक बार फिर पढ़ो 50 ਨੂੰ। ਤਾਂ ਯਿਸੂ ਨੇ ਉਹਨੂੰ ਆਖਿਆ, ਬੇਲੀਆ ਕਿਵੇਂ ਆਇਆ? हाँ बेलिया मतलब मित्र, तू किमें आया यार मेरे को? तू तो मैनू मरवाना चाहनागा। और जो वचन अज पढ़िया आपां ने बाइबल दे विच कहो तां 27 अध्याय 1 ਤੋਂ ਲੈ ਕੇ 10 तक ਉਹਦਾ ਪੜੋ ਤੁਸੀਂ 6 ਵਚਨ। ਹਿੱਤਕਾਰੀ ਨਾਲੋਂ ਵਫਾਦਾਰੀ ਵਾਲੇ ਹਨ। शांति ਨਾਲ ਪੜੋ ਜੀ। ਹਿੱਤਕਾਰੀ ਵੱਲੋਂ हाँ ਵਫਾਦਾਰੀ ਵਾਲੇ ਹਨ। हाँ हितकारी वाले मतलब जो ਤੁਹਾਨੂੰ ਹਿੱਤ ਕਰਦਾਗਾ, मतलब जो ਤੁਹਾਨੂੰ ਪਿਆਰ ਕਰਦਾਗਾ ਉਹ ਤੁਹਾਨੂੰ ਕਦੇ ਵੀ ਦੁਖੀ ਨਹੀਂ ਕਰਦਾ। हिंदी पढ़ो एक बार ਨਾਲ। जो गाँव मित्र के हाथ से लगे, हाँ। वे विश्वास योग्य हैं। हाँ ਜਿਹੜਾ ਜ਼ਖਮ ਮਿੱਤਰ ਦੇ ਕੋਲੋਂ ਲੱਗਦਾ ਨਾ ਇਨਸਾਨ ਨੂੰ, ਜਿਹੜਾ ਦੁੱਖ ਜਿਹੜਾ ਜ਼ਖਮ ਮਿੱਤਰ ਕੋਲੋਂ ਲੱਗਦਾਗਾ ਉਹ ਕੀ ਹੈ? ਉਹ ਵਿਸ਼ਵਾਸਯੋਗ ਹੈ। और मेरे लिए जी बाइबल है वो लिखा गा, हो सकता है मित्र कभी दुखी करे किंतु जे उसका लक्ष्य नहीं है। मतलब तो कोई परमेश्वर का दास, परमेश्वर का सेवक अगर तो कुछ ऐसा शब्द बोलता गा, ऐसे वचन तो दिंदा गा, मतलब जिन्हें तुम दुखी हो जाते हो, जिन्हें तो मतलब दिल है वो टुट जाता गा, तो यदा कारण नहीं है कि परमेश्वर का दास तुम दुखी करना चाहता गा, वह कारण ये नहीं है। लेकिन फिर की लिखा है हिंदी च पढ़ो जी। जो गाँव मित्र के हाथ से लगे, वे विश्वास योग्य है, परंतु बैरी अधिक चुंबन करता है। हाँ वैरी है जो दुश्मन है वो की है, वो ज़्यादा चुमदा गा, वो ज़्यादा प्यार करदा गा। फिर मतलब लिखा गा बाइबल दे विच, वह चाहे तुम पर दया करे किंतु वह तुम्हें हानि पहुँचाना चाहता है। मतलब जो तुहाडा जिन्होंने तुसीं कहंदे हो ना भी मतलब चंगा बोलदा गा, चंगा करदा गा, इदां करदा गा, तो वो की है? वो तुहाडा वैरी है, वो ज़्यादा प्यार दिखाउंदा गा। और देखो यहूदा इस्करियोती ने की करिया, आया आके यीशु मसीह ਨੂੰ बहुत चुम्या, प्रभु यीशु सलाम, मैं आया तेनों, मैं तेनों चुम दांगा, बहुत चुम्या। और मन दे विच की सीगा? दया सी मन दे विच? नहीं, की सी मन दे विच? ਉਹਦੇ मन दे विच धोखा सीगा। ਉਹਦੇ मन दे विच की सीगा? ਉਹਦੇ मन दे विच उसनूं मरवाउणा सीगा प्रभु यीशु मसीह ਨੂੰ। लेकिन अगर तुहाडा हितकारी, हाँ मतलब हितकारी की है? अगर ਜਿਹੜਾ ਤੁਹਾਨੂੰ ਪਿਆਰ ਕਰਦਾ ਗਾ, ਜਿਹੜਾ ਤੁਹਾਨੂੰ ਹਿੱਤ ਕਰਦਾ ਗਾ, अगर ਤੁਹਾਨੂੰ कुछ बोल ਦਿੰਦਾ ਗਾ, ਉਹਦਾ ਤੁਸੀਂ ਜ਼ਖਮੀ ਹੋ ਜਾਂਦੇ ਹੋ, ਉਹਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਜ਼ਖਮੀ ਕਰਨਾ ਚਾਹੁੰਦਾ ਗਾ, ਉਹ ਤੁਹਾਨੂੰ ਦੁੱਖ ਪਹੁੰਚਾਉਣਾ ਚਾਹੁੰਦਾ ਗਾ। ਉਹਦਾ ਕਾਰਨ ਕੀ ਹੈ? ਕਿ ਇਨਸਾਨ ਸੁਧਰ ਜਾਏ, ਇਨਸਾਨ बच जाए। लेकिन जो वैरी है,
हाँ जो वैरी है वो अनगिनत चुंबन करता है, मतलब बहुत चुंबता है। और यहूदा इस्करियोती जो प्रभु यीशु मसीह नाल अंदरों अंदर खुंदक रख रहा सीगा, अंदरों अंदर प्रभु यीशु मसीह नूं खत्म कर देना चाहुंदा सीगा, अंदरों अंदर प्रभु यीशु मसीह नूं धोखे विच रखना चाहुंदा सीगा। उसने कितना चुम्मिया प्रभु यीशु मसीह नूं, उसने बहुत चुम्मिया। अगर परमेश्वर सानूं कुछ वचन दे रहे हैं ना, किस कोई भी दास है, चाहे मैं हाँ चाहे कोई साडा कोई होर दास आ रहा हैगा, अगर तुहानूं परमेश्वर के वचनां राहीं कुछ ताड़ना मिलती है तो ये ना समझो कि वो तुहाडा वैरी है। वो तुहाडा वैरी नहीं है, वो तुहाडा मित्र है। क्यों मित्र है? क्योंकि प्रभु यीशु मसीह ने खुद कहा हैगा कि तुसीं मेरे मित्र हो। असीं सारे प्रभु यीशु मसीह दे मित्र हैं। और मित्र उही है कि जिहड़ा तुहाडे मूँह दे उपर गल कह सके। मित्र उही है कि जिहड़ा तुहानूं तुहाडे फायदे वाली गल दस सके कि देख बाइबल दे विच इस तरह करेंगा, वचन दे विच इस तरह करेंगा तां तेरे जीवन दे विच काम होवेगा। हालेलुया, हालेलुया। अगर तुसीं चाहुंदे हो कि जिस तरह मैं चाहुंदा उस तरह मैं सुना, मैनूं चंगा लगे, तां सही दे विच अगर कोई ऐसा तुहानूं सिखाउंदा गा भी कोई गल नहीं, संसार भी रखी रखो, रिश्तेदारी भी रखी रखो, शैतान दे काम भी रखी रखो और परमेश्वर नूं रखी रखो, ते वो तुहाडा मित्र नहीं है। हो सकदा तुहानूं सुनन दे विच चंगा लगे, लेकिन वो की है? वो तुहाडा वैरी है। और संत पौलुस ने की कहा सीगा, एक बार फिर मेरा वचन पढ़ो, गलातिया 4 अध्याय 16 वचन। फिर की मैं ਤੁਹਾਨੂੰ ਸੱਚੀ ਗੱਲ ਆਖਣ ਨਾਲ ਤੁਹਾਡਾ ਵੈਰੀ ਬਣ ਗਿਆ। देखो कि मैं तुहानूं सच्ची गल आखण नाल तुहाडा वैरी बन गया। संत पौलुस किसी वैरी नहीं है, लेकिन वो सामने वाला इंसान मान लैंदा वैरी इंसान नूं, ये मेरा वैरी है, इहनूं बोलण दा नहीं पता। और अहाब राजा ने की किया सीगा योशाफाट नूं, वो बोलदा तां जरूर है लेकिन मैनूं उस तो घिन आउंदी है। क्यों? क्योंकि वो मेरे फायदे की गल बोलदा ही नहीं है। वो जद भी बोलदा मेरे विरोध बारे विच बोलदा गा। तां देखो जद उसने बोलिया, उसने सच्ची गल बोली सी ना, तू जा इन्ना लड़ाई वास्ते, जे तू जाएगा तू मर जाएगा। हुण दसो की नुकसान सी उहदे विच? नुकसान किहदा सीगा? उसे राजे का नुकसान सीगा, लेकिन उसनूं वो सुनना पसंद नहीं आया और होया कि वो नाश हो गया, वो खत्म हो गया। अगर अज भी कोई तुहानूं ताड़दा गा, अज भी कोई तुहानूं झिड़कदा गा, तां उहनूं अपना वैरी ना समझो, उहनूं अपना की समझो, उहनूं मित्र ही समझो। क्योंकि जो मित्र है, अगर मित्र तुहानूं कुछ कह दिंदा गा, अगर मित्र तुहानूं कुछ घूर दिंदा गा, तां सही दे विच इह उहदा मन नहीं है कि तुहानूं दुखी करे। वो दिल तो नहीं कहता कि तुसीं दुखी होवो, लेकिन सही दे विच इह उहदा टारगेट नहीं है, उहदा लक्षण नहीं है, लक्ष्य नहीं है कि तुसीं उहदा दुख मनो। पर जिहड़ा दुश्मन है, मतलब जिहड़ा वैरी है, वो की है? वो तुहानूं बहुत ज़्यादा की करेगा? चुम्बन करेगा, बहुत ज़्यादा चुम्मेगा। तुहाडीआं गलत गल्लां दे विच भी की है? हाँ भरेगा, हाँ तू सही है, तू ठीक है, तू जो कहना तू ठीक कर दांगा। कई बार हुंदा गा कि कोई विश्वासी किसी सेवक के खिलाफ बोल दे, जद कि विश्वासी को पता भी है कि उस सेवक चाहे सही है, लेकिन वो हाँ वो ठीक है यार, उसको इस तरह नहीं करना चाहिए, उसको इस तरह नहीं करना चाहिए। क्यों? वो वैरी है। वो की है? वो वैरी है। लेकिन जिहड़ा सही दे विच मित्र है, वो चाहे तुहानूं कुछ कह भी देवे, लेकिन वो कदे भी गल नहीं कहता कि तुसीं दुखी होवो। प्रभु यीशु मसीह ने बड़ी बार कहा, चेलियां नूं घूरिया कि प्रभु यीशु मसीह दुखी करते सीगे? नहीं, प्रभु यीशु मसीह उन्होंने बचाना चाहते थे, प्रभु यीशु मसीह उन्होंने सुधारना चाहते थे। और अज भी प्रभु यीशु मसीह अपने वचनों द्वारा ही सानू सिखाउंदे ने। अज भी प्रभु यीशु मसीह अपने वचनों द्वारा सानू ताड़ना करते हैं। लेकिन जिहड़ा इंसान ताड़ना नहीं सहन करता, जिहड़ा इंसान ताड़ना सहन नहीं करता, तो सही दे विच नाश उहदा होने वाला गा। ना परमेश्वर का कोई फर्क पवे, ना परमेश्वर के दास नूं कोई फर्क पवे। और जो बाइबल दे विच आपां देखदे हां कि जिहड़े बच्चिआं नूं, हाँ जिहड़े बच्चे ने कि माँ बाप उन्हें ताड़ना नहीं करते, माँ बाप ताड़ना करते हैं। क्यों? क्योंकि बच्चा सुधर जाए। और संत पौलुस तां ही कहंदा गा कि मैं तुहानूं प्यारे बच्चों वांगू समझाउणा गा, मतलब मैं भी तुहाडी ताड़ना करदा गा। संत पौलुस सानूं समझाउंदे ने, संत पौलुस साडी ताड़ना करते हैं, अपने आप तो कदे भी नहीं, परमेश्वर के वचन तो। सारे बोलो हालेलुया। परमेश्वर के वचन तो की है? ताड़ना करते हैं। फिर देखो कि जब कोई बाप अपने बच्चे को ताड़दा गा कि ਉਹਦਾ ਬੱਚਾ ਉਸ ਨੂੰ ਨਫ਼ਰਤ ਕਰਦਾ ਗਾ? नहीं, वो अपने बाप ਨੂੰ प्यार करता गा। जब कोई मालक अपने नौकर ਨੂੰ ਤਾੜਦਾ ਗਾ कि नौकर ਉਸ ਨੂੰ नफरत करता गा? कदे भी नहीं, वो उसकी इज्जत करता गा। अगर जे ਅਸੀਂ प्रभु यीशु मसीह ਨੂੰ अपना मालक कहने आ, ਅਸੀਂ अपने प्रभु यीशु मसीह ਨੂੰ अपना पिता कहने आ, अगर ਸਾਨੂੰ ਉਹ ਤਾੜੇ ਤਾਂ ਸਾਡਾ ਕੀ फर्ज है? ਉਹਨੂੰ नफरत करिए? नहीं, साडा फर्ज नहीं ਉਹਨੂੰ नफरत करिए। साडा फर्ज है कि ਅਸੀਂ ਉਹਦੀ ਕੀ करिए? आग्याकारी करिए। और वो परमेश्वर कदे भी सीधा नहीं आउंदे
ਲੇਕਿਨ ਪਰਮੇਸ਼ਵਰ ਜਦ ਵੀ ਆਉਂਦੇ ਨੇ ਉਹ ਆਪਣੇ ਵਚਨਾਂ ਦੁਆਰਾ ਹੀ ਆਉਂਦੇ ਨੇ, ਆਪਣੇ ਵਚਨ ਹੀ ਸਾਨੂੰ ਸਿਖਾਉਂਦੇ ਨੇ। ਇਸ ਲਈ ਜਦ ਕਦੇ ਵੀ ਕੋਈ ਐਸਾ ਵਚਨ ਮਿਲੇ, ਚਾਹੇ ਤੁਸੀਂ ਪੜ੍ਹਦੇ ਹੋ ਬਾਈਬਲ ਜਾਂ ਕਿੱਥੋਂ ਸੁਣਦੇ ਹੋ, ਤਾਂ ਇਹ ਨਾ ਸੋਚੋ ਕਿ ਵਚਨ ਮੇਰੇ ਉੱਪਰ ਲਗਾ ਦਿੱਤਾ ਗਾ। ਇਹ ਵਚਨ ਲਗਾਇਆ ਨਹੀਂ ਜਾਂਦਾ ਕਿਸੇ ਦੇ ਉੱਪਰ, ਲੇਕਿਨ ਇਹ ਖੁਦ ਇਨਸਾਨ ਨੂੰ ਪਤਾ ਚੱਲਦਾ ਗਾ ਕਿ ਮੇਰੇ ਵਿੱਚ ਕਮੀ ਹੈ, ਮੇਰੇ ਵਿੱਚ ਘਟੀ ਹੈ। ਔਰ ਸੱਚਮੁੱਚ ਉਸ ਇਨਸਾਨ ਨੂੰ ਕੀ ਆਨੰਦ ਹੋਣਾ ਚਾਹੀਦਾ ਗਾ ਕਿ ਅੱਜ ਪਰਮੇਸ਼ਵਰ ਨੇ ਮੇਰੇ ਨਾਲ ਗੱਲ ਕਰੀ, ਅੱਜ ਮੇਰੇ ਜੀਵਨ ਦੇ ਵਿੱਚ ਇਹ ਕਮੀ ਸੀ, ਅੱਜ ਮੇਰੇ ਪਰਮੇਸ਼ਵਰ ਨੇ ਇਸ ਵਚਨ ਦੇ ਦੁਆਰਾ ਮੈਨੂੰ ਇਹ ਕਮੀ ਨੂੰ ਦੂਰ ਕਰਨ ਦੇ ਲਈ ਆਪਣੇ ਵਚਨ ਦਿੱਤੇ। ਤਾਂ ਸਹੀ ਦੇ ਵਿੱਚ ਜਦ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਅਸੀਂ ਕੀ ਆ, ਇੱਕ ਦਿਨ ਸ਼ੁੱਧ ਹੋ ਜਾਵਾਂਗੇ, ਇੱਕ ਦਿਨ ਕੀ ਆ, ਪਾਕ ਸਾਫ਼ ਹੋ ਜਾਵਾਂਗੇ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਤੇ ਜਿਹੜਾ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਨ ਤੋਂ ਰੋਕਦਾ ਗਾ, ਜਿਸ ਤਰ੍ਹਾਂ ਪਤਰਸ ਨੇ ਰੋਕਿਆ, ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਸ਼ੈਤਾਨ। ਯਹੂਦਾ ਇਸਕਰਿਓਤੀ ਜੋ ਉਸਦਾ ਨਾਸ਼ ਚਾਹੁੰਦਾ ਸੀਗਾ, ਪ੍ਰਭੂ ਯਿਸੂ ਮਸੀਹ ਨੂੰ ਖਤਮ ਕਰਨਾ ਚਾਹੁੰਦਾ ਸੀਗਾ, ਧੋਖਾ ਦੇਣਾ ਚਾਹੁੰਦਾ ਸੀਗਾ, ਚਾਹੇ ਉਸਨੂੰ ਚੁੰਮਦਾ ਸੀਗਾ, ਚਾਹੇ ਉਸਨੇ ਬਹੁਤ ਸਾਰੇ ਚੁੰਮਿਆ ਉਸਨੂੰ, ਲੇਕਿਨ ਪ੍ਰਭੂ ਯਿਸੂ ਮਸੀਹ ਕਹਿੰਦਾ, ਤੂੰ ਕਿਹਾ ਜਾ ਮਿੱਤਰ ਮੇਰਾ, ਓਏ ਤੂੰ ਕੈਸਾ ਮਿੱਤਰ ਹੈ ਮੇਰਾ? ਤੂੰ ਤਾਂ ਮੈਨੂੰ ਮਰਵਾਉਣਾ ਚਾਹੁੰਦਾ ਗਾ, ਤੂੰ ਮੈਨੂੰ ਫੜਵਾਉਣਾ ਚਾਹੁੰਦਾ ਗਾ, ਔਰ ਤੂੰ ਮੈਨੂੰ ਧੋਖਾ ਦੇਣਾ ਚਾਹੁੰਦਾ ਗਾ, ਤੂੰ ਮੇਰਾ ਮਿੱਤਰ ਹੈ। ਮਤਲਬ ਪ੍ਰਭੂ ਯਿਸੂ ਮਸੀਹ ਨੂੰ ਹੈਰਾਨੀਜਨਕ ਹੋਈ ਇੱਥੇ, ਤੂੰ ਮੇਰਾ ਮਿੱਤਰ ਹੈ, ਤੇਰੇ ਜੈਸਾ ਮਿੱਤਰ ਨਹੀਂ ਹੋਣਾ ਚਾਹੀਦਾ। ਸਾਰੇ ਬੋਲੋ ਹਾਲੇਲੂਇਆ। ਮਿੱਤਰ ਤਾਂ ਉਹੀ ਚੰਗਾ ਗਾ ਕਿ ਜਿਹੜਾ ਮੂੰਹ ਦੇ ਉੱਪਰ ਕਹਿ ਦੇਵੇ, ਜਿਹੜਾ ਮੂੰਹ ਦੇ ਉੱਪਰ ਕਹਿ ਦੇਵੇ। ਫਿਰ ਪਤਰਸ ਦੇਖੋ ਯਿਸੂ ਮਸੀਹ ਨੂੰ ਕਹਿਣ ਦੇ ਲਈ ਗਿਆ, ਲੇਕਿਨ ਪਿੱਛੇ ਜਾ ਕੇ ਕਹਿ ਰਿਹਾ ਗਾ, ਮੂੰਹ ਦੇ ਉੱਪਰ ਥੋੜ੍ਹੀ ਆ ਕੇ ਗਿਆ ਉਹਨੇ। ਅੱਜ ਇਹੀ ਗੱਲ ਹੋ ਗਈ, ਅੱਜ ਕੋਈ ਤੁਹਾਨੂੰ ਆਗਿਆਕਾਰੀ ਕਰਨ ਤੋਂ ਰੋਕੇਗਾ ਨਾ, ਤਾਂ ਉਹ ਇਸ ਤਰ੍ਹਾਂ ਹੀ ਆਏਗਾ ਤੁਹਾਡੇ ਲਵੇ, ਮਿੱਠਾ ਪਿਆਰਾ ਬਣ ਕੇ ਆਏਗਾ, ਔਰ ਤੁਹਾਨੂੰ ਗੱਲਾਂ ਉਹਦੀਆਂ ਚੰਗੀਆਂ ਵੀ ਲੱਗਣਗੀਆਂ, ਔਰ ਉਹਦੇ ਵਿੱਚ ਹਿੰਮਤ ਨਹੀਂ ਹੈ ਕਿ ਉਹ ਮੂੰਹ ਦੇ ਉੱਪਰ ਆ ਕੇ ਕਹੇ ਕੁਛ। ਸਾਰੇ ਬੋਲੋ ਹਾਲੇਲੂਇਆ। ਇੱਕ ਵਾਰ ਫਿਰ ਪੜੋ, ਕਹੋ ਤਾਂ ਉਹਦਾ 27 ਉਹਦਾ 6। ਹਿਤਕਾਰੀ ਵੱਲੋਂ ਕਹੋ ਵਫਾਦਾਰੀ ਵਾਲੇ। ਹਾਂ, ਮਤਲਬ ਜਿਹੜਾ ਹਿੱਤ ਕਰਦਾ, ਜਿਹੜਾ ਤੁਹਾਨੂੰ ਪਿਆਰ ਕਰਦਾ ਗਾ, ਉਹਦੇ ਵੱਲੋਂ ਕਹੋ ਨੇ ਜਿਹੜੇ, ਉਹ ਕੀ ਨੇ? ਵਫਾਦਾਰੀ ਵਾਲੇ। ਮਤਲਬ ਤੂੰ ਵਿਸ਼ਵਾਸਯੋਗ, ਮਤਲਬ ਉਹਦਾ ਮਨ ਨਹੀਂ ਹੈ ਕਿ ਤੁਹਾਨੂੰ ਦੁਖੀ ਕਰੇ। ਹਾਂ, ਵੈਰੀ ਦੇ ਤੁਮੇ ਅਗੇਂਟ ਹੁੰਦੇ, ਮਤਲਬ ਜਿਹੜਾ ਤੁਹਾਡਾ ਦੁਸ਼ਮਣ ਹੈ, ਜਿਹੜਾ ਤੁਹਾਡਾ ਵੈਰੀ ਹੈ, ਉਹ ਤੁਹਾਨੂੰ ਚਾਹੇ ਬਹੁਤ ਸਾਰਾ ਪਿਆਰ ਵੀ ਦਿਖਾਵੇ, ਲੇਕਿਨ ਉਹ ਕੀ ਹੈ? ਉਹ ਤੁਹਾਡਾ ਨੁਕਸਾਨ ਹੀ ਕਰਨਾ ਚਾਹੁੰਦਾ ਗਾ, ਉਹ ਤੁਹਾਡਾ ਨਾਸ਼ ਹੀ ਕਰਨਾ ਚਾਹੁੰਦਾ। ਚਾਹੇ ਉਸਨੂੰ ਖੁਦ ਨਹੀਂ ਪਤਾ ਕਿ ਮੈਂ ਇਹਦਾ ਨਾਸ਼ ਕਰ ਰਿਹਾ ਗਾ, ਲੇਕਿਨ ਤੁਹਾਨੂੰ ਬਹੁਤ ਸਾਰਾ ਪਿਆਰ ਦਿਖਾ ਰਿਹਾ ਨਾ ਗਾ, ਪਰਮੇਸ਼ਵਰ ਦੇ ਵਚਨਾਂ ਤੋਂ ਦੂਰ ਲੈ ਕੇ ਜਾ ਰਿਹਾ ਗਾ, ਸੱਚਾਈ ਤੋਂ ਦੂਰ ਲੈ ਕੇ ਜਾ ਰਿਹਾ ਗਾ, ਤਾਂ ਚਾਹੇ ਜੋ ਵੀ ਹੈ, ਲੇਕਿਨ ਉਹ ਤੁਹਾਡਾ ਨਾਸ਼ ਕਰ ਰਿਹਾ ਗਾ, ਚਾਹੇ ਉਹਨੂੰ ਖੁਦ ਨਹੀਂ ਪਤਾ, ਲੇਕਿਨ ਉਹ ਖੁਦ ਵੀ ਨਾਸ਼ ਹੋ ਰਿਹਾ ਗਾ, ਔਰ ਉਹ ਸਾਹਮਣੇ ਵਾਲੇ ਦਾ ਨਾਸ਼ ਕਰ ਰਿਹਾ ਗਾ। ਇਸ ਲਈ ਕਿ ਜਦ ਤੁਹਾਡੇ ਉੱਪਰ ਤਾੜਨਾ ਆਉਂਦੀ ਹੈ, ਜਦ ਤੁਹਾਨੂੰ ਝਿੜਕਿਆ ਜਾਂਦਾ ਗਾ, ਤਾਂ ਉਹਦੇ ਵਿੱਚ ਕੀ ਕਰੋ? ਆਨੰਦ ਕਰੋ, ਜਿਸ ਤਰ੍ਹਾਂ ਕੁਰਿੰਥੀਆਂ ਦੀ ਕਲੀਸਿਆ ਨੇ ਆਨੰਦ ਕਰਿਆ, ਔਰ ਉਹ ਲੋਕ ਤੋਬਾ ਕਰਕੇ ਪੌਲਸ ਕੋਲ ਆਏ, ਔਰ ਪੌਲਸ ਵੀ ਗੱਲ ਦੇ ਵਿੱਚ ਆਨੰਦ ਹੋਇਆ। ਔਰ ਆਪਾਂ ਵੀ ਅਗਲੇ ਐਤਵਾਰ ਨੂੰ ਇਹੀ ਗਵਾਹੀ ਦੇ ਸਕੀਏ ਕਿ ਮੇਰੇ ਜੀਵਨ ਦੇ ਵਿੱਚ ਇਹ ਕਮੀਆਂ ਸੀਗੀਆਂ, ਮੇਰੇ ਜੀਵਨ ਦੇ ਵਿੱਚ ਘਟੀਆਂ ਸੀਗੀਆਂ, ਔਰ ਮੈਂ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਦੂਰ ਕਰ ਸਕਿਆ। ਇਹ ਵੱਡੀ ਗਵਾਹੀ ਸਾਡੇ ਜੀਵਨ ਦੇ ਵਿੱਚ ਹੋਣੀ ਹੀ ਚਾਹੀਦੀ ਹੈ। ਆਓ ਸਾਰੇ ਆਪਣੀਆਂ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ, ਔਰ ਕੋਈ ਵੀ ਜਨ ਆਪਣੀ ਅੱਖ ਨਾ ਖੋਲੇ। ਔਰ ਹੁਣ ਸਮਾਂ ਗਾ ਆਪਣੇ ਆਪ ਨੂੰ ਇੱਕ ਸਵਾਲ ਕਰਨ ਦਾ ਕਿ ਅੱਜ ਮੈਂ ਜੋ ਵਚਨ ਦੇ ਵਿੱਚੋਂ ਸਿੱਖਿਆ, ਕੀ ਉਹ ਵਚਨ ਮੇਰੇ ਲਈ ਸੀ? ਅਗਰ ਤੁਹਾਨੂੰ ਲੱਗਦਾ ਗਾ ਕਿ ਉਹ ਵਚਨ ਮੇਰੇ ਲਈ ਹੈ, ਤਾਂ ਉਸ ਵਚਨ ਨੂੰ ਆਪਣੇ ਹਿਰਦੇ ਵਿੱਚ ਜਮ੍ਹਾਂ ਰੱਖਿਓ। ਅਗਰ ਤੁਹਾਨੂੰ ਨਹੀਂ ਲੱਗਦਾ, ਤੁਹਾਨੂੰ ਲੱਗਿਆ ਨਹੀਂ ਕਿ ਵਚਨ ਤੁਹਾਡੇ ਲਈ ਨਹੀਂ ਹੈ, ਤਾਂ ਕੋਈ ਗੱਲ ਨਹੀਂ, ਵਚਨ ਨੂੰ ਸੁਣਿਆ, ਛੱਡ ਕੇ ਚਲੇ ਜਾਇਓ। ਫਿਰ ਜੈਸਾ ਜੀਵਨ ਤੁਸੀਂ ਜੀਣਾ ਚਾਹੋ ਜੀਓ, ਕੋਈ ਗੱਲ ਨਹੀਂ। ਅਗਰ ਤੁਹਾਨੂੰ ਲੱਗਿਆਗਾ ਕਿ ਪਰਮੇਸ਼ਵਰ ਨੇ ਅੱਜ ਮੈਨੂੰ ਵਚਨ ਦੇ ਰਾਹੀਂ ਝਿੜਕਿਆਗਾ, ਅਗਰ ਤੁਹਾਨੂੰ ਮਹਿਸੂਸ ਹੋਇਆਗਾ ਕਿ ਅੱਜ ਪਰਮੇਸ਼ਵਰ ਨੇ ਆਪਣੇ ਵਚਨ ਦੇ ਰਾਹੀਂ ਮੇਰੇ ਨਾਲ ਗੱਲਬਾਤ ਕੀਤੀ ਹੈ, ਤਾਂ ਉਸ ਵਚਨ ਨੂੰ ਆਪਣੇ ਹਿਰਦੇ ਵਿੱਚ ਜਮ੍ਹਾਂ ਰੱਖੋ। ਔਰ ਜੋ ਵੀ ਐਸਾ ਕੁਛ ਆਏਗਾ ਜੀਵਨ ਦੇ ਵਿੱਚ, ਕਲੀਸਿਆ ਵਿੱਚ, ਉਸ ਨੂੰ ਬਾਹਰ ਕੱਢੋ ਔਰ ਦਿਖਾਓ ਇਸੇ ਤਰ੍ਹਾਂ ਜਿਸ ਤਰ੍ਹਾਂ ਕੁਰਿੰਥੀਆਂ ਦੀ ਕਲੀਸਿਆ ਨੇ ਦਿਖਾਇਆ ਕਿ ਅਸੀਂ ਆਪਣੇ ਜੀਵਨ ਦੇ ਵਿੱਚੋਂ ਸਾਰੀਆਂ ਗੱਲਾਂ ਬਾਹਰ ਕੱਢ ਚੁੱਕੇ ਹਾਂ। ਅਗਰ ਤਾੜਨਾ ਬੁਰਾ ਲੱਗਦੀ ਹੈ, ਝਿੜਕ ਬੁਰੀ ਲੱਗਦੀ ਹੈ, ਤਾਂ ਪਰਮੇਸ਼ਵਰ ਦਾ ਧੰਨਵਾਦ ਕਰੋ ਕਿ ਪਰਮੇਸ਼ਵਰ ਤੁਹਾਨੂੰ ਝਿੜਕਦਾ ਹੈਗਾ। ਅੱਜ ਜਦ ਪਰਮੇਸ਼ਵਰ ਝਿੜਕੇ, ਇਨਸਾਨ ਉਦਾਸ ਹੁੰਦਾ ਜ਼ਰੂਰ ਹੈ, ਲੇਕਿਨ ਥੋੜ੍ਹੇ ਸਮੇਂ ਦੇ ਲਈ, ਲੇਕਿਨ ਉਸ ਤੋਂ ਬਾਅਦ ਉਸਦੇ ਜੀਵਨ ਦੇ ਵਿੱਚ ਆਨੰਦ ਆ ਜਾਂਦਾ ਹੈਗਾ। ਅਗਰ ਤੁਸੀਂ ਪਰਮੇਸ਼ਵਰ ਦੀ ਝਿੜਕ ਨੂੰ ਸਹਿਣਾ ਨਹੀਂ ਚਾਹੁੰਦੇ, ਉਸ ਦੀ ਤਾੜਨਾ ਨੂੰ ਲੈਣਾ ਨਹੀਂ ਚਾਹੁੰਦੇ, ਅਗਰ ਕੱਲ੍ਹ ਨੂੰ ਬਿਪਤਾ ਵਿੱਚ ਪੈ ਗਏ
ਕਿਸੇ ਸਮੱਸਿਆ ਵਿੱਚ ਫਸ ਗਏ ਤਾਂ ਫਿਰ ਉਸ ਦੇ ਵਿੱਚ ਕਿਸੇ ਦਾ ਕਸੂਰ ਨਹੀਂ ਹੈ, ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ। ਇਸ ਲਈ ਆਪਣੇ ਆਪ ਨੂੰ ਦੇਖੋ, ਆਪਣੇ ਆਪ ਨੂੰ ਜਾਂਚੋ ਕਿ ਮੈਨੂੰ ਕੈਸਾ ਮਿੱਤਰ ਚਾਹੀਦਾ ਗਾ, ਜਿਹੜਾ ਮੇਰੇ ਮੂੰਹ ਦੇ ਉੱਪਰ ਮੈਨੂੰ ਮੇਰੀ ਗਲਤੀ ਦੱਸ ਸਕੇ, ਅਜਿਹਾ ਮਿੱਤਰ, ਜਾਂ ਫਿਰ ਅਜਿਹਾ ਮਿੱਤਰ ਜੋ ਮੇਰੇ ਲਈ ਚੰਗੀਆਂ ਚੰਗੀਆਂ ਗੱਲਾਂ ਬੋਲੇ ਔਰ ਮੇਰੀ ਗਲਤੀ ਨੂੰ ਨਜ਼ਰਅੰਦਾਜ਼ ਕਰ ਦੇਵੇ, ਐਸਾ ਮਿੱਤਰ। ਇਹ ਦੋ ਮਿੱਤਰ ਨੇ। ਤੁਹਾਨੂੰ ਕਿਹੋ ਜਿਹਾ ਮਿੱਤਰ ਚਾਹੀਦਾ ਗਾ? ਇੱਕ ਤਾਂ ਉਹ ਮਿੱਤਰ ਹੈ ਕਿ ਜੋ ਤੁਹਾਨੂੰ ਤੁਹਾਡੀਆਂ ਗਲਤੀਆਂ ਦੱਸ ਕੇ ਤੁਹਾਨੂੰ ਸ਼ੁੱਧ ਕਰਾ ਕੇ ਉਹ ਸਵਰਗ ਵਿੱਚ ਲੈ ਕੇ ਚਲਾ ਜਾਏ, ਔਰ ਇੱਕ ਐਸਾ ਮਿੱਤਰ ਹੈ ਜੋ ਅੰਦਰੋਂ ਅੰਦਰ ਤੁਹਾਨੂੰ ਨਾਸ਼ ਕਰ ਦੇਣਾ ਚਾਹੁੰਦਾ ਗਾ, ਤੁਹਾਨੂੰ ਖਤਮ ਕਰ ਦੇਣਾ ਚਾਹੁੰਦਾ ਗਾ। ਤੁਸੀਂ ਕਿਹੜੇ ਮਿੱਤਰ ਨਾਲ ਰਹਿਣਾ ਚਾਹੁੰਦੇ ਹੋ? ਫੈਸਲਾ ਤੁਹਾਡਾ, ਜ਼ਿੰਦਗੀ ਤੁਹਾਡੀ। ਇਹ ਵਚਨ ਨੂੰ ਸਮਝ ਸਕੋ, ਇਸ ਦੇ ਅਨੁਸਾਰ ਜੀਵਨ ਜੀ ਸਕੋ। ਪਰਮੇਸ਼ਵਰ ਇਸ ਵਚਨ ਦੀ ਆਸ ਨਾਲ ਸਾਨੂੰ ਸਭ ਨੂੰ ਭਰ ਦੇਣਾ। ਥੈਂਕ ਯੂ ਲੋਰਡ, ਥੈਂਕ ਯੂ ਜੀਸਸ।